ਹੈਲੋ ਦੋਸਤੋ, ਮੈਂ ਹਾਂ ਅੰਕਿਤ ਸਿੰਘ ਰਾਣਾ ਤੇ ਪ੍ਰਤਾਪ ਅਕੈਡਮੀ ਦੇ ਅਫੀਸ਼ੀਅਲ YouTube ਚੈਨਲ ਤੇ ਤੁਹਾਡਾ ਸਾਰਿਆਂ ਦਾ ਸਵਾਗਤ ਹੈ। ਅੱਜ ਦਾ ਆਪਣਾ ਟੌਪਿਕ ਹੈ ਬਈ ਯੂਨਾਈਟਿਡ ਨੇਸ਼ਨ। ਇਹਦੇ ਬਾਰੇ ਆਪਾਂ ਪੜਾਂਗੇ ਕਿਉਂਕਿ ਨੈਬ ਤਹਿਸੀਲਦਾਰ ਦਾ ਐਗਜ਼ਾਮ 20 ਮਾਰਚ ਨੂੰ ਆਣਾ ਹੈ। ਉਹਦੀ ਡੇਟ ਹੈ ਜਿਹੜੀ ਉਹ ਆ ਚੁੱਕੀ ਹੈ ਤੇ ਉਹਦੇ ਲਈ ਇੰਪੋਰਟੈਂਟ ਜਿੰਨੇ ਵੀ ਸਟੈਟਿਕ ਜੀਕੇ ਦੇ ਟੌਪਿਕ ਬਣਦੇ ਆ ਇੱਕ ਇੱਕ ਕਰਕੇ ਮੈਂ ਤੁਹਾਨੂੰ ਸਾਰੇ YouTube ਦੇ ਉੱਤੇ ਹੀ ਕਰਾ ਦੂੰ, ਤਾਂ ਟੈਨਸ਼ਨ ਫਰੀ ਰਹੋ। ਤਾਂ ਅੱਜ ਦਾ ਆਪਣਾ ਟੌਪਿਕ UN ਹੈ, ਇਹ ਆਪਾਂ ਸ਼ੁਰੂ ਕਰਾਂਗੇ। ਠੀਕ ਹੈ, ਇਸ ਤੋਂ ਪਹਿਲਾਂ ਇੱਕ ਦੋ ਪੁਆਇੰਟ ਹਲਕੇ ਜੇ ਇਹ ਤੁਸੀਂ ਦੇਖ ਲਓ। ਇਹ ਸਾਡਾ ਇੰਸਟਾਗ੍ਰਾਮ ਅਕਾਊਂਟ ਹੈ ਤੇ ਟੈਲੀਗ੍ਰਾਮ ਚੈਨਲ ਵੀ ਸਾਡਾ ਹੈਗਾ। ਦੋਹਾਂ ਦੇ ਲਿੰਕ ਤੁਹਾਨੂੰ ਕਿੱਥੇ ਮਿਲਣਗੇ? ਡਿਸਕ੍ਰਿਪਸ਼ਨ ਦੇ ਵਿੱਚ ਮਿਲਣਗੇ। ਠੀਕ ਹੈ, ਤੇ ਬਾਕੀ PPSC ਦੇ ਜੇ ਤੁਸੀਂ ਫੁੱਲ ਸਿਲੇਬਸ ਤਿਆਰੀ ਵਧੀਆ ਕਰਨੀ ਚਾਹੁੰਦੇ ਹੋ ਤਾਂ ਆਪਣੀ ਐਪ ਡਾਊਨਲੋਡ ਕਰ ਸਕਦੇ ਹੋ, ਪ੍ਰਤਾਪ ਅਕੈਡਮੀ ਐਗਜ਼ਾਮ ਕੀ ਦੀ। ਠੀਕ ਹੈ, ਉੱਥੇ ਆਲਰੇਡੀ ਕੋਰਸ ਹੈ ਜਿਹੜਾ ਉਹ ਰਨਿੰਗ ਦੇ ਵਿੱਚ ਹੈ, ਤੁਸੀਂ ਉੱਥੋਂ ਆਪਣੀ ਤਿਆਰੀ ਨੂੰ ਹੋਰ ਵਧੀਆ ਕਰ ਸਕਦੇ ਹੋ। ਜ਼ਰੂਰ ਇੱਕ ਵਾਰ ਡਾਊਨਲੋਡ ਕਰੋ। ਠੀਕ ਹੈ, ਬਾਕੀ ਹੁਣ ਲੋਹੜੀ ਤੱਕ ਦੇ ਆਫਰ ਨੇ ਬਈ, 13 ਜਨਵਰੀ ਤੱਕ ਜਿਹੜਾ ਕੋਆਪਰੇਟਿਵ ਸੁਸਾਇਟੀ ਇੰਸਪੈਕਟਰ ਤੇ ਨੈਬ ਤਹਿਸੀਲਦਾਰ ਦੋਹਾਂ ਦੇ ਬੈਚ ਦੀ ਫੀਸ ਤੁਹਾਨੂੰ 2500 ਰੁਪਏ ਪਏਗੀ। ਤਾਂ ਇੱਕ ਵਾਰ ਤੁਸੀਂ ਜ਼ਰੂਰ ਜਾ ਕੇ ਚੈੱਕ ਕਰੋ ਤੇ ਜਿੰਨੇ ਵੀ ਹੋਰ ਕਰੰਟ ਅਫੇਅਰ ਦੀ ਵੀਡੀਓਜ਼ ਨੇ ਉਹ ਵੀ 2 ਜਾਂ 3 ਦਿਨਾਂ ਦੇ ਵਿੱਚ ਸਾਰੀ ਦੀ ਸਾਰੀ ਵੀਡੀਓਜ਼ ਅਪਲੋਡ ਕਰ ਦਿੱਤੀ ਜਾਣਗੀਆਂ। ਇੱਕ ਵੀ ਟੌਪਿਕ ਹੈ ਜਿਹੜਾ ਤੁਹਾਡਾ ਮਿਸ ਨਹੀਂ ਹੋਏਗਾ, ਇਹ ਸਾਡੀ ਜ਼ਿੰਮੇਵਾਰੀ ਹੈ। ਠੀਕ ਹੈ ਜੀ, ਤਾਂ ਅੱਜ ਦਾ ਆਪਣਾ ਟੌਪਿਕ ਕੀ ਹੈ ਬਈ? ਅੱਜ ਦਾ ਆਪਣਾ ਟੌਪਿਕ ਹੈ ਯੂਨਾਈਟਿਡ ਨੇਸ਼ਨਸ। ਠੀਕ ਹੈ, ਤੇ ਇਹਨਾਂ ਦੋਹਾਂ ਵਰਡਾਂ ਦਾ ਪਹਿਲਾ ਮਤਲਬ ਦੇਖੋ ਤੁਸੀਂ ਕੀ ਹੈ। ਯੂਨਾਈਟਿਡ ਦਾ ਮਤਲਬ ਕੀ ਹੁੰਦਾ ਹੈ? ਯੂਨਾਈਟ ਹੋਣਾ, ਇਕੱਠੇ ਹੋਣਾ। ਠੀਕ ਹੈ ਨਾ, ਇਕੱਠ ਹੋ ਗਿਆ ਦਾ ਮਤਲਬ। ਤੇ ਨੇਸ਼ਨਸ ਦਾ ਮਤਲਬ ਕੀ ਹੁੰਦਾ ਹੈ? ਨੇਸ਼ਨਸ ਦਾ ਮਤਲਬ ਹੁੰਦਾ ਹੈ ਦੇਸ਼ ਯਾਨੀ ਰਾਸ਼ਟਰ। ਠੀਕ ਹੈ ਨਾ, ਤਾਂ ਪੂਰੀ ਦੁਨੀਆ ਦੇ ਸਾਰੇ ਦੇਸ਼ਾਂ ਨੇ ਇਕੱਠੇ ਹੋ ਕੇ ਇੱਕ ਸੰਸਥਾ ਬਣਾਈ ਹੋਈ ਹੈ। ਇਸੇ ਸੰਸਥਾ ਨੂੰ ਕਿਹਾ ਜਾਂਦਾ ਹੈ ਯੂਨਾਈਟਿਡ ਨੇਸ਼ਨਸ। ਠੀਕ ਹੈ ਨਾ, ਯੂਨਾਈਟਿਡ ਨੇਸ਼ਨਸ ਆਰਗੇਨਾਈਜੇਸ਼ਨਸ ਵੀ ਨੂੰ ਆਪਾਂ ਕਹਿ ਦਿੰਦੇ ਆ UNO। ਠੀਕ ਹੈ ਨਾ, ਇਹਦੇ ਬਾਰੇ ਆਪਾਂ ਨੇ ਅੱਜ ਪੜ੍ਹਨਾ ਹੈ। ਇਹ ਸੰਸਥਾ ਬਣਾਈ ਕਿਉਂ ਗਈ ਹੈ, ਕੀ ਇਹਦਾ ਬੈਕਗਰਾਉਂਡ ਰਿਹਾ ਹੈ, ਇਹਦੇ ਬਣਨ ਪਿੱਛੇ ਕੀ ਸਟੋਰੀਆਂ ਨੇ, ਤੇ ਇਹ ਬਣਨ ਤੋਂ ਬਾਅਦ ਕਿੱਦਾਂ ਇਹਨੇ ਫੰਕਸ਼ਨਿੰਗ ਹੈ ਜਿਹੜੀ ਉਹ ਸ਼ੁਰੂ ਕਰੀ ਹੈ, ਹੁਣ ਐਟ ਪ੍ਰੈਜ਼ੈਂਟ ਇਹ ਕੀ ਕੰਮ ਕਰਦੀ ਹੈ, ਕਿਹੜੀ ਇਹਦੀ ਸਪੈਸ਼ਲਾਈਜ਼ਡ ਏਜੰਸੀਜ਼ ਨੇ, ਉਹ ਸਾਰਾ ਕੁਝ ਆਪਾਂ ਡਿਸਕਸ ਕਰਾਂਗੇ। ਠੀਕ ਹੈ, ਤਾਂ ਪਹਿਲਾਂ ਆਪਾਂ ਇਹਦੇ ਬੈਕਗਰਾਉਂਡ ਬਾਰੇ ਦੇਖ ਲੈਂਦੇ ਆ ਕਿ ਇਹੋ ਜੀ ਸੰਸਥਾ ਨੂੰ ਬਣਾਉਣ ਦੀ ਲੋੜ ਕਿਉਂ ਪਈ ਹੈ। ਠੀਕ ਹੈ ਨਾ, ਤਾਂ ਵਰਲਡ ਹਿਸਟਰੀ ਦੇ ਵਿੱਚ ਆਪਾਂ ਨੇ ਪੜ੍ਹਿਆ ਕਿ ਬਈ ਪੂਰੀ ਦੁਨੀਆ ਨੇ ਬਹੁਤ ਘੱਟ ਸਮੇਂ ਦੇ ਵਿੱਚ, ਠੀਕ ਹੈ ਨਾ, 2 ਵਰਲਡ ਵਾਰ ਹੈ ਜਿਹੜੀ ਉਹ ਫੇਸ ਕਰੀਆਂ। ਠੀਕ ਹੈ ਨਾ, ਪਹਿਲੀ ਵਰਲਡ ਵਾਰ ਹੈ ਜਿਹੜੀ ਉਹ 1914 ਤੋਂ ਲੈ ਕੇ 1918 ਤੱਕ ਚੱਲੀ ਹੈ। ਠੀਕ ਹੈ, ਤੇ ਇਸ ਵਰਲਡ ਵਾਰ ਤੋਂ ਬਾਅਦ ਜਿਹੜੀ ਤਬਾਹੀ ਹੈ ਉਹਦਾ ਮੰਜ਼ਰ ਵੇਖ ਕੇ ਜਿਹੜੇ ਜਿੱਤੇ ਹੋਏ ਨੇਸ਼ਨ ਸੀ, ਹਨਾ, ਦੇਖੋ ਨੁਕਸਾਨ ਤਾਂ ਉਹਨਾਂ ਦਾ ਵੀ ਹੋਇਆ ਹੋਣਾ। ਹੁਣ ਕੋਈ ਵੀ ਵਾਰ ਹੈ, ਭਾਵੇਂ ਉਹ ਜਿੱਤਣ ਵਾਲਾ ਹੈ ਭਾਵੇਂ ਉਹ ਹਾਰਨ ਵਾਲਾ, ਨੁਕਸਾਨ ਤਾਂ ਦੋਹੇ ਧਿਰਾਂ ਦਾ ਹੁੰਦਾ ਹੈ। ਠੀਕ ਹੈ ਨਾ, ਬਸ ਫਰਕ ਇਹੋ ਜਿਹਾ ਹੈ, ਥੋੜਾ ਜਿਹਾ ਹੀ ਹੁੰਦਾ ਕਿ ਜਿਹੜਾ ਹਾਰਨ ਵਾਲਾ ਹੈ ਉਹਦਾ ਜ਼ਿਆਦਾ ਹੋ ਜਾਂਦਾ ਤੇ ਜਿੱਤਣ ਵਾਲੇ ਦਾ ਥੋੜਾ ਘੱਟ ਹੈ, ਪਰ ਨੁਕਸਾਨ ਤਾਂ ਦੋਹਾਂ ਦਾ ਹੁੰਦਾ ਹੈ। ਠੀਕ ਹੈ ਨਾ, ਤੇ ਪਹਿਲੀ ਵਰਲਡ ਵਾਰ ਤੋਂ ਬਾਅਦ ਜਿਹੜੇ ਜਿੱਤੇ ਹੋਏ ਨੇਸ਼ਨ ਸੀ ਉਹਨਾਂ ਨੇ ਸੋਚਿਆ ਕਿ ਯਾਰ ਅੱਗੇ ਤੋਂ ਕੋਈ ਇਹੋ ਜਿਹੀ ਕੰਡੀਸ਼ਨ ਨਾ ਹੋਵੇ, ਹਨਾ, ਕੋਈ ਇਹੋ ਜਿਹੀ ਕੰਡੀਸ਼ਨ ਨਾ ਆਵੇ ਕਿ ਵਰਲਡ ਵਾਰ ਕੋਈ ਦੁਬਾਰਾ ਹੋ ਜੇ, ਹਨਾ। ਤਾਂ ਉਹ ਕੀ ਕਰਦੇ ਆ, ਫਿਰ ਇੱਕ ਸੰਸਥਾ ਬਣਾਉਣ ਬਾਰੇ ਸੋਚਦੇ ਆ ਤੇ ਫਿਰ ਉਹ ਸੰਸਥਾ ਬਣਾਉਂਦੇ ਆ ਜਿਹਦਾ ਨਾਮ ਹੁੰਦਾ ਹੈ ਲੀਗ ਆਫ ਨੇਸ਼ਨ। ਠੀਕ ਹੈ ਨਾ, ਕੀ ਨਾਮ ਰੱਖਦੇ ਆ ਉਹਦਾ? ਉਹ ਲੀਗ ਆਫ ਨੇਸ਼ਨ। ਅੱਗੇ ਪੜਾਂਗੇ ਇਹਦੇ ਬਾਰੇ ਵੀ, ਫਿਲਹਾਲ ਤੁਸੀਂ ਇੰਨਾ ਕੁ ਯਾਦ ਰੱਖੋ। ਉਹ ਲੀਗ ਆਫ ਨੇਸ਼ਨ ਬਣਾਉਂਦੇ ਆ ਸਾਰੇ ਇਕੱਠੇ ਹੋ ਕੇ। ਤੇ ਲੀਗ ਆਫ ਨੇਸ਼ਨ ਦਾ ਕੰਮ ਕੀ ਸੀ? ਲੀਗ ਆਫ ਨੇਸ਼ਨ ਦਾ ਕੰਮ ਸੀ ਕਿ ਅੱਗੇ ਤੋਂ ਕੋਈ ਵਰਲਡ ਵਾਰ ਨਾ ਹੋਵੇ, ਹਨਾ, ਪੂਰੀ ਦੁਨੀਆ ਦੇ ਵਿੱਚ ਸ਼ਾਂਤੀ ਹੈ ਜਿਹੜੀ ਉਹ ਕਾਇਮ ਰਹੇ, ਇਹ ਇਹਦਾ ਕੰਮ ਸੀ। ਪਰ ਲੀਗ ਆਫ ਨੇਸ਼ਨ 1919 ਚ ਬਣੀ ਹੈ ਤੇ 1939 ਚ ਹੀ ਵਰਲਡ ਵਾਰ 2 ਹੈ ਜਿਹੜੀ ਉਹ ਹੋ ਜਾਂਦੀ ਹੈ। ਠੀਕ ਹੈ ਨਾ, 20 ਸਾਲਾਂ ਦੇ ਅੰਦਰ ਅੰਦਰ ਹੀ ਹੈ ਜਿਹੜੀ ਦੂਜੀ ਵਰਲਡ ਵਾਰ ਹੈ ਉਹ ਸ਼ੁਰੂ ਹੋ ਜਾਂਦੀ ਹੈ, ਯਾਨੀ ਲੀਗ ਆਫ ਨੇਸ਼ਨ ਪੂਰੀ ਤਰ੍ਹਾਂ ਕੀ ਰਹੀ ਹੈ? ਫੇਲ ਰਹੀ ਹੈ। ਠੀਕ ਹੈ ਨਾ, ਵਰਲਡ ਵਾਰ 2 ਸ਼ੁਰੂ ਹੁੰਦੀ ਹੈ 1939 ਤੇ ਖਤਮ ਹੁੰਦੀ ਹੈ 1945 ਚ। ਠੀਕ ਹੈ ਨਾ, ਤੇ ਇਹ ਜਿਹੜੀ ਵਰਲਡ ਵਾਰ ਸੀ ਦੂਜੀ, ਇਹ ਪਹਿਲੀ ਨਾਲੋਂ ਬਹੁਤ ਬਹੁਤ ਜ਼ਿਆਦਾ ਕੀ ਸੀ? ਤਬਾਹੀ ਵਾਲੀ ਸੀ। ਠੀਕ ਹੈ ਨਾ, ਇਸ ਦਾ ਅੰਤ ਹੀ ਤੁਸੀਂ ਦੇਖ ਸਕਦੇ ਹੋ। ਜਾਪਾਨ ਦੇ ਉੱਤੇ 2 ਬੰਬ ਜਿਹੜੇ ਐਟਮ ਬੰਬ ਸੀ, ਹਨਾ, ਉਹੀ ਗੇਰ ਕੇ ਹੋਇਆ। ਠੀਕ ਹੈ ਨਾ, ਅਮਰੀਕਾ ਨੇ 2 ਬੰਬ ਗੇਰੇ ਸੀ, ਪਤਾ ਹੀ ਹੈ ਤੁਹਾਨੂੰ, ਨਾਗਾਸਾਕੀ ਤੇ ਹੀਰੋਸ਼ੀਮਾ ਤੇ 6 ਅਗਸਤ ਤੇ 9 ਅਗਸਤ ਨੂੰ, ਹੈ ਨਾ। ਫਿਰ ਉਸ ਤੋਂ ਬਾਅਦ ਹੁਣ ਪੂਰੀ ਦੁਨੀਆ ਦੇ ਦੇਸ਼ਾਂ ਨੂੰ ਇਹ ਲੱਗਣ ਲੱਗਿਆ ਕਿ ਹੁਣ ਜੇ ਤੀਜੀ ਵਰਲਡ ਵਾਰ ਹੋਈ ਫਿਰ ਜਿਹੜੀ ਮਾਨਵ ਜਾਤੀ ਹੈ ਜਾਂ ਜਿਹੜੀ ਸਾਡੀ ਸਿਵਲਾਈਜੇਸ਼ਨ ਹੈ ਇਹ ਪੂਰੀ ਤਰ੍ਹਾਂ ਨਸ਼ਟ ਹੋ ਜਾਊਗੀ ਧਰਤੀ ਤੋਂ, ਹੈ ਨਾ। ਕਿਉਂਕਿ ਜਿਹੜਾ ਬੰਬ ਹੈ, ਐਟਮ ਬੰਬ ਹੈ, ਹਨਾ, ਉਹਦੇ ਬਾਰੇ ਤੁਹਾਨੂੰ ਪਤਾ ਹੀ ਹੈ ਕਿੰਨਾ ਖਤਰਨਾਕ ਹੁੰਦਾ ਹੈ। ਤਾਂ ਉਹ ਸਾਰਾ ਕੁਝ ਦੇਖਦੇ ਹੋਏ ਫਿਰ ਅਮਰੀਕਾ ਦਾ ਪ੍ਰੈਜ਼ੀਡੈਂਟ ਹੈ ਬਈ ਰੂਜ਼ਵੈਲਟ, ਹਨਾ, ਉਹਦੇ ਮਾਈਂਡ 'ਚ ਆਈਡੀਆ ਆਉਂਦਾ, ਅਮਰੀਕਾ ਦੇ ਪ੍ਰੈਜ਼ੀਡੈਂਟ ਦੇ ਮਾਈਂਡ 'ਚ ਆਈਡੀਆ ਆਉਂਦਾ ਯਾਰ ਕਿ ਆਪਾਂ ਮਿਲ ਕੇ ਕੋਈ ਹੁਣ ਅਜਿਹੀ ਸੰਸਥਾ ਬਣਾਵਾਂਗੇ ਜਿਹੜੀ ਪੂਰੀ ਦੁਨੀਆ ਦੇ ਵਿੱਚ ਕੀ ਹੈ? ਸ਼ਾਂਤੀ ਹੈ ਉਹਨੂੰ ਕਾਇਮ ਰੱਖ ਸਕੇ। ਠੀਕ ਹੈ ਨਾ, ਤਾਂ ਉਹ ਫਿਰ ਕੀ ਕਰਦਾ ਹੈ?
ਆਪਣੇ ਜਿਹੜੇ ਹੋਰ ਮਿੱਤਰ ਰਾਸ਼ਟਰ ਸੀ ਉਹਦੇ, ਉਹ ਸਾਰਿਆਂ ਨਾਲ ਉਹ ਗੱਲ ਕਰਦਾ ਹੈ ਤੇ ਫਿਰ ਸਾਰਿਆਂ ਨੂੰ ਕਹਿੰਦਾ ਕਿ ਆਪਾਂ ਨੇ ਇਹੋ ਜਿਹੀ ਸੰਸਥਾ ਬਣਾਉਣੀ ਹੈ। ਫਿਰ ਸਾਰੇ ਇਕੱਠੇ ਹੁੰਦੇ ਆ ਉਹ, ਠੀਕ ਹੈ ਨਾ। ਉਹਦੀ ਗੱਲ ਸਾਰਿਆਂ ਨੂੰ ਸਹੀ ਲੱਗਦੀ ਹੈ ਤਾਂ ਸਾਰੇ ਫਿਰ ਕੀ ਹੈ, ਸਾਰੇ ਇਕੱਠੇ ਹੁੰਦੇ ਆ ਬਈ। ਇਕੱਠੇ ਕਿੱਥੇ ਹੁੰਦੇ ਆ? ਸੈਨ ਫਰਾਂਸਿਸਕੋ ਦੇ ਵਿੱਚ, ਅਮਰੀਕਾ ਦੇ ਵਿੱਚ ਇੱਕ ਜਗ੍ਹਾ ਹੈ ਸੈਨ ਫਰਾਂਸਿਸਕੋ, ਉੱਥੇ ਉਹ ਇਕੱਠੇ ਹੋ ਕੇ 50 ਦੇਸ਼, ਠੀਕ ਹੈ ਨਾ, ਕਿੰਨੇ ਦੇਸ਼? 50 ਦੇਸ਼ ਇਕੱਠੇ ਹੋ ਕੇ ਮੀਟਿੰਗ ਕਰਦੇ ਆ। ਉਹ ਮੀਟਿੰਗ ਦੀ ਡੇਟ ਹੈ 25 ਅਪ੍ਰੈਲ, ਠੀਕ ਹੈ, 1945। 25 ਅਪ੍ਰੈਲ 1945 ਨੂੰ ਉਹ ਸਾਰੇ ਇਕੱਠੇ ਹੁੰਦੇ ਆ ਉੱਥੇ, ਠੀਕ ਹੈ, ਮੀਟਿੰਗ ਕਰਦੇ ਆ। ਤੇ ਫਿਰ ਉਹ ਉੱਥੇ ਇਹ ਫੈਸਲਾ ਹੁੰਦਾ ਹੈ ਕਿ ਆਪਾਂ ਨੇ ਇਹ ਜਿਹੜੀ ਸੰਸਥਾ ਹੈ, ਇਹੋ ਜਿਹੀ ਕੋਈ ਸੰਸਥਾ ਬਣਾਉਣੀ ਹੈ ਜਿਹੜੀ ਅੱਗੇ ਨੂੰ ਸ਼ਾਂਤੀ ਹੈ ਜਿਹੜੀ ਉਹ ਕਾਇਮ ਰੱਖ ਸਕੇ, ਠੀਕ ਹੈ ਨਾ। ਤਾਂ ਫਿਰ ਉਹ ਕਹਿੰਦੇ ਆ ਵੀ ਚਲੋ ਇੱਕ ਚਾਰਟਰ ਤਿਆਰ ਕਰੋ, ਇੱਕ ਡਰਾਫਟ ਤਿਆਰ ਕਰੋ ਕਿ ਸਾਡੀ ਸੰਸਥਾ ਕਿਹੋ ਜਿਹੀ ਹੋਵੇਗੀ, ਹੈ ਨਾ, ਤੇ ਉਹ ਸੰਸਥਾ ਨਾਲ ਜੁੜਨ ਵਾਲੇ ਦੇਸ਼ਾਂ ਨੂੰ ਕੀ ਕੀ ਮੰਨਣਾ ਪਵੇਗਾ, ਠੀਕ ਹੈ ਨਾ। ਉਹ ਸਾਰਾ ਕੁਝ ਤਿਆਰ ਕਰਦੇ ਆ, ਯਾਨੀ ਫਿਰ ਇੱਕ UN ਬਣਾਉਣ ਦਾ ਜਿਹੜਾ ਮਤਲਬ ਤੁਸੀਂ ਕਹਿ ਸਕਦੇ ਹੋ ਕੰਮ ਹੈ ਉਹ ਸ਼ੁਰੂ ਹੋ ਜਾਂਦਾ ਹੈ, ਠੀਕ ਹੈ ਨਾ। ਤੇ ਫਿਰ ਇੱਕ ਡਰਾਫਟ ਤਿਆਰ ਕਰਿਆ ਜਾਂਦਾ ਕਿ ਇੱਕ ਚਾਰਟਰ ਤਿਆਰ ਕਰਿਆ ਜਾਂਦਾ ਹੈ ਨਾ, ਉਹਨੂੰ UN ਚਾਰਟਰ ਕਿਹਾ ਜਾਂਦਾ ਹੈ। ਉਹ ਤਿਆਰ ਕਰਿਆ ਜਾਂਦਾ ਹੈ, ਠੀਕ ਹੈ। ਤੇ ਫਿਰ ਉਹ ਤਿਆਰ ਹੋ ਜਾਂਦਾ ਹੈ 25 ਜੂਨ ਨੂੰ, ਠੀਕ ਹੈ, 25 ਜੂਨ ਨੂੰ ਉਹ ਤਿਆਰ ਹੋ ਜਾਂਦਾ ਹੈ ਤੇ ਸਾਰਿਆਂ ਨੂੰ ਦਿਖਾਇਆ ਜਾਂਦਾ ਹੈ ਕਿ ਦੇਖੋ ਬਈ, ਜਿੰਨੇ ਵੀ 50 ਦੇਸ਼ ਸੀ, ਹੈ ਨਾ, ਇਹਨਾਂ ਸਾਰਿਆਂ ਨੂੰ ਦਿਖਾਇਆ ਜਾਂਦਾ ਹੈ ਕਿ ਦੇਖੋ ਬਈ ਸਾਡੀ ਜਿਹੜੀ ਸੰਸਥਾ ਉਹ ਇਹੋ ਜਿਹੀ ਹੋਵੇਗੀ ਤੇ ਤੁਹਾਨੂੰ ਇਹ ਰੂਲ ਹੈ ਜਿਹੜੇ, ਇਹ ਨਿਯਮ ਹੈ, ਇਹ ਤੁਹਾਨੂੰ ਫੋਲੋ ਕਰਨੇ ਪੈਣਗੇ ਜੇ ਤੁਸੀਂ ਸਾਡੀ ਸੰਸਥਾ ਨਾਲ ਜੁੜਦੇ ਹੋ। ਤਾਂ ਫਿਰ ਸਾਰੇ ਦੇਸ਼ ਹੈ ਜਿਹੜੇ ਉਹ ਐਗਰੀ ਕਰਦੇ ਆ। 50 ਦੇਸ਼ ਸੀਗੇ, ਇਹ ਐਗਰੀ ਕਰਦੇ ਆ। ਬਾਅਦ ਚ ਇੱਕ ਦੇਸ਼ ਹੋਰ ਆ ਜਾਂਦਾ ਇਹਨਾਂ ਦੇ ਨਾਲ, ਟੋਟਲ 51 ਦੇਸ਼ ਹੋ ਜਾਂਦੇ ਆ। ਪੋਲੈਂਡ ਵੀ ਆ ਗਿਆ ਸੀ, ਹੈ ਨਾ, ਪੋਲੈਂਡ ਜਿਹਦੇ ਤੋਂ ਵਰਲਡ ਵਾਰ 2 ਦੀ ਜਿਹੜੀ ਸ਼ੁਰੂਆਤ ਹੋਈ ਸੀ, ਜਰਮਨੀ ਨੇ ਸਭ ਤੋਂ ਪਹਿਲਾਂ ਪੋਲੈਂਡ ਦੀ ਅਟੈਕ ਕਰਿਆ ਸੀ, ਹੈ ਨਾ। ਤਾਂ 51 ਦੇਸ਼ ਹੈ, ਫਿਰ ਇਹ ਮਿਲ ਕੇ ਸਾਰੇ ਸਾਈਨ ਕਰ ਦਿੰਦੇ ਆ ਉਸ ਚਾਰਟਰ ਨੂੰ 24 ਅਕਤੂਬਰ ਨੂੰ, 24 ਅਕਤੂਬਰ 1945 ਨੂੰ, ਯਾਨੀ ਕਿ ਫਿਰ 24 ਅਕਤੂਬਰ 1945 ਤੋਂ ਜਿਹੜਾ UN ਹੈ ਉਹ ਫੰਕਸ਼ਨਿੰਗ ਕਰਨੀ ਸ਼ੁਰੂ ਕਰ ਦਿੰਦਾ ਹੈ। ਜਾਂ ਫਿਰ ਜੇ ਤੁਹਾਨੂੰ ਕੁਐਸਚਨ ਡਾਇਰੈਕਟਲੀ ਆ ਜਾਏ ਕਿ UN ਕਦੋਂ ਬਣਿਆ, ਤਾਂ ਤੁਸੀਂ ਕਹਿ ਸਕਦੇ ਹੋ ਕਿ 24 ਅਕਤੂਬਰ 1945 ਨੂੰ ਹੈ ਜਿਹੜਾ ਉਹ ਬਣਿਆ, ਠੀਕ ਹੈ ਨਾ। ਤਾਂ ਇਹ ਇੱਕ ਸੰਸਥਾ ਹੈ ਜਿਹੜੀ ਉਹ ਬਣ ਕੇ ਤਿਆਰ ਹੋਗੀ। ਹੁਣ ਇਹ ਸੰਸਥਾ ਇੱਕ ਪੂਰੀ ਦੇਸ਼ਾਂ ਨੇ, ਮਤਲਬ ਉਸ ਟਾਈਮ 51 ਦੇਸ਼ ਸੀ, ਉਹਨਾਂ ਨੇ ਮਿਲ ਕੇ ਸੰਸਥਾ ਬਣਾਈ ਹੈ। ਬਾਅਦ ਦੇ ਵਿੱਚ ਕੀ ਹੈ, ਸਾਰੇ ਦੇਸ਼ ਮਤਲਬ ਉਹਦੀ ਫੰਕਸ਼ਨਿੰਗ ਦੇਖਦੇ ਆ ਤੇ ਉਹ ਕੰਮ ਵਧੀਆ ਕਰਦੀ ਹੈ, ਤਾਂ ਹੌਲੀ ਹੌਲੀ ਕਰਕੇ ਬਾਕੀ ਦੁਨੀਆ ਦੇ ਦੇਸ਼ ਆ ਜਿਹੜੇ ਉਹ ਵੀ ਇਸ ਦੇ ਨਾਲ, ਸੰਸਥਾ ਦੇ ਨਾਲ ਜੁੜਨੇ ਸ਼ੁਰੂ ਹੋ ਜਾਂਦੇ ਆ। ਜੇ ਆਪਾਂ ਐਟ ਪ੍ਰੈਜ਼ੈਂਟ ਗੱਲ ਕਰੀਏ, ਐਟ ਪ੍ਰੈਜ਼ੈਂਟ ਦੁਨੀਆ ਦੇ 193 ਦੇਸ਼ ਹੈ ਜਿਹੜੇ ਉਹ ਇਹਦੇ ਮੈਂਬਰ ਬਣੇ ਹੋਏ ਆ, ਤੇ 2 ਦੇਸ਼ ਹੈ ਜਿਹੜੇ ਉਹ ਓਬਜ਼ਰਵਡ ਨੇਸ਼ਨ ਦੀ ਕੈਟਾਗਰੀ ਦੇ ਵਿੱਚ ਆਉਂਦੇ ਆ, ਯਾਨੀ ਕਿ ਉਹ ਪੂਰੀ ਤਰ੍ਹਾਂ ਹਲੇ ਫੁੱਲ ਮੈਂਬਰ ਨਹੀਂ ਹੈਗੇ। ਤਾਂ ਫੁੱਲ ਮੈਂਬਰ ਕਿੰਨੇ ਨੇ? 193 ਨੇ। ਦੁਨੀਆ ਦਾ ਲਗਭਗ ਹਰ ਇੱਕ ਦੇਸ਼ ਹੈ ਜਿਹੜਾ ਉਹ ਇਹਦੇ ਨਾਲ ਜੁੜਿਆ ਹੋਇਆ ਹੈ ਨਾ। ਤਾਂ ਉਸ ਤੋਂ ਬਾਅਦ ਇਹ ਮਤਲਬ ਜਿਹੜਾ ਇਹਦਾ ਮੇਨ ਏਮ ਸੀ, ਹੈ ਨਾ, ਕਿ ਵਰਲਡ ਵਾਰ ਨਾ ਹੋਵੇ, ਤੀਜੀ ਵਰਲਡ ਵਾਰ ਨਾ ਹੋਵੇ, ਉਹਦੇ 'ਚ ਇਹ ਕਾਮਯਾਬ ਰਹੀ ਹੈ, ਠੀਕ ਹੈ ਨਾ। ਤੇ ਇਸ ਤੋਂ ਇਲਾਵਾ ਫਿਰ ਕੀ ਹੈ, ਜਦੋਂ ਇਹ 24 ਅਕਤੂਬਰ ਨੂੰ ਬਣ ਗਈ ਸੰਸਥਾ, ਹੈ ਨਾ, ਉਸ ਤੋਂ ਬਾਅਦ ਫਿਰ ਇਹਨਾਂ ਨੇ ਕੰਮ ਵੀ ਕਰਨੇ ਸੀ ਬਈ। ਹੁਣ ਇਹ ਐਡੀ ਵੱਡੀ ਸੰਸਥਾ ਇਹਨਾਂ ਨੇ ਬਣਾ ਲਈ, ਹੈ ਨਾ, ਕੰਮ ਵੀ ਕਰਨੇ ਆ, ਠੀਕ ਹੈ, ਹੈੱਡਕੁਆਟਰ ਵੀ ਚਾਹੀਦਾ, ਇਹਨੂੰ ਬਿਲਡਿੰਗ ਵੀ ਚਾਹੀਦੀ ਹੈ, ਕਿਤੇ ਨਾ ਕਿਤੇ ਬੈਠ ਕੇ ਤਾਂ ਕਰਨਗੇ ਸਾਰੇ ਕੰਮ, ਹੈ ਨਾ। ਤਾਂ ਫਿਰ ਇਹਨਾਂ ਨੇ ਨਿਊਯਾਰਕ ਦੇ ਵਿੱਚ ਆਪਣਾ ਹੈੱਡਕੁਆਟਰ ਬਣਾਇਆ ਬਈ, ਠੀਕ ਹੈ। ਨਿਊਯਾਰਕ ਦੇ ਵਿੱਚ ਕੀ ਹੈ, ਇਹ ਆਪਣਾ ਹੈੱਡਕੁਆਟਰ ਬਣਾਉਂਦੇ ਆ, ਇੱਕ ਫਲੈਗ ਬਣਾਉਂਦੇ ਆ ਆਪਣਾ, ਠੀਕ ਹੈ ਨਾ। ਫਲੈਗ ਕਿਹੋ ਜਿਹਾ ਇਹਨਾਂ ਦਾ? ਫਲੈਗ ਬਸ ਇਹ ਜਿਹੜਾ ਇਦਾਂ ਸਮਝ ਲਓ ਤੁਸੀਂ, ਹੈ ਨਾ, ਇਹੋ ਜਿਹਾ ਇੱਕ ਫਲੈਗ ਇਹਨਾਂ ਨੇ ਰੱਖਿਆ। ਬੈਕਗਰਾਉਂਡ ਜਿਹੜਾ ਉਹਦਾ ਬਲੂ ਕਲਰ ਦਾ ਹੈ, ਤੇ ਇਹ ਜਿਹੜਾ ਤੁਸੀਂ ਦੇਖ ਰਹੇ ਹੋ ਬਲੂ ਕਲਰ ਦਾ ਮੈਪ ਤੇ 2 ਜਿਹੜੀ ਟਾਹਣੀਆਂ ਦੇਖ ਰਹੇ ਹੋ, ਇਹ ਵਾਈਟ ਕਲਰ ਦੀਆਂ ਨੇ, ਠੀਕ ਹੈ ਨਾ। ਅੱਗੇ ਮੈਂ ਤੁਹਾਨੂੰ ਸਲਾਈਡ 'ਚ ਦਿਖਾ ਦੂੰ ਕਿਹੋ ਜਿਹਾ ਇਹਨਾਂ ਦਾ ਫਲੈਗ ਹੈ। ਤਾਂ ਇਹ ਫਲੈਗ ਵੀ ਹੈ ਜਿਹੜਾ ਇਹ ਅਡਾਪਟ ਕਰਦੇ ਆ ਆਪਣਾ 1946 ਦੇ ਵਿੱਚ, ਹੈ ਨਾ। 1946 ਦੇ ਵਿੱਚ ਇਹਨਾਂ ਨੇ ਆਪਣਾ ਇਹ ਜਿਹੜਾ ਫਲੈਗ ਹੈ ਬਣਾਇਆ। ਬਾਕੀ ਇਹਦੇ ਟਾਹਲੀਆਂ ਤੇ ਕੁਐਸਚਨ ਆ ਜਾਂਦਾ ਕਿ ਇਹ ਟਾਹਲੀਆਂ ਕਿਹੜੇ ਰੁੱਖ ਦੀਆਂ ਨੇ? ਤਾਂ ਇਹ ਓਲੀਵ, ਠੀਕ ਹੈ ਨਾ, ਜੈਤੂਨ ਦਾ ਜਿਹੜਾ ਪੇੜ ਹੁੰਦਾ ਉਹਦੀ ਟਾਹਲੀਆਂ ਨੇ। ਤੇ ਵਿੱਚ ਕੀ ਹੈ, ਇਹਦਾ ਵਰਲਡ ਮੈਪ ਹੈ ਪੂਰੀ ਦੁਨੀਆ ਦਾ, ਹੈ ਨਾ। ਤਾਂ ਇਹ ਬਾਕੀ ਕਲਰ ਕਿਹੜਾ ਹੈ? ਸਾਰਾ ਕਲਰ ਵਾਈਟ ਹੈ, ਤੇ ਇਹ ਬੈਕਗਰਾਉਂਡ ਹੈ ਜਿਹੜਾ ਉਹ ਬਲੂ ਹੈ, ਠੀਕ ਹੈ। ਤੇ ਵਾਈਟ ਕਲਰ ਤੁਹਾਨੂੰ ਪਤਾ ਹੀ ਹੈ ਸ਼ਾਂਤੀ ਦਾ ਪ੍ਰਤੀਕ ਹੁੰਦਾ ਹੈ। ਤਾਂ ਇਹਦਾ ਮੇਨ ਏਮ ਵੀ ਕੀ ਹੈ, UN ਦਾ ਸ਼ਾਂਤੀ ਬਣਾਈ ਰੱਖਣਾ ਹੈ ਪੂਰੀ ਦੁਨੀਆ ਦੇ ਵਿੱਚ, ਠੀਕ ਹੈ। ਤਾਂ ਉਸ ਤੋਂ ਬਾਅਦ ਫਿਰ ਕੀ ਹੈ, ਹੈੱਡਕੁਆਟਰ ਇਹਨਾਂ ਦਾ ਹੋ ਗਿਆ, ਠੀਕ ਹੈ ਜੀ, ਤੇ ਫਲੈਗ ਇਹਨਾਂ ਕੋਲ ਹੋ ਗਿਆ, ਸਾਰਾ ਕੁਝ ਇਹਨਾਂ ਕੋਲ ਹੋ ਗਿਆ। ਹੁਣ ਕੀ ਹੈ, ਹੁਣ ਇਹਨਾਂ ਨੇ ਫੰਕਸ਼ਨਿੰਗ ਹੈ ਜਿਹੜੀ ਉਹ ਕਰਨੀ ਸ਼ੁਰੂ ਕਰਨੀ ਸੀ, ਹੈ ਨਾ, ਕੰਮ। ਇਸ ਤੋਂ ਇਲਾਵਾ ਇੱਕ ਇਹਨਾਂ ਨੂੰ ਹੋਰ ਪ੍ਰੋਬਲਮ ਫੇਸ ਕਰਨੀ ਪਈ। ਪ੍ਰੋਬਲਮ ਕੀ ਹੈ, ਬਸ ਇਹਨਾਂ ਨੂੰ ਥੋੜਾ ਜਿਹਾ ਸੋਚਣਾ ਪਿਆ, ਕਿਉਂਕਿ ਦੇਖੋ ਪੂਰੀ ਦੁਨੀਆ ਦੇ ਦੇਸ਼ ਹੁਣ ਸ਼ਾਮਿਲ ਹੋਣੇ ਆ ਇਹਦੇ 'ਚ, ਹੈ ਨਾ। ਲੈਂਗੁਏਜ ਪੂਰੀ ਦੁਨੀਆ ਦੇ ਵਿੱਚ ਹਜ਼ਾਰੋਂ ਲੈਂਗੁਏਜ ਹੈ ਜਿਹੜੀ ਉਹ ਬੋਲੀ ਜਾਂਦੀ ਹੈ। ਫਿਰ ਇਹਨਾਂ ਨੂੰ ਆਪਣੀ ਓਫੀਸ਼ੀਅਲ ਲੈਂਗੁਏਜ ਵੀ ਚੁਣਨੀ ਸੀ। ਤਾਂ ਇਹਨਾਂ ਨੇ ਜਦੋਂ UN ਸ਼ੁਰੂ ਹੋਇਆ ਉਸ ਟਾਈਮ ਦਾ ਇਹਨਾਂ ਨੇ 5 ਲੈਂਗੁਏਜ ਸੀਗੀ ਜਿਹੜੀ ਉਹ ਆਪਣੀ ਓਫੀਸ਼ੀਅਲ ਲੈਂਗੁਏਜ ਬਣਾਈ, ਤੇ ਬਾਅਦ ਦੇ ਵਿੱਚ ਇੱਕ ਲੈਂਗੁਏਜ ਨੂੰ ਹੋਰ ਇਹਨਾਂ ਨੇ ਜੋੜ ਲਿਆ। ਟੋਟਲ ਹੁਣ ਇਹਨਾਂ ਕੋਲ 6 ਓਫੀਸ਼ੀਅਲ ਲੈਂਗੁਏਜ ਨੇ, ਹੈ ਨਾ। 6 ਓਫੀਸ਼ੀਅਲ ਲੈਂਗੁਏਜ ਨੇ, ਕਿਹੜੀਆਂ? ਇੱਕ ਤਾਂ ਇੰਗਲਿਸ਼ ਹੋ ਗਈ ਬਈ, ਇੱਕ ਫ੍ਰੈਂਚ ਹੋ ਗਈ, ਸਪੈਨਿਸ਼ ਹੋ ਗਈ, ਚਾਈਨੀਜ਼ ਹੋ ਗਈ, ਰਸ਼ੀਅਨ ਹੋ ਗਈ, ਤੇ ਅਰਬਿਕ ਹੋ ਗਈ, ਅਰਬੀ ਭਾਸ਼ਾ ਹੋ ਗਈ, ਹੈ ਨਾ। ਤੇ ਅਰਬੀ ਭਾਸ਼ਾ ਇਹ ਜਿਹੜੀ ਉਹ ਸਭ ਤੋਂ ਬਾਅਦ 'ਚ ਜੋੜੀ ਗਈ ਸੀ, ਠੀਕ ਹੈ। ਅੱਗੇ ਦੀ ਸਲਾਈਡਾਂ 'ਚ ਪੜਾਂਗੇ ਇਹ ਵੀ ਸਾਰਾ ਕੁਝ, ਠੀਕ ਹੈ। ਤਾਂ ਲੈਂਗੁਏਜ ਵਾਲੀ ਪ੍ਰੋਬਲਮ ਵੀ ਇਹਨਾਂ ਦੀ ਸੋਲਵ ਹੋ ਗਈ।
ਤੇ ਜਿਹੜੇ ਆਫੀਸ਼ੀਅਲ ਡਾਕੂਮੈਂਟ ਨੇ ਇਹਨਾਂ ਦੇ ਹਨਾ, ਦੇਖੋ ਇਹ ਤਾਂ ਆਫੀਸ਼ੀਅਲ ਲੈਂਗੁਏਜ ਨੇ, ਬਾਕੀ ਜਿਹੜਾ ਕੰਮ ਹੁੰਦਾ ਉਹ ਸਿਰਫ ਦੋ ਭਾਸ਼ਾ ਦੇ ਵਿੱਚ ਹੁੰਦਾ, ਉਹ ਕਿਹੜੀਆਂ ਨੇ, ਇੰਗਲਿਸ਼ ਤੇ ਫ੍ਰੈਂਚ। ਠੀਕ ਹੈ, ਇੰਗਲਿਸ਼ ਤੇ ਫ੍ਰੈਂਚ ਵਿੱਚ ਹੀ ਇਹਨਾਂ ਦਾ ਕੀ ਹੈ, ਸਾਰਾ ਕੰਮ ਹੁੰਦਾ। ਬਾਕੀ ਇਹ ਤਾਂ ਯਾਰ ਫੈਕਟ ਨੇ, ਠੀਕ ਹੈ, ਵਾਧੂ ਫੈਕਟ ਨੇ, ਇਹ ਸਾਰੇ ਮੈਂ ਤੁਹਾਨੂੰ ਅੱਗੇ ਸਲਾਈਡਾਂ 'ਚ ਦੱਸ ਦੂੰ। ਮੇਨ ਕੰਮ ਕੀ ਹੈ, ਮੇਨ ਇਹਨਾਂ ਦੀ ਫੰਕਸ਼ਨਿੰਗ ਹੈ ਹਨਾ। ਫੰਕਸ਼ਨਿੰਗ ਕਿੱਦਾਂ ਕਰਦੇ ਆ, ਤਾਂ ਇਹਨਾਂ ਨੇ ਕੀ ਕਰਿਆ ਹੋਇਆ, ਪੂਰੀ ਦੁਨੀਆ ਦੇ ਜਿੰਨੇ ਵੀ ਕੰਮ ਨੇ ਜਾਂ ਜੋ ਵੀ ਕੰਮ ਇਹਨਾਂ ਨੇ ਕਰਨੇ ਆ ਆਪਣੇ ਏਮ ਨੂੰ ਪੂਰਾ ਕਰਨ ਦੇ ਲਈ, ਤਾਂ ਉਹ ਕੰਮ ਇਹਨਾਂ ਨੇ ਵੰਡੇ ਹੋਏ ਆ। ਵੰਡੇ ਹੋਏ ਕਿੱਦਾਂ, ਯੂਐਨ ਦੇ ਵਿੱਚ ਇਹਨਾਂ ਨੇ 6 ਆਪਣੇ ਆਰਗਨ ਬਣਾਏ ਹੋਏ ਆ, 6 ਪ੍ਰਮੁੱਖ ਅੰਗ ਇਹਨਾਂ ਨੇ ਬਣਾਏ ਹੋਏ ਆ। ਇਹ ਡਾਇਰੈਕਟਲੀ ਕੁਐਸਚਨ ਆ ਜਾਂਦਾ ਕਿ ਯੂਐਨ ਦੇ ਕਿੰਨੇ ਪ੍ਰਮੁੱਖ ਅੰਗ ਨੇ, ਤਾਂ ਟੋਟਲ 6 ਨੇ। ਠੀਕ ਹੈ, ਕਿਹੜੇ ਕਿਹੜੇ ਆ ਉਹ ਮੈਂ ਤੁਹਾਨੂੰ ਦੱਸ ਦੂੰ। ਸਭ ਤੋਂ ਪਹਿਲਾਂ ਹੈ ਬਈ ਇਹਨਾਂ ਦੀ ਜਨਰਲ ਅਸੈਂਬਲੀ। ਠੀਕ ਹੈ ਨਾ, ਜਨਰਲ ਅਸੈਂਬਲੀ, ਇਹਨੂੰ ਪੰਜਾਬੀ ਦੇ ਵਿੱਚ ਆਪਾਂ ਮਹਾਸਭਾ ਵੀ ਕਹਿ ਸਕਦੇ ਹਾਂ। ਠੀਕ ਹੈ ਨਾ, ਤੇ ਮਹਾਸਭਾ ਤੇ ਆਮ ਸਭਾ ਵੀ ਇਹਨੂੰ ਆਪਾਂ ਕਹਿ ਸਕਦੇ ਹਾਂ। ਠੀਕ ਹੈ ਜੀ। ਦੂਜੀ ਹੈ ਸਿਕਿਉਰਿਟੀ ਕਾਉਂਸਲ। ਸਭ ਤੋਂ ਇੰਪੋਰਟੈਂਟ ਜਿਹੜੀ ਚੀਜ਼ ਹੈ, ਸਭ ਤੋਂ ਇੰਪੋਰਟੈਂਟ ਜਿਹੜਾ ਅੰਗ ਹੈ ਯੂਐਨ ਦੇ ਵਿੱਚ, ਉਹ ਹੈ ਸਿਕਿਉਰਿਟੀ ਕਾਉਂਸਲ। ਇਹਨੂੰ ਆਪਾਂ ਸੁਰੱਖਿਆ ਪਰਿਸ਼ਦ ਕਹਾਂਗੇ ਹਿੰਦੀ ਪੰਜਾਬੀ ਦੇ ਵਿੱਚ। ਠੀਕ ਹੈ ਜੀ। ਤੀਜੀ ਹੈ ਇਕਨੋਮਿਕ ਐਂਡ ਸੋਸ਼ਲ ਕਾਉਂਸਲ। ਠੀਕ ਹੈ ਜੀ, ਆਰਥਿਕ ਤੇ ਸਮਾਜਿਕ ਪਰਿਸ਼ਦ। ਠੀਕ ਹੈ, ਆਰਥਿਕ ਤੇ ਸਮਾਜਿਕ ਪਰਿਸ਼ਦ। ਚੌਥੀ ਹੈ ਸੈਕਟਰੀਏਟ। ਠੀਕ ਹੈ, ਸਚਿਵਾਲय ਇਹਨੂੰ ਆਪਾਂ ਪੰਜਾਬੀ ਚ ਕਹਾਂਗੇ ਸਚਿਵਾਲय, ਜਾਂ ਪੰਜਾਬੀ ਚ ਸਕੱਤਰ ਕਹਿੰਦੇ ਆ ਇਹਨੂੰ, ਤੇ ਹਿੰਦੀ ਚ ਸਚਿਵਾਲय ਕਹਿੰਦੇ ਆ। ਇਸ ਤੋਂ ਇਲਾਵਾ ਇੰਟਰਨੈਸ਼ਨਲ, ਪੰਜਵੀਂ ਹੈ ਇੰਟਰਨੈਸ਼ਨਲ ਕੋਰਟ ਆਫ ਜਸਟਿਸ, ਇਹਦੇ ਬਾਰੇ ਵੀ ਪੜਾਂਗੇ। ਤੇ ਛੇਵੀਂ ਹੈ ਇੱਕ ਟਰਸਟੀਸ਼ਿਪ ਕਾਉਂਸਲ। ਠੀਕ ਹੈ ਨਾ, ਇਹਦੇ ਬਾਰੇ ਵੀ ਆਪਾਂ ਅੱਗੇ ਪੜਾਂਗੇ। ਠੀਕ ਹੈ ਨਾ, ਤਾਂ ਇਹ ਮੇਨਲੀ 6 ਨੇ, ਮੇਨਲੀ ਕੀ ਬਸ ਟੋਟਲ 6 ਹੀ ਨੇ ਬਈ। ਇਹ ਕਿੱਦਾਂ ਫੰਕਸ਼ਨ ਕਰਦੀਆਂ, ਕਿਹਦੇ ਕੋਲ ਕੀ ਰਿਸਪੌਂਸਿਬਿਲਿਟੀ ਹੈ, ਉਹ ਸਾਰਾ ਕੁਝ ਹੁਣ ਆਪਾਂ ਦੇਖਾਂਗੇ। ਜੇ ਆਪਾਂ ਸਭ ਤੋਂ ਪਹਿਲੀ ਗੱਲ ਕਰ ਲਈਏ ਜਨਰਲ ਅਸੈਂਬਲੀ ਦੀ, ਹਨਾ, ਸਭ ਤੋਂ ਪਹਿਲਾਂ ਆਪਾਂ ਗੱਲ ਕਰ ਲਈਏ ਜਨਰਲ ਅਸੈਂਬਲੀ ਦੀ, ਤਾਂ ਇਹਦਾ ਕੰਮ ਕੀ ਹੈ ਬਈ ਜਨਰਲ ਅਸੈਂਬਲੀ ਦਾ। ਦੇਖੋ ਟੋਟਲ ਕਿੰਨੇ ਦੇਸ਼ ਹੈ ਜਿਹੜੇ ਯੂਐਨ ਦੇ ਨਾਲ ਜੁੜੇ ਹੋਏ ਨੇ, 193 ਦੇਸ਼ ਨੇ ਜੁੜੇ ਹੋਏ। ਠੀਕ ਹੈ, ਤਾਂ ਉਹਨਾਂ 193 ਦੇਸ਼ਾਂ ਦੇ ਰਿਪਰੈਜ਼ੈਂਟੇਟਿਵ ਜਿਹੜੇ ਹੁੰਦੇ ਆ ਹਨਾ, ਰਾਜਦੂਤ ਜਿਹੜੇ ਹੁੰਦੇ ਆ, ਮਤਲਬ ਹਰ ਇੱਕ ਦੇਸ਼ ਨੇ ਆਪਣਾ ਇੱਕ ਬੰਦਾ ਹੈ ਜਿਹੜਾ ਉਹ ਯੂਐਨ ਦੇ ਵਿੱਚ ਰਾਜਦੂਤ ਬਣਾ ਕੇ ਭੇਜਿਆ ਹੋਇਆ, ਰਿਪਰੈਜ਼ੈਂਟੇਟਿਵ ਜਿਹੜਾ ਉਸ ਦੇਸ਼ ਨੂੰ ਰਿਪਰੈਜ਼ੈਂਟ ਕਰਦਾ ਹੈ ਹਨਾ। ਜਿਵੇਂ ਇੰਡੀਆ ਦੇ ਉਹ ਨੇ ਆਪਣੇ TS ਤ੍ਰਿਮੂਰਤੀ, ਸੌਰੀ ਹੈ ਨਾ, ਕਾਫੀ ਟਾਈਮ ਬਾਅਦ ਨਾਮ ਯਾਦ ਆਇਆ ਇਹਨਾਂ ਦਾ, TS ਤ੍ਰਿਮੂਰਤੀ। ਠੀਕ ਹੈ, ਤਾਂ ਇਹ ਕੌਣ ਨੇ, ਇਹ ਇੰਡੀਆ ਦੇ ਰਿਪਰੈਜ਼ੈਂਟੇਟਿਵ ਨੇ। ਤੇ ਇਦਾਂ ਕਰਕੇ ਪੂਰੀ ਦੁਨੀਆ ਨੇ ਆਪਣੇ ਜਿਹੜੇ ਇੱਥੇ ਭੇਜੇ ਹੋਏ ਆ। ਤੇ ਜਨਰਲ ਅਸੈਂਬਲੀ ਦੇ ਵਿੱਚ ਕੀ ਆ, ਇੱਕ ਮਤਲਬ ਤੁਸੀਂ ਇਹ ਸਮਝੋ ਇੱਕ ਬਹੁਤ ਵੱਡਾ ਹਾਲ ਹੋ ਗਿਆ ਹੈ। ਠੀਕ ਹੈ, ਸਾਰੇ ਦੇ ਸਾਰੇ ਮੈਂਬਰ ਨੇ ਜਿਹੜੇ ਉਹ ਇੱਥੇ ਬੈਠਦੇ ਆ, ਜਿਵੇਂ ਆਪਣੀ ਪਾਰਲੀਮੈਂਟ ਹੈ ਯਾਰ ਹਨਾ, ਲੋਕ ਸਭਾ ਤੇ ਰਾਜ ਸਭਾ ਦੇ ਵਿੱਚ ਬੈਠਦੇ ਆ, ਜਿੱਦਾਂ ਸੇਮ ਉਹੀ ਚੀਜ਼ ਹੈ। ਤੇ ਇਸ ਕਰਕੇ ਜਨਰਲ ਅਸੈਂਬਲੀ ਹੈ ਜਿਹੜੀ, ਇਹਨੂੰ ਵਰਲਡ ਦੀ ਪਾਰਲੀਮੈਂਟ ਵੀ ਕਹਿ ਦਿੰਦੇ ਆ। ਠੀਕ ਹੈ ਨਾ, ਵਰਲਡ ਦੀ ਪਾਰਲੀਮੈਂਟ ਵੀ ਇਹਨੂੰ ਕਹਿ ਦਿੰਦੇ ਆ ਆਪਾਂ। ਠੀਕ ਹੈ, ਇਹ ਪੁਆਇੰਟ ਵੀ ਯਾਦ ਰੱਖਣਾ, ਜਨਰਲ ਅਸੈਂਬਲੀ ਨੂੰ ਵਰਲਡ ਦੀ ਪਾਰਲੀਮੈਂਟ ਵੀ ਕਿਹਾ ਜਾਂਦਾ। ਤੇ ਇਹ 193 ਜਿਹੜੇ ਮੈਂਬਰ ਨੇ ਇੱਥੇ ਬੈਠਦੇ ਨੇ। ਠੀਕ ਹੈ ਜੀ, ਤੇ ਇੱਕ ਇਹਨਾਂ 193 ਚੋਂ ਹੀ ਇੱਕ ਨੂੰ ਕੀ ਬਣਾਇਆ ਜਾਂਦਾ, ਜਨਰਲ ਅਸੈਂਬਲੀ ਦਾ ਪ੍ਰੈਜ਼ੀਡੈਂਟ ਚੁਣਿਆ ਜਾਂਦਾ। ਇਹਨਾਂ 193 ਦੇ ਵਿੱਚੋਂ ਹੀ ਕਿਸੇ ਨੂੰ, ਇੱਕ ਬੰਦੇ ਨੂੰ ਕੀ ਹੈ, ਜਨਰਲ ਅਸੈਂਬਲੀ ਦਾ ਪ੍ਰੈਜ਼ੀਡੈਂਟ ਹੈ ਜਿਹੜਾ ਉਹ ਚੁਣ ਲਿਆ ਜਾਂਦਾ ਹੈ। ਠੀਕ ਹੈ, ਇਹ ਯਾਦ ਰੱਖਣਾ ਆਪਾਂ ਨੇ। ਤੇ ਇਹ ਕੰਮ ਕੀ ਕਰਦੇ ਆ ਫਿਰ ਜਨਰਲ ਅਸੈਂਬਲੀ ਵਾਲੇ, ਤੇ ਜਿੰਨੀ ਵੀ ਮਤਲਬ ਹੋਰ ਸੰਸਥਾ ਨੇ, ਹੋਰ ਆਰਗਨ ਨੇ ਉਹਨਾਂ ਦੇ ਹਨਾ, ਉਹਨਾਂ ਦੇ ਮੈਂਬਰ ਚੁਣਨਾ, ਵੋਟਿੰਗ ਕਰਾਣੀ, ਉਹ ਸਾਰਾ ਕੰਮ ਇਹ ਕਰਦੇ ਆ। ਬਜਟ ਪਾਸ ਕਰਨਾ, ਠੀਕ ਹੈ, ਉਹ ਸਾਰਾ ਕੰਮ ਕਰਦੇ ਆ। ਕਿਸੇ ਨਵੇਂ ਦੇਸ਼ ਨੂੰ ਐਂਟਰੀ ਕਰਨੀ ਹੈ ਜੇ ਹਨਾ, ਤਾਂ ਉਹਨੂੰ ਯੂਐਨ ਦਾ ਮੈਂਬਰ ਬਣਾਇਆ ਜਾਊਗਾ ਜਾਂ ਨਹੀਂ ਬਣਾਇਆ ਜਾਊਗਾ, ਉਹ ਸਾਰਾ ਕੁਝ ਇਹ ਡਿਸਾਈਡ ਕਰਦੇ ਆ। ਵੋਟਿੰਗ ਹੁੰਦੇ ਆ ਇੱਥੇ। ਠੀਕ ਹੈ ਨਾ, ਕਿਉਂਕਿ ਪੂਰੀ ਦੁਨੀਆ ਦੇ ਮੈਂਬਰ ਬੈਠੇ ਨੇ ਇੱਥੇ 193 ਨੇ। ਠੀਕ ਹੈ, ਤਾਂ ਉਹ ਫਿਰ ਕੀ ਹੈ, ਵੋਟਿੰਗ ਕਰਦੇ ਆ। ਮੰਨ ਲਓ ਜੇ ਕੋਈ ਕਿਸੇ ਕੰਟਰੀ ਨੂੰ ਨਵਾਂ ਯੂਐਨ ਦਾ ਮੈਂਬਰ ਬਣਨਾ ਹੈ ਹਨਾ, ਤਾਂ ਫਿਰ ਵੋਟਿੰਗ ਹੋਊਗੀ ਕਿ ਇਹਨੂੰ ਮੈਂਬਰ ਬਣਾਇਆ ਜਾਏ ਜਾਂ ਨਹੀਂ ਬਣਾਇਆ ਜਾਏ। ਤਾਂ ਜੇ 2/3 ਤੋਂ ਪਾਸ ਹੋ ਜਾਏ ਇੱਥੇ ਉਹ, ਠੀਕ ਹੈ ਨਾ, ਜਾਂ ਕਿਸੇ ਕੰਟਰੀ ਨੂੰ 2/3 ਦਾ ਬਹੁਮਤ ਮਿਲ ਜੇ, ਤਾਂ ਫਿਰ ਕੀ ਹੈ, ਉਹ ਯੂਐਨ ਦਾ ਮੈਂਬਰ ਬਣ ਜਾਂਦੀ ਹੈ, ਜਾਂ ਇੱਕ ਅਲੱਗ ਕੰਟਰੀ ਹੈ ਜਿਹੜੀ ਉਹ ਬਣ ਜਾਂਦੀ ਹੈ। ਠੀਕ ਹੈ, ਤਾਂ ਇਦਾਂ ਕਰਕੇ ਇੱਥੇ ਵੋਟਿੰਗ ਵਗੈਰਾ ਹੁੰਦੀ ਹੈ, ਬਜਟ ਵਗੈਰਾ ਪਾਸ ਹੁੰਦੇ ਆ। ਬਾਕੀ ਆਪਾਂ ਅੱਗੇ ਦੇਖਾਂਗੇ ਇਹਦੇ ਬਾਰੇ ਵੀ। ਠੀਕ ਹੈ ਨਾ, ਮੇਨ ਕੰਮ ਇਹੀ ਸੀਗਾ ਇਹਦਾ, ਜਨਰਲ ਅਸੈਂਬਲੀ ਦਾ। ਠੀਕ ਹੈ, ਜਨਰਲ ਅਸੈਂਬਲੀ ਤੋਂ ਬਾਅਦ ਸਭ ਤੋਂ ਜਿਹੜਾ ਮੇਨ ਆਰਗਨ ਹੈ ਇਹਨਾਂ ਦਾ, ਠੀਕ ਹੈ ਜੀ, ਯੂਐਨ ਦਾ, ਜਿੱਥੇ ਸਭ ਤੋਂ ਜ਼ਿਆਦਾ ਧਾਂਦਲੇਬਾਜ਼ੀ ਹੁੰਦੀ ਹੈ, ਉਹ ਹੈ ਇਹਨਾਂ ਦਾ ਸਿਕਿਉਰਿਟੀ ਕਾਉਂਸਲ। ਠੀਕ ਹੈ, ਕਿਹੜਾ ਉਹ, ਸਿਕਿਉਰਿਟੀ ਕਾਉਂਸਲ ਯਾਨੀ ਸੁਰੱਖਿਆ ਪਰਿਸ਼ਦ। ਦੇਖੋ ਇਹ ਸੰਸਥਾ ਜਦੋਂ ਬਣਾਈ ਗਈ, ਇਹ ਸੰਸਥਾ ਕੀ ਕਹਿ ਕੇ ਬਣਾਈ ਗਈ ਹੈ, ਇਹ ਪੂਰੀ ਦੁਨੀਆ ਦੀ ਸਾਰਿਆਂ ਦੀ ਸਾਂਝੀ ਸੰਸਥਾ ਹੈ ਨਾ, ਇੰਟਰ ਗਵਰਨਮੈਂਟਲ ਆਰਗੇਨਾਈਜੇਸ਼ਨ ਹੈ, ਸਾਰਿਆਂ ਦੀ ਸਾਂਝੀ ਹੈ। ਕਿਸੇ ਇੱਕ ਦੇਸ਼ ਦਾ ਮਤਲਬ ਕਿਸੇ ਇੱਕ ਦੇਸ਼ ਦੀ ਸੰਪਤੀ ਨਹੀਂ ਹੈਗੀ ਇਹ। ਠੀਕ ਹੈ ਨਾ, ਇਹ ਕਹਿ ਕੇ ਬਣਾਈ ਗਈ ਹੈ, ਪੂਰੀ ਦੁਨੀਆ ਦੇ ਦੇਸ਼ ਇਹਦੇ 'ਚ ਜੁੜੇ ਨੇ।
ਫਿਰ ਇਹਨਾਂ ਨੇ ਆਪੇ ਕੀ ਕਰਤਾ, ਇੱਕ ਅਲੱਗ ਤੋਂ ਅੰਗ ਬਣਾਇਆ ਇਹਦਾ ਸਿਕਿਉਰਿਟੀ ਕਾਉਂਸਲ ਦੇ ਨਾਂ ਤੋਂ। ਉਹਦੇ ਚ ਕੀ ਹੈ, ਸਿਕਿਉਰਿਟੀ ਕਾਉਂਸਲ ਦੇ ਵਿੱਚ, ਸੁਰੱਖਿਆ ਪਰਿਸ਼ਦ ਦੇ ਵਿੱਚ 15 ਮੈਂਬਰ ਹੁੰਦੇ ਨੇ, ਠੀਕ ਹੈ। ਟੋਟਲ ਕਿੰਨੇ ਮੈਂਬਰ ਨੇ ਬਈ, 15 ਮੈਂਬਰ ਨੇ। 15 ਚੋਂ ਵੀ ਇਹਨਾਂ ਨੇ ਕਹਿਤਾ ਕਿ ਕੁਝ ਮੈਂਬਰ ਹੈ ਜਿਹੜੇ ਉਹ ਪਰਮਾਨੈਂਟ ਹੋਣਗੇ, ਸਥਾਈ, ਤੇ ਕੁਝ ਮੈਂਬਰ ਹੈ ਜਿਹੜੇ ਉਹ ਟੈਂਪਰੇਰੀ ਹੋਣਗੇ। ਪਰਮਾਨੈਂਟ ਮੈਂਬਰ ਕਿੰਨੇ ਹੋਣਗੇ, 5, ਤੇ ਟੈਂਪਰੇਰੀ ਕਿੰਨੇ ਹੋਣਗੇ, 10 ਹੋਣਗੇ। ਇਹ 5 ਕੌਣ ਨੇ ਬਈ, ਇਹ 5 ਨੇ, ਦੇਖੋ ਅਮਰੀਕਾ ਤਾਂ ਸਭ ਤੋਂ ਪਹਿਲੇ ਹੋਊਗਾ ਜਿਨ੍ਹਾਂ ਨੇ ਬਣਾਇਆ ਹੈ ਨਾ, ਅਮਰੀਕਾ ਹੋ ਗਿਆ ਤੇ ਬ੍ਰਿਟੇਨ ਹੋ ਗਿਆ, ਇਹਨਾਂ ਦੋਹਾਂ ਨੇ ਮਿਲ ਕੇ ਬਣਾਇਆ ਸੀ ਇਹ, ਠੀਕ ਹੈ ਨਾ। ਫਿਰ ਜਿੱਥੇ ਜਿੱਥੇ ਬ੍ਰਿਟੇਨ ਹੋਊਗਾ ਉੱਥੇ ਉੱਥੇ ਫਰਾਂਸ ਵੀ ਪੱਕਾ ਹੋਊਗਾ, ਕਿਉਂਕਿ ਇਹ ਇਹਨਾਂ ਦਾ ਪੱਕਾ ਆੜੀ ਹੈ, ਠੀਕ ਹੈ। ਤੇ ਉਸ ਟਾਈਮ USA ਤੇ ਰਸ਼ੀਆ ਦੇ ਵਿੱਚ ਇੰਨੀ ਕੋਈ ਦੁਸ਼ਮਣੀ ਨਹੀਂ ਸੀ, ਦੋਨਾਂ ਨੇ ਮਿਲ ਕੇ ਹੀ ਵਰਲਡ ਵਾਰ ਲੜੀ ਸੀ, ਹਨਾ। ਤਾਂ ਰਸ਼ੀਆ ਵੀ ਨਾਲ ਹੀ ਹੋਊਗਾ, ਕਿਉਂਕਿ ਦੁਨੀਆ ਦੀ ਉਸ ਟਾਈਮ ਦੀ ਸਭ ਤੋਂ ਵੱਡੀ ਕੰਟਰੀ ਸੀ ਤੇ ਹੁਣ ਵੀ ਸਭ ਤੋਂ ਵੱਡੀ ਕੰਟਰੀ ਹੈ। ਇਹ 4 ਨੇ ਬਾਈ, ਠੀਕ ਹੈ ਜੀ। ਇਸ ਤੋਂ ਇਲਾਵਾ ਫਿਰ ਇੱਕ ਸੀਟ ਇੰਡੀਆ ਨੂੰ ਆਫਰ ਹੋਈ ਸੀ, ਬਟ ਸਾਡੇ ਜਿਹੜੇ ਪ੍ਰਧਾਨ ਮੰਤਰੀ ਸੀ ਜਵਾਹਰ ਲਾਲ ਨਹਿਰੂ ਜੀ, ਉਹ ਕਹਿੰਦੇ ਬਈ ਆਪਾਂ ਤਾਂ ਸ਼ਾਂਤੀ ਪ੍ਰਿਆ ਦੇਸ਼ ਹੈ, ਸਾਨੂੰ ਕੋਈ ਲੋੜ ਨਹੀਂ, ਹਿੰਦੀ ਚੀਨੀ ਭਾਈ ਭਾਈ ਨੇ, ਤੁਸੀਂ ਇਹਨਾਂ ਨੂੰ ਦੇ ਦਿਓ, ਸਾਨੂੰ ਕੋਈ ਆਪੱਤੀ ਨਹੀਂ। ਹੁਣ ਸਭ ਤੋਂ ਜ਼ਿਆਦਾ ਆਪੱਤੀ ਸਾਨੂੰ ਚਾਈਨਾ ਤੋਂ ਹੀ ਹੈ, ਠੀਕ ਹੈ ਨਾ। ਤਾਂ ਇਹ ਚਾਈਨਾ ਹੋ ਗਿਆ ਬਾਈ, ਠੀਕ ਹੈ। ਇਹ 5 ਨੇ ਬਾਈ, ਇਹ 5 ਪਰਮਾਨੈਂਟ ਮੈਂਬਰ ਨੇ, ਠੀਕ ਹੈ। ਇਹ ਪਰਮਾਨੈਂਟ ਨੇ, ਇਹਨਾਂ ਨੂੰ ਕੋਈ ਚੇਂਜ ਨਹੀਂ ਕਰ ਸਕਦਾ, ਠੀਕ ਹੈ। ਤੇ ਇਹਨਾਂ ਕੋਲ ਹੀ ਵੀਟੋ ਪਾਵਰ ਹੈ। ਇਹ ਹੁੰਦੀ ਕੀ ਹੈ ਵੀਟੋ ਪਾਵਰ, ਅੱਗੇ ਡਿਸਕਸ ਕਰਾਂਗੇ ਆਪਾਂ, ਠੀਕ ਹੈ ਨਾ। ਤਾਂ ਇਹ 5 ਮੈਂਬਰ ਨੇ, ਪਰਮਾਨੈਂਟ ਮੈਂਬਰ ਨੇ ਬਾਈ। ਤੇ ਸਿਕਿਉਰ ਇਹ ਜਿਹੜੇ 10 ਟੈਂਪਰੇਰੀ ਨੇ, ਇਹ 2 ਸਾਲ ਵਾਸਤੇ ਆਉਂਦੇ ਆ, 2 ਸਾਲ ਇਹਨਾਂ ਦਾ ਕਾਰਜਕਾਲ ਹੁੰਦਾ ਹੈ, ਠੀਕ ਹੈ। 5 ਪਹਿਲਾਂ ਆ ਗਏ ਮੰਨ ਲਓ, 5 ਬਾਅਦ ਚ ਆ ਜਾਂਦੇ ਆ 2 ਸਾਲ ਬਾਅਦ। ਇਹ ਇਦਾਂ ਰਿਟਾਇਰ ਹੁੰਦੇ ਰਹਿੰਦੇ ਆ, ਠੀਕ ਹੈ ਨਾ, ਮਤਲਬ ਚੇਂਜ ਹੁੰਦੇ ਰਹਿੰਦੇ ਆ। ਤੇ ਇਹ ਭੇਜਦੇ ਕੌਣ ਇਹਨਾਂ ਨੂੰ, ਭੇਜਦੇ ਉਹੀ ਜਨਰਲ ਅਸੈਂਬਲੀ ਵਾਲੇ, ਠੀਕ ਹੈ ਨਾ। ਪਹਿਲਾਂ ਆਪਾਂ ਨੇ ਜਨਰਲ ਅਸੈਂਬਲੀ ਪੜ੍ਹੀ ਹੈ ਨਾ, ਉਹ ਜਨਰਲ ਅਸੈਂਬਲੀ ਵਾਲੇ 193 ਦੇਸ਼ਾਂ ਚੋਂ ਸਿਲੈਕਟ ਕਰਕੇ ਕੁਝ ਮੈਂਬਰ ਹੈ ਜਿਹੜੇ ਇੱਥੇ ਉਹ ਭੇਜਦੇ ਆ। ਇਹਨਾਂ ਦਾ ਵੀ ਮਤਲਬ ਇੱਕ ਸਿਸਟਮ ਹੁੰਦਾ ਹੈ ਕਿ 5 ਆਣਗੇ ਯੂਰੋਪ, ਮਤਲਬ ਜਿਵੇਂ 5 ਹੈ ਹਨਾ, 5 ਚੋਂ ਇਹਨਾਂ 10 ਵਿੱਚੋਂ ਪਤਾ ਕੀ ਕਰਦੇ ਆ, ਮੈਂ ਤੁਹਾਨੂੰ ਇੱਥੇ ਕਲੀਅਰ ਕਰਦਾ। ਦੇਖੋ ਇਹ ਜਿਹੜੇ ਟੈਂਪਰੇਰੀ 10 ਮੈਂਬਰ ਨੇ ਹਨਾ, 10 ਚੋਂ ਪਤਾ ਇਹਨਾਂ ਨੇ ਕੀ ਕਰਿਆ ਹੋਇਆ, ਮੰਨ ਲਓ 5 ਇੱਧਰ ਹੈ 5 ਇੱਧਰ ਹੈ, ਇਹ ਕੀ ਕਰਦੇ ਆ ਕਿ ਅਫਰੀਕਾ ਹਨਾ, ਕੁਝ ਮੈਂਬਰ ਤਾਂ ਉਹ ਅਫਰੀਕਾ ਤੋਂ ਲੈ ਲੈਣਗੇ, ਮੰਨ ਲਓ 3 ਮੈਂਬਰ ਉਹਨਾਂ ਨੇ ਅਫਰੀਕਾ ਤੋਂ ਲੈ ਲਏ, 2 ਫਿਰ ਉਹ ਏਸ਼ੀਆ ਤੋਂ ਲੈਣਗੇ, ਠੀਕ ਹੈ ਨਾ, 2 ਏਸ਼ੀਆ ਤੋਂ ਲੈਣਗੇ, ਠੀਕ ਹੈ। 3 ਉਹ ਯੂਰਪ ਤੋਂ ਲੈਣਗੇ, ਠੀਕ ਹੈ। ਤੇ ਬਚੇ ਜਿਹੜੇ 2 ਉਹ ਫਿਰ ਉਹ ਸਾਊਥ ਅਮਰੀਕਾ ਤੋਂ ਲੈਣਗੇ। ਐਦਾਂ ਕਰਦੇ ਆ, ਮਤਲਬ ਪੂਰੀ ਦੁਨੀਆ 'ਚ ਵੰਡੇ ਹੋਏ ਆ ਇਹਨਾਂ ਨੇ। ਬਾਕੀ ਇਹ ਵੀ ਮੈਂ ਤੁਹਾਨੂੰ ਅੱਗੇ ਹੀ ਕਲੀਅਰ ਕਰ ਦੂੰ ਇੱਥੇ, ਬਸ ਇੰਨਾ ਜ਼ਿਆਦਾ ਟੈਨਸ਼ਨ ਲੈਣ ਦੀ ਲੋੜ ਨਹੀਂ। ਬਸ ਇਹ ਯਾਦ ਰੱਖੋ ਕਿ ਜਿੱਥੇ ਜਿਹੜੇ 10 ਟੈਂਪਰੇਰੀ ਮੈਂਬਰ ਨੇ ਉਹ 2 ਸਾਲ ਵਾਸਤੇ ਆਉਂਦੇ ਨੇ, ਠੀਕ ਹੈ ਜੀ। ਤੇ 2 ਸਾਲ ਬਾਅਦ ਉਹ ਹਟ ਜਾਂਦੇ ਆ, ਫਿਰ ਨਵੇਂ 10 ਹੈ ਜਿਹੜੇ ਆਉਂਦੇ ਆ, ਠੀਕ ਹੈ। ਇਹ ਸਾਰਾ ਕੁਝ ਹੈ। ਤਾਂ ਇਹ ਜਿਹੜੇ ਪਰਮਾਨੈਂਟ ਮੈਂਬਰ ਨੇ ਬਈ, ਇਹ ਹਮੇਸ਼ਾ ਇੱਥੇ ਰਹਿੰਦੇ ਆ। ਬਾਕੀ ਸਿਕਿਉਰਿਟੀ ਕਾਉਂਸਲ ਦਾ ਕੰਮ ਕੀ ਹੈ, ਸਿਕਿਉਰਿਟੀ ਕਾਉਂਸਲ ਦਾ ਹੀ ਮੇਨ ਕੰਮ ਹੈ ਕਿ ਪੂਰੀ ਦੁਨੀਆ ਦੇ ਵਿੱਚ ਜਿਹੜੀ ਇਹ ਪੀਸ ਹੈ ਉਹ ਕਾਇਮ ਰੱਖਣੀ ਹੈ ਇਹਨਾਂ ਨੇ, ਠੀਕ ਹੈ ਨਾ। ਇਹਨੂੰ ਦੁਨੀਆ ਦਾ ਪੁਲਿਸਮੈਨ ਵੀ ਕਿਹਾ ਜਾਂਦਾ ਹੈ, ਪੁਲਿਸਮੈਨ ਆਫ ਦਾ ਵਰਲਡ ਵੀ ਇਹਨਾਂ ਨੂੰ ਕਿਹਾ ਜਾਂਦਾ ਹੈ, ਠੀਕ ਹੈ। ਤੇ ਇਹ ਸੰਸਥਾ ਜਿਹੜੇ ਫੈਸਲੇ ਲੈਂਦੀ ਹੈ, ਸਿਕਿਉਰਿਟੀ ਕਾਉਂਸਲ ਹੈ ਜਿਹੜੇ, ਦੇਖੋ UN ਦੇ 6 ਅੰਗ ਨੇ ਹਨਾ, UN ਦੇ 6 ਅੰਗ ਨੇ। UN ਜੋ ਵੀ ਫੈਸਲਾ ਲੈ ਰਿਹਾ ਨਾ, ਉਹ ਕਿਸੇ ਵੀ ਕੰਟਰੀ ਦੇ ਉੱਤੇ ਮਤਲਬ ਵਾਧੇ ਨਹੀਂ ਹੁੰਦਾ ਹਨਾ, ਮਤਲਬ ਇਹ ਜ਼ਰੂਰੀ ਨਹੀਂ ਹੁੰਦਾ ਕਿ ਉਹਨੂੰ ਫੈਸਲਾ ਮੰਨਣਾ ਹੀ ਮੰਨਣਾ ਹੈ। ਬਟ ਜੋ ਫੈਸਲਾ ਸਿਕਿਉਰਿਟੀ ਕਾਉਂਸਲ ਨੇ ਲਿਆ, ਜੋ ਫੈਸਲਾ ਸਿਕਿਉਰਿਟੀ ਕਾਉਂਸਲ ਨੇ ਲਿਆ, ਉਹ ਸਾਰਿਆਂ ਦੇ ਉੱਤੇ ਕੀ ਹੁੰਦਾ ਹੈ, ਵਾਧੇ ਹੁੰਦਾ ਹੈ, ਠੀਕ ਹੈ ਨਾ। ਤਾਂ ਇਹਨਾਂ ਨੇ ਇੱਕ ਸੰਸਥਾ ਬਣਾਈ ਹੈ UN, ਹੈ ਨਾ, ਜਿਹਦੇ ਚ ਸਾਰੇ ਦੁਨੀਆ ਦੇ ਦੇਸ਼ ਹੈ ਜਿਹੜੇ ਉਹ ਜੁੜੇ ਹੋਏ ਨੇ, ਸਾਰਿਆਂ ਦੀ ਸਾਂਝੀ ਸੰਸਥਾ ਹੈ। ਬਟ ਚਲਦੀ ਕਿਹਦੀ ਹੈ, ਇਹਨਾਂ 5 ਦੀ ਚੱਲਦੀ ਹੈ। ਇਹ ਜਿਹੜੇ 5 ਮੇਨ ਬੰਦੇ ਨੇ। ਉਸ ਤੋਂ ਬਾਅਦ ਆਪਾਂ ਅੱਗੇ ਦੇਖ ਲੈਂਦੇ ਹਾਂ ਬਈ, ਇਹਨੂੰ ਮੈਂ ਸਾਰੇ ਨੂੰ ਹਟਾ ਦਾਂ ਹਨਾ। ਇੱਕ ਹੋਰ ਪ੍ਰਮੁੱਖ ਅੰਗ ਹੈ ਇਹਨਾਂ ਦਾ ਇਕਨੋਮਿਕ ਐਂਡ ਸੋਸ਼ਲ ਕਾਉਂਸਲ, ਹੈ ਨਾ, ਇਕਨੋਮਿਕ ਐਂਡ ਸੋਸ਼ਲ ਕਾਉਂਸਲ। ਉਹਦੇ ਬਾਰੇ ਕੁਝ ਇੰਨਾ ਖਾਸ ਨਹੀਂ, ਬਸ ਇੰਨਾ ਕਿ ਯਾਦ ਰੱਖੋ ਕਿ ਉਹਦੇ ਚ 54 ਮੈਂਬਰ ਨੇ। ਬਾਕੀ ਇਹ ਡਾਟਾ ਵੀ ਤੁਹਾਨੂੰ ਸਲਾਈਡ 'ਚ ਮਿਲੀ ਜਾਊਗਾ, ਠੀਕ ਹੈ ਨਾ। ਬਾਕੀ ਕੰਮ ਉਹਦਾ ਉਹੀ ਹੈ, ਦੁਨੀਆ ਨੂੰ ਆਰਥਿਕ ਤੌਰ ਤੇ ਸਮਾਜਿਕ ਤੌਰ ਤੋਂ ਇੰਪਰੂਵ ਕਰਨਾ ਹੈ, ਬਸ ਸਾਰਾ ਕੁਝ ਉਹ ਹੈ, ਠੀਕ ਹੈ। ਉਸ ਤੋਂ ਬਾਅਦ ਜਿਹੜਾ ਮੇਨ ਇਹਨਾਂ ਦਾ ਫੰਕਸ਼ਨ ਹੈ, ਇੱਕ ਮੇਨ ਅੰਗ ਹੈ ਇਹਨਾਂ ਦਾ UN ਵਾਲਿਆਂ ਦਾ, ਉਹ ਹੈ ਸੈਕਟਰੀਏਟ, ਠੀਕ ਹੈ ਨਾ। ਸੈਕਟਰੀਏਟ ਯਾਨੀ ਸਚਿਵਾਲय, ਸੈਕਟਰੀਏਟ ਯਾਨੀ ਸਚਿਵਾਲय ਵੀ ਆਪਾਂ ਇਹਨੂੰ ਹਿੰਦੀ 'ਚ ਕਹਿੰਦੇ ਆ ਤੇ ਪੰਜਾਬੀ 'ਚ ਇਹਨੂੰ ਕਹਿੰਦੇ ਆਪਾਂ ਸਕੱਤਰ, ਠੀਕ ਹੈ। ਇਹਦਾ ਜਿਹੜਾ ਹੈੱਡ ਹੁੰਦਾ ਹੈ, ਸੈਕਟਰੀਏਟ ਦਾ ਜਿਹੜਾ ਹੈੱਡ ਹੁੰਦਾ ਉਹ ਹੁੰਦਾ ਹੈ ਸੈਕਟਰੀ ਜਨਰਲ ਯਾਨੀ ਮਹਾਸਚਿਵ। ਤੇ ਉਹ ਪੂਰੀ UN ਨੂੰ ਕੀ ਕਰਦਾ ਹੈ, ਪੂਰੇ UN ਨੂੰ ਰਿਪਰੈਜ਼ੈਂਟ ਕਰਦਾ ਹੈ, ਠੀਕ ਹੈ ਨਾ। ਪੂਰੇ UN ਨੂੰ ਕੀ ਕਰਦਾ ਹੈ, ਰਿਪਰੈਜ਼ੈਂਟ ਕਰਦਾ ਹੈ। ਤੇ ਜਿੰਨਾ ਵੀ ਐਡਮਿਨਿਸਟ੍ਰੇਟਿਵ ਵਰਕ ਹੈ ਪੂਰੇ ਦੇ ਪੂਰੇ UN ਦਾ, ਹੈ ਨਾ, ਸਾਰੇ ਅੰਗ ਹੋ ਗਏ UN ਦੇ, ਸਾਰਿਆਂ ਨੂੰ ਕੋਈ ਡਾਟਾ ਚਾਹੀਦਾ ਹੈ, ਜਿੰਨਾ ਵੀ ਐਡਮਿਨਿਸਟ੍ਰੇਟਿਵ ਵਰਕ ਹੈ ਸਾਰਾ ਕੁਝ ਉਹੀ ਹੈਂਡਲ ਕਰਦਾ ਹੈ ਸੈਕਟਰੀਏਟ, ਠੀਕ ਹੈ ਨਾ। ਤੇ ਇਹਦਾ ਜਿਹੜਾ ਮਹਾਸਚਿਵ ਹੁੰਦਾ ਹੈ, ਜਿਹੜਾ ਹੈੱਡ ਹੁੰਦਾ ਨਾ ਸੈਕਟਰੀਏਟ ਦਾ,
ਉਹਨੂੰ ਆਪਾਂ ਮਹਾਸਚਿਵ ਕਹਿੰਦੇ ਆ ਤੇ ਉਹਦਾ ਕਾਰਜਕਾਲ ਹੈ ਜਿਹੜਾ ਉਹ 5 ਸਾਲ ਦਾ ਹੁੰਦਾ, ਠੀਕ ਹੈ ਨਾ। ਉਹ ਵੀ ਆਪਾਂ ਅੱਗੇ ਪੜਾਂਗੇ, ਠੀਕ ਹੈ ਜੀ। ਉਸ ਤੋਂ ਬਾਅਦ ਫਿਰ ਇਹਨਾਂ ਦੀ ਇੰਟਰਨੈਸ਼ਨਲ ਕੋਰਟ ਆਫ ਜਸਟਿਸ ਹੈ, ਇੱਕ ਅੰਗ ਇਹ ਵੀ ਹੈ ਇਹਨਾਂ ਦਾ, ICJ ਇੰਟਰਨੈਸ਼ਨਲ ਕੋਰਟ ਆਫ ਜਸਟਿਸ। ਇਹ ਹੈੱਡਕੁਆਟਰ ਜਿਹੜਾ ਇਹਦਾ ਉਹ ਨਿਊਯਾਰਕ 'ਚ ਨਹੀਂ ਹੈਗਾ, ਉਹ ਹੈਗਾ ਇਹਨਾਂ ਦਾ ਦੀ ਹੇਗ ਦੇ ਵਿੱਚ। ਦੀ ਹੇਗ ਕਿੱਥੇ ਹੈ? ਦੀ ਹੇਗ ਬਈ ਨੀਦਰਲੈਂਡ ਦੇ ਵਿੱਚ ਹੈ, ਯੂਰਪ ਦੀ ਇੱਕ ਕੰਟਰੀ ਹੈ ਨੀਦਰਲੈਂਡ, ਅੱਗੇ ਪੜਾਂਗੇ ਇਹਦੇ ਬਾਰੇ ਵੀ। ਤਾਂ ICJ ਇੰਟਰਨੈਸ਼ਨਲ ਕੋਰਟ ਆਫ ਜਸਟਿਸ, ਦੇਖੋ 6 ਅੰਗ ਨੇ UN ਦੇ, ਸਾਰਿਆਂ ਦੇ ਹੈੱਡਕੁਆਟਰ ਬਸ ICJ ਨੂੰ ਛੱਡ ਕੇ ਬਾਕੀ ਸਾਰੇ ਕਿੱਥੇ ਨੇ? ਨਿਊਯਾਰਕ ਦੇ ਵਿੱਚ ਨੇ। ਤਾਂ ਇਹ ਇਕਲੌਤਾ ਅੰਗ ਹੈ ਇੰਟਰਨੈਸ਼ਨਲ ਕੋਰਟ ਆਫ ਜਸਟਿਸ ਜਿਹੜਾ ਨਿਊਯਾਰਕ ਦੇ ਵਿੱਚ ਨਹੀਂ ਹੈਗਾ, ਠੀਕ ਹੈ ਨਾ। ਤਾਂ ICJ ਕੀ ਹੈ? ਇੰਟਰਨੈਸ਼ਨਲ ਕੋਰਟ ਆਫ ਜਸਟਿਸ ਹੈ। ਇਹਦਾ ਕੰਮ ਕੀ ਹੈ? ਦੁਨੀਆ ਦੇ ਜਿਹੜੇ ਆਪਸੀ ਝਗੜੇ ਨੇ ਦੋ ਦੇਸ਼ਾਂ ਦੇ, ਹਨਾ, ਉਹਨੂੰ ਸੋਲਵ ਕਰਦਾ ਹੈ, ਠੀਕ ਹੈ ਨਾ। ਵਾਰ ਕ੍ਰਾਈਮ ਦੇ ਝਗੜੇ ਹੋ ਗਏ, ਜਿਵੇਂ ਵਾਰ ਕ੍ਰਾਈਮ ਦੇ ਕੇਸ ਹੋ ਗਏ, ਜਾਂ ਬਾਰਡਰ ਡਿਸਪਿਊਟ ਹੋ ਗਿਆ, ਹਨਾ। ਜਿਵੇਂ ਹੁਣ ਇੰਡੀਆ ਤੇ ਪਾਕਿਸਤਾਨ ਦਾ ਕੋਈ ਝਗੜਾ ਹੈ, ਹਨਾ, ਤਾਂ ਉਹ ਫਿਰ ਇੱਥੇ ਆਪਣੀ ਇੰਡੀਆ ਦੀ ਕੋਰਟ 'ਚ ਥੋੜੀ ਸੋਲਵ ਹੋਊਗਾ, ਜਾਂ ਪਾਕਿਸਤਾਨ ਦੀ ਕੋਰਟ ਦੇ ਵਿੱਚ। ਉਹ ਫਿਰ ਕਿੱਥੇ ਸੋਲਵ ਹੋਊਗਾ? ਇੰਟਰਨੈਸ਼ਨਲ ਕੋਰਟ ਆਫ ਜਸਟਿਸ ਦੇ ਵਿੱਚ ਇਹ ਸੋਲਵ ਹੋਊਗਾ, ਹਨਾ। ਇਸ ਦੇ ਵਿੱਚ ਕੀ ਹੈ? ਇਸ ਦੇ ਵਿੱਚ ਟੋਟਲ 15 ਜੱਜ ਹੁੰਦੇ ਨੇ, ਤੇ ਹਰ ਇੱਕ ਜੱਜ ਦਾ ਜਿਹੜਾ ਕਾਰਜਕਾਲ ਹੈ ਉਹ 9 ਸਾਲ ਦਾ ਹੁੰਦਾ ਹੈ, ਠੀਕ ਹੈ ਨਾ, 9 ਸਾਲ ਦਾ ਹੁੰਦਾ ਹੈ। ਤੇ ਇਹ ਜਿਹੜੇ 15 ਜੱਜ ਨੇ ਇਹ ਅਲੱਗ-ਅਲੱਗ ਕੰਟਰੀ ਨੂੰ ਹੀ ਬਿਲੋਂਗ ਕਰਦੇ ਆ, ਮਤਲਬ ਅਲੱਗ-ਅਲੱਗ ਕੰਟਰੀ ਤੋਂ ਹੀ ਹੁੰਦੇ ਆ ਸਾਰੇ ਦੇ ਸਾਰੇ ਜੱਜ, ਠੀਕ ਹੈ ਨਾ। ਕਿਸੇ ਇੱਕ ਕੰਟਰੀ ਤੋਂ 2 ਜੱਜ ਨਹੀਂ ਆ ਸਕਦੇ ਇੱਕ ਸਮੇਂ ਦੇ ਉੱਤੇ, ਠੀਕ ਹੈ, ਇਹ ਵੀ ਯਾਦ ਰੱਖਣਾ ਹੈ। ਬਾਕੀ ਆਪਣੇ ਇੰਡੀਆ ਦੇ 4 ਜੱਜ ਇੱਥੇ ਰਹਿ ਚੁੱਕੇ ਆ ਐਟ ਪ੍ਰੈਜ਼ੈਂਟ ਵੀ, ਦਲਵੀਰ ਭੰਡਾਰੀ ਨੇ, ਉਹ ਵੀ ਇੱਥੇ ਕੀ ਹੈ? ਜੱਜ ਨੇ, ਠੀਕ ਹੈ ਨਾ। ਤਾਂ ਇਹ ਇੰਟਰਨੈਸ਼ਨਲ ਕੋਰਟ ਆਫ ਜਸਟਿਸ ਹੈ ਬਾਈ। ਇਸ ਤੋਂ ਇਲਾਵਾ ਇੱਕ ਹੋਰ ਇਹਨਾਂ ਦਾ ਅੰਗ ਸੀਗਾ ਟਰਸਟਸ਼ਿਪ ਕਾਉਂਸਿਲ, ਟਰਸਟੀਸ਼ਿਪ ਕਾਉਂਸਿਲ, ਇਹਨੂੰ 89% ਵੀ ਕਿਹਾ ਜਾਂਦਾ ਹੈ। ਹੁਣ ਉਹ ਇਨਐਕਟਿਵ ਹੈ, ਠੀਕ ਹੈ ਨਾ, ਐਕਟਿਵ ਨਹੀਂ ਹੈਗਾ ਉਹ। ਤਾਂ ਜੇ ਤੁਹਾਨੂੰ ਕੁਐਸਚਨ ਆ ਜੇ ਕਿ UN ਦੇ ਕਿੰਨੇ ਅੰਗ ਨੇ, ਤਾਂ 6 ਨੇ। ਜੇ ਕੁਐਸਚਨ ਆ ਜੇ ਕਿ UN ਦੇ ਕਿੰਨੇ ਐਕਟਿਵ ਅੰਗ ਨੇ, ਤਾਂ UN ਦੇ 5 ਐਕਟਿਵ ਅੰਗ ਨੇ, ਕਿਉਂਕਿ ਜਿਹੜਾ 6ਵਾਂ ਅੰਗ ਹੈ ਟਰਸਟੀਸ਼ਿਪ ਕਾਉਂਸਿਲ, ਉਹ ਕੀ ਹੈ? ਉਹ ਇਨਐਕਟਿਵ ਹੈ, ਉਹ ਬੰਦ ਕਰ ਦਿੱਤਾ ਗਿਆ ਸੀ, ਠੀਕ ਹੈ ਨਾ। ਉਹਦਾ ਕੰਮ ਕੀ ਸੀ? ਉਹਦਾ ਕੰਮ ਸੀ, ਦੇਖੋ ਜਦੋਂ UN ਬਣਿਆ 1945 ਦੇ ਵਿੱਚ, ਜਦੋਂ UN ਬਣਿਆ 1945 ਦੇ ਵਿੱਚ, ਉਸ ਟਾਈਮ ਦੁਨੀਆ ਦੇ ਕਾਫੀ ਮੁਲਕ ਹੈ ਜਿਹੜੇ ਉਹ ਕਾਫੀ ਮਤਲਬ ਪਿਛੜੇ ਹੋਏ ਵੀ ਸੀਗੇ, ਤੇ ਉਹਨਾਂ ਦੇ ਉੱਤੇ ਕੀ ਹੈ? ਦੂਜੀ ਕੰਟਰੀਆਂ ਦੇ ਰੂਲ ਵੀ ਸੀ, ਠੀਕ ਹੈ ਨਾ। ਹੁਣ ਉਹਨਾਂ ਕੰਟਰੀਆਂ ਦਾ ਕੋਈ ਜ਼ਿਆਦਾ ਸ਼ੋਸ਼ਣ ਨਾ ਹੋ ਜੇ, ਤਾਂ ਇਸ ਗੱਲ ਨੂੰ ਮੱਦੇਨਜ਼ਰ ਰੱਖਦੇ ਹੋਏ UN ਨੇ ਇਹ ਸੰਸਥਾ, ਇਹ ਅੰਗ ਬਣਾਇਆ ਸੀ ਟਰਸਟੀਸ਼ਿਪ ਕਾਉਂਸਿਲ, ਤੇ ਇਹ ਉੱਥੇ ਨਿਗਾਹ ਰੱਖਦਾ ਸੀ UN, ਠੀਕ ਹੈ ਨਾ, ਕਿ ਇਹਨਾਂ ਦਾ ਕੋਈ ਜ਼ਿਆਦਾ ਸ਼ੋਸ਼ਣ ਨਾ ਹੋ ਜੇ। ਤੇ ਉਹ ਇੰਨੇ ਮੈਂਟਲੀ ਪ੍ਰਿਪੇਅਰ ਵੀ ਨਹੀਂ ਸੀਗੇ ਕਿ ਉਹਨਾਂ ਨੂੰ ਆਜ਼ਾਦੀ ਦੇ ਦਈਏ, ਹਨਾ, ਕਿਉਂਕਿ ਉਹ ਇਸ ਲਾਇਕ ਵੀ ਨਹੀਂ ਸੀਗੇ ਉਸ ਟਾਈਮ, ਠੀਕ ਹੈ ਨਾ। ਉਹ ਇੰਨੇ ਜ਼ਿਆਦਾ ਬੈਕਵਰਡ ਸੀ। ਤਾਂ ਹੌਲੀ ਹੌਲੀ ਜਦੋਂ ਉਹਨਾਂ ਦੀ ਡਿਵੈਲਪਮੈਂਟ ਹੈ ਜਿਹੜੀ ਹੁੰਦੀ ਗਈ, ਤਾਂ ਉਹ ਆਪਣਾ ਸੰਵਿਧਾਨ ਲਿਖਣ ਦੇ ਕਾਬਿਲ ਹੋ ਗਏ, ਹਨਾ, ਸਾਰਾ ਕੁਝ ਹੈ। ਫਿਰ ਕੀ ਹੈ? ਉਹਨਾਂ ਨੂੰ ਆਜ਼ਾਦੀ ਦੇ ਦਿੱਤੀ ਗਈ ਹੈ, ਠੀਕ ਹੈ ਨਾ। ਤਾਂ ਇੱਕ ਕੰਟਰੀ ਸੀਗੀ ਪਲਮਾਊ, ਉਹਨੂੰ ਆਜ਼ਾਦੀ ਮਿਲਣ ਤੋਂ ਬਾਅਦ ਇਹ ਜਿਹੜਾ ਟਰਸਟੀਸ਼ਿਪ ਕਾਉਂਸਿਲ ਹੈ ਇਹ ਵੀ ਕੀ ਹੈ? ਬੰਦ ਕਰ ਦਿੱਤੀ ਗਈ। ਤਾਂ ਹੁਣ ਐਕਟਿਵ ਅੰਗ ਤਾਂ UN ਦੇ 5 ਨੇ ਬਈ, ਟੋਟਲ 6 ਅੰਗ ਸੀਗੇ, ਠੀਕ ਹੈ, ਇਹ ਯਾਦ ਰੱਖਣਾ ਹੈ ਆਪਾਂ ਨੇ। ਬਾਕੀ UN ਦੀ ਦੇਖੋ ਆਪਣੀ ਵੀ ਕੋਈ ਆਰਮੀ ਹੈਗੀ ਨਹੀਂ, UN ਦੀ ਆਪਣੀ ਕੋਈ ਆਰਮੀ ਹੈਗੀ ਨਹੀਂ। ਇਹਨਾਂ ਦੀ ਜਿਹੜੀ ਜੇ ਇਹਨਾਂ ਨੂੰ ਕਿਸੇ ਦੇਸ਼ ਦੇ ਵਿੱਚ ਕੋਈ ਮਿਸ਼ਨ ਵਗੈਰਾ ਕਰਨਾ ਪੜ ਜੇ, ਜਾਂ ਕੋਈ ਆਰਮੀ ਭੇਜਣੀ ਪੜਦੀ, ਤਾਂ ਇਹ ਕੀ ਕਰਦੇ ਆ? ਜਿਹੜੇ ਇਹਨਾਂ ਦੇ ਮੈਂਬਰ ਕੰਟਰੀਜ਼ ਨੇ, ਉਹਨਾਂ ਤੋਂ ਇਹ ਕੀ ਕਰਦੇ ਆ? ਸੈਨਾ ਹੈ ਜਿਹੜੀ ਉਹ ਮੰਗਾ ਲੈਂਦੇ ਆ, ਤੇ ਉਹਨੂੰ ਪੀਸ ਕੀਪਿੰਗ ਫੋਰਸਿਸ ਕਿਹਾ ਜਾਂਦਾ ਹੈ, ਠੀਕ ਹੈ ਨਾ। ਤੇ ਫਿਰ ਪੀਸ ਕੀਪਿੰਗ ਫੋਰਸ ਹੈ ਜਿਹੜੀ ਉਹ ਫਿਰ ਕੰਟਰੀਆਂ ਦੇ ਵਿੱਚ ਕੀ ਹੈ? ਡਿਪਲੋਏ ਕੀਤੀ ਜਾਂਦੀ ਹੈ, ਉੱਥੇ ਰਹਿੰਦੀ ਹੈ, ਠੀਕ ਹੈ। ਬਲੂ ਹੈਲਮਟ ਵੀ ਉਹਨਾਂ ਨੂੰ ਕਹਿ ਦਿੰਦੇ ਆ, ਇਹ ਵੀ ਆਪਾਂ ਅੱਗੇ ਹੁਣ ਪੜਾਂਗੇ। ਤਾਂ ਇਹ ਸਾਰਾ ਕੁਝ ਕੀ ਹੈ ਬਈ? ਇਹ ਸਾਰਾ ਕੁਝ UN ਦਾ ਤੁਸੀਂ ਦੇਖ ਲਿਆ, ਪੂਰਾ ਦਾ ਪੂਰਾ ਬੈਕਗਰਾਉਂਡ ਦੇਖਿਆ, UN ਕਿੱਦਾਂ ਫੰਕਸ਼ਨਿੰਗ ਕਰਦਾ, ਸਾਰਾ ਕੁਝ ਉਹ ਦੇਖਿਆ, ਹੈ ਨਾ। ਹੁਣ ਇਹਨੂੰ ਆਪਾਂ ਸਲਾਈਡਾਂ ਦੇ ਥਰੂ ਪੜਾਂਗੇ, ਤੇ ਥੋੜੀ ਰਿਵੀਜ਼ਨ ਵੀ ਹੈ ਜਿਹੜੀ ਉਹ ਹੋ ਜੂਗੀ, ਠੀਕ ਹੈ ਨਾ। ਤੇ ਕੁਝ ਹੋਰ ਫੈਕਟ ਨੇ ਜਿਹੜੇ ਉਹ ਲਿਖੇ ਹੋਏ ਨੇ, ਉਹ ਵੀ ਆਪਾਂ ਦੇਖ ਲਾਂਗੇ ਜੀ, ਜਿਹੜੇ ਆਪਣੇ ਤੋਂ ਮਿਸ ਹੋਏ ਨੇ, ਠੀਕ ਹੈ। ਬੈਕਗਰਾਉਂਡ ਮੈਂ ਤੁਹਾਨੂੰ ਦੱਸਤਾ ਕਿ ਜਿਹੜੀ ਵਰਲਡ ਵਾਰ ਹੋਈ ਸੀ, ਠੀਕ ਹੈ ਨਾ। ਬੈਕਗਰਾਉਂਡ ਮੈਂ ਤੁਹਾਨੂੰ ਦੱਸਤਾ ਕਿ ਜਿਹੜੀ ਵਰਲਡ ਵਾਰ ਪਹਿਲੀ ਹੋਈ ਹੈ, ਪਹਿਲੀ ਤੋਂ ਬਾਅਦ 1914 ਤੋਂ 1918, ਠੀਕ ਹੈ ਨਾ। ਉਸ ਤੋਂ ਬਾਅਦ ਹੈ ਜਿਹੜੀ ਲੀਗ ਆਫ ਨੇਸ਼ਨ ਬਣਾਈ ਗਈ ਸੀ, ਠੀਕ ਹੈ ਨਾ। ਤਾਂ ਲੀਗ ਆਫ ਨੇਸ਼ਨ ਬਾਰੇ ਦੇਖ ਲਓ, ਇਹ ਲੀਗ ਆਫ ਨੇਸ਼ਨ ਹੈ ਬਈ, ਠੀਕ ਹੈ ਨਾ। ਲੀਗ ਆਫ ਨੇਸ਼ਨ 1919 ਦੇ ਵਿੱਚ ਬਣੀ ਸੀ, ਜਿਹੜੀ ਟ੍ਰੀਟੀ ਹੋਈ ਸੀ, ਵਰਸਾਏ ਦੀ ਟ੍ਰੀਟੀ ਜਿਹੜੀ ਹੋਈ ਸੀ, ਉਸ ਤੋਂ ਬਾਅਦ ਇਹ ਬਣਾਈ ਗਈ ਸੀ 10 ਜਨਵਰੀ 1920 ਨੂੰ। ਹਾਲਾਂਕਿ ਇਹ ਕੁਐਸਚਨ ਬਹੁਤ ਘੱਟ ਆਉਂਦੇ ਕਿ ਕਦੋਂ ਬਣਾਈ ਗਈ ਹੈ, ਬਸ ਇੰਨਾ ਯਾਦ ਰੱਖੋ ਕਿ ਇਸ ਟ੍ਰੀਟੀ ਦੇ ਤਹਿਤ, ਇਸ ਸੰਧੀ ਦੇ ਤਹਿਤ ਇਹ ਬਣੀ ਸੀ, ਤੇ 1920 ਦੇ ਵਿੱਚ ਇਹ ਜਿਹੜੀ ਬਣੀ ਸੀ, ਹੈੱਡਕੁਆਟਰ ਇਹਦਾ ਜਨੇਵਾ 'ਚ ਸੀਗਾ, ਤੇ 1946 'ਚ ਇਹ ਸੰਸਥਾ ਜਿਹੜੀ ਬੰਦ ਕਰਤੀ। ਬਸ ਇੰਨਾ ਬਹੁਤ ਹੈ ਇਹਦੇ ਬਾਰੇ, ਠੀਕ ਹੈ ਨਾ। ਤਾਂ ਇਹ ਲੀਗ ਆਫ ਨੇਸ਼ਨ ਹੋ ਗਿਆ ਬਾਈ, ਠੀਕ ਹੈ ਨਾ। ਓਕੇ, ਨੈਕਸਟ ਇਹ ਫਿਰ UN ਬਾਰੇ ਦੇਖ ਲਓ ਪੁਆਇੰਟ ਇਹਨਾਂ ਦੇ, ਠੀਕ ਹੈ। ਸੈਕੰਡ ਵਰਲਡ ਵਾਰ ਤੋਂ ਬਾਅਦ, ਠੀਕ ਹੈ ਨਾ, ਮੈਂ ਤੁਹਾਨੂੰ ਦੱਸਿਆ ਕਿ ਸੈਕੰਡ ਵਰਲਡ ਵਾਰ ਤੋਂ ਬਾਅਦ ਜਿਹੜੇ ਵਰਲਡ ਦੇ
ਵੱਡੇ ਵੱਡੇ ਲੀਡਰ ਹੁੰਦੇ ਆ ਉਹ ਸਾਰੇ ਮਿਲਦੇ ਆ, ਜਿਵੇਂ ਕਿ ਅਮਰੀਕਾ ਦਾ ਪ੍ਰੈਜ਼ੀਡੈਂਟ ਹੋ ਗਿਆ ਰੂਜ਼ਵੇਲਟ, ਤੇ ਬ੍ਰਿਟੇਨ ਦਾ ਜਿਹੜਾ ਪ੍ਰਾਈਮ ਮਿਨਿਸਟਰ ਹੈ ਵਿੰਸਟਨ ਚਰਚਿਲ, ਠੀਕ ਹੈ ਨਾ। ਇਹ ਦੋ ਮਿਲ ਕੇ ਡਿਸਾਈਡ ਕਰਦੇ ਆ, ਠੀਕ ਹੈ ਨਾ। ਬਾਕੀ ਜੇ ਤੁਹਾਨੂੰ ਕੁਐਸਚਨ ਆ ਰਿਹਾ ਕਿ ਇਹ ਆਈਡੀਆ ਕਿਹਦਾ ਸੀ, ਤਾਂ ਆਈਡੀਆ ਕਿਹਦਾ ਸੀ ਬਈ, ਅਮਰੀਕਾ ਦੇ ਪ੍ਰੈਜ਼ੀਡੈਂਟ ਰੂਜ਼ਵੈਲਟ ਦਾ। ਇਹ ਇਸ ਬੰਦੇ ਦਾ ਆਈਡੀਆ ਸੀਗਾ, ਠੀਕ ਹੈ। ਇਹ ਮਿਲ ਕੇ ਫਿਰ ਡਿਸਾਈਡ ਕਰਦੇ ਆ ਕਿ ਆਪਾਂ ਨੇ ਇੱਕ ਇਹੋ ਜਿਹਾ ਆਰਗੇਨਾਈਜੇਸ਼ਨ ਬਣਾਉਣਾ, ਇਹੋ ਜਿਹੀ ਸੰਸਥਾ ਬਣਾਉਣੀ ਹੈ ਜਿਹੜੀ ਕੀ ਹੈ, ਸ਼ਾਂਤੀ ਹੈ ਜਿਹੜੀ ਉਹ ਕਾਇਮ ਰੱਖ ਸਕੇ, ਠੀਕ ਹੈ ਨਾ। ਸ਼ਾਂਤੀ ਹੈ ਜਿਹੜੀ ਉਹ ਕਾਇਮ ਰੱਖ ਸਕੇ। ਬਾਕੀ ਹੋਰ ਪੁਆਇੰਟ ਦੇਖ ਲਓ, ਯੂਐਨ ਹੈ ਕੀ ਹੈ, ਯੂਐਨ ਇੱਕ ਇੰਟਰ ਗਵਰਨਮੈਂਟਲ ਆਰਗੇਨਾਈਜੇਸ਼ਨ ਹੈ, ਇੰਟਰ ਗਵਰਨਮੈਂਟਲ ਆਰਗੇਨਾਈਜੇਸ਼ਨ, ਠੀਕ ਹੈ ਜੀ। ਇਹ ਯਾਦ ਰੱਖਣ ਵਾਲਾ ਪੁਆਇੰਟ ਹੈ, ਇੰਟਰ ਗਵਰਨਮੈਂਟਲ ਆਰਗੇਨਾਈਜੇਸ਼ਨ ਹੈ, ਇਹ ਕਿਸੇ ਇੱਕ ਦੇਸ਼ ਦਾ ਨਹੀਂ ਹੈਗਾ, ਇਹ ਸਾਰਿਆਂ ਦਾ ਸਾਂਝਾ ਹੈ, ਠੀਕ ਹੈ ਜੀ। ਤੇ ਕੰਮ ਕੀ ਹੈ ਇਹਦਾ, ਮੇਨ ਏਮ ਕੀ ਹੈ, ਏਮ ਕੀ ਹੈ ਬਈ, ਮੈਂ ਤੁਹਾਨੂੰ ਦੱਸਿਆ ਇਹਦਾ ਏਮ ਕੀ ਹੈ, ਇੰਟਰਨੈਸ਼ਨਲ ਪੀਸ ਐਂਡ ਸਿਕਿਉਰਿਟੀ ਹੈ ਜਿਹੜੀ ਉਹ ਬਣਾ ਕੇ ਰੱਖਣੀ ਹੈ, ਠੀਕ ਹੈ ਨਾ, ਤਾਂ ਕਿ ਵਰਲਡ ਵਾਰ 3 ਦੇ ਹਾਲਾਤ ਜਿਹੜੇ ਉਹ ਨਾ ਪੈਦਾ ਹੋ ਸਕਣ, ਠੀਕ ਹੈ ਨਾ। ਇਹਦਾ ਮੇਨ ਏਮ ਸੀ। ਇਸ ਤੋਂ ਇਲਾਵਾ ਹੁਣ ਦੇਖੋ ਵਰਲਡ ਵਾਰ 3 ਵੀ ਮਤਲਬ ਕੋਈ ਐਡਾ ਉਹ ਨਹੀਂ ਹੈ ਕਿ ਹੋ ਹੀ ਜਾਊਗੀ, ਹੈ ਨਾ, ਉਹ ਤਾਂ ਚਲੋ ਬਾਅਦ ਦੀ ਗੱਲ ਹੈ। ਬਟ ਹੁਣ ਵਰਲਡ ਵਾਰ 3 ਤੋਂ ਵੀ ਜ਼ਿਆਦਾ, ਵਰਲਡ ਵਾਰ 3 ਤੋਂ ਵੀ ਜ਼ਿਆਦਾ ਖਤਰਨਾਕ ਜਿਹੜੇ ਸਮੱਸਿਆਵਾਂ ਨੇ ਉਹ ਸਾਡੇ ਅੱਗੇ ਨੇ, ਜਿਵੇਂ ਇਨਵਾਇਰਨਮੈਂਟ ਦਾ ਚੇਂਜ ਹੋ ਗਿਆ, ਠੀਕ ਹੈ ਨਾ। ਤੇ ਦੁਨੀਆ ਦੇ ਵਿੱਚ ਕੀ ਹੈ, ਜਿਹੜਾ ਗੈਪ ਹੈ ਅਮੀਰ ਤੇ ਗਰੀਬ ਦਾ, ਹਨਾ, ਤੇ ਭੁੱਖਮਰੀ ਹੈ, ਇਹ ਵੀ ਸਮੱਸਿਆਵਾਂ ਨੇ ਹੁਣ ਦੁਨੀਆ ਦੇ ਵਿੱਚ, ਠੀਕ ਹੈ ਨਾ। ਤਾਂ ਉਹਨਾਂ ਵਾਸਤੇ ਵੀ ਯੂਐਨ ਹੈ ਜਿਹੜਾ ਉਹ ਕੰਮ ਕਰਦਾ ਹੈ, ਠੀਕ ਹੈ। ਤਾਂ ਉਹ ਸਾਰਾ ਕੁਝ ਹੈ, ਮੇਨ ਏਮ ਬਸ ਇਹ ਬਣਾਈ ਕਿਉਂ ਗਈ ਸੀ ਉਹ ਤੁਹਾਨੂੰ ਮੈਂ ਦੱਸਦਾ, ਠੀਕ ਹੈ। ਬਾਕੀ ਉਹੀ ਪੁਆਇੰਟ ਨੇ, ਇਹਨਾਂ ਬਾਰੇ ਇਹ ਯਾਦ ਰੱਖ ਲਓ। ਹੈੱਡਕੁਆਟਰ ਕਿੱਥੇ ਹੈ, ਨਿਊਯਾਰਕ, ਤੇ ਕਦੋਂ ਬਣਿਆ ਸੀ, 1952 ਦੇ ਵਿੱਚ ਬਣਿਆ ਸੀ, ਠੀਕ ਹੈ ਨਾ। ਤੇ ਯੂਐਨ ਕਦੋਂ ਬਣਿਆ, ਯੂਐਨ 1945 ਦੇ ਵਿੱਚ ਬਣਿਆ ਸੀ। ਤਾਂ ਜਿਹੜਾ ਹੈੱਡਕੁਆਟਰ ਹੈ ਉਹ ਕਾਫੀ ਬਾਅਦ ਚ ਬਣਿਆ। ਜਿਹੜੀ ਇਹਨਾਂ ਦੀ ਮੀਟਿੰਗ ਸੀ ਇਸ ਟਾਈਮ, ਉਹ ਕਿਸੇ ਹੋਰ ਮਤਲਬ ਸਥਾਨਾਂ ਤੇ ਜਿਹੜੀ ਉਹ ਹੁੰਦੀ ਗਈ ਹੈ, ਉਹ ਵੀ ਆਪਾਂ ਅੱਗੇ ਦੇਖਾਂਗੇ, ਠੀਕ ਹੈ ਨਾ। ਫਲੈਗ ਹੈ ਜਿਹੜਾ ਉਹ 7 ਦਸੰਬਰ 1946, ਇਹ ਪੁਆਇੰਟ ਕੋਈ ਇੰਨਾ ਇੰਪੋਰਟੈਂਟ ਹੈਗਾ ਨਹੀਂ ਯਾਦ ਰੱਖਣ ਵਾਲਾ। ਇਹ ਦੇਖੋ ਤੁਸੀਂ, ਇਹ ਇਹਨਾਂ ਦਾ ਫਲੈਗ ਹੈ, ਬੈਕਗ੍ਰਾਉਂਡ ਦੇ ਵਿੱਚ ਬਲੂ ਕਲਰ ਹੈ, ਤੇ ਇਹ ਜਿਹੜਾ ਬਾਕੀ ਦੁਨੀਆ ਦਾ ਨਕਸ਼ਾ ਹੈ ਉਹ ਵਾਈਟ ਕਲਰ 'ਚ, ਤੇ ਉਹਦੇ ਆਲੇ ਦੁਆਲੇ 2 ਟਾਹਲੀਆਂ ਨੇ। ਇਹ ਟਾਹਲੀਆਂ ਕਾਹਦੀਆਂ ਨੇ, ਓਲਿਵ ਦੀਆਂ ਨੇ, ਓਲਿਵ, ਠੀਕ ਹੈ ਨਾ, ਓਲਿਵ ਦੀਆਂ ਨੇ। ਇਹ ਡਾਇਰੈਕਟ ਕੁਐਸਚਨ ਆ ਜਾਂਦਾ ਹੈ, ਠੀਕ ਹੈ। ਬਾਕੀ ਉਹੀ ਆਫੀਸ਼ੀਅਲ ਲੈਂਗੁਏਜ ਕਿੰਨੀਆਂ ਨੇ, 6 ਨੇ। ਆਫੀਸ਼ੀਅਲ ਲੈਂਗੁਏਜ ਕਿੰਨੀਆਂ ਨੇ, 6 ਨੇ। ਕਿਹੜੀਆਂ ਨੇ, ਇੰਗਲਿਸ਼, ਫ੍ਰੈਂਚ, ਰਸ਼ੀਅਨ, ਸਪੈਨਿਸ਼, ਚਾਈਨੀਜ਼ ਤੇ ਅਰੈਬਿਕ। ਅਰੈਬਿਕ ਬਾਅਦ ਦੇ ਵਿੱਚ ਜੋੜੀ ਗਈ ਹੈ 1973 ਦੇ ਵਿੱਚ, ਠੀਕ ਹੈ। ਤੇ ਜਿਹੜਾ ਵਰਕਿੰਗ ਹੈ, ਕੰਮ ਹੁੰਦਾ ਉਹ 2 ਦੇ ਵਿੱਚ ਹੁੰਦਾ, ਇੰਗਲਿਸ਼ ਤੇ ਫ੍ਰੈਂਚ ਦੇ ਵਿੱਚ, ਠੀਕ ਹੈ ਨਾ। ਇਹ ਤੁਹਾਨੂੰ ਮੈਂ ਪਹਿਲਾਂ ਹੀ ਕਲੀਅਰ ਕਰਾਇਆ ਹੋਇਆ ਹੈ, ਠੀਕ ਹੈ ਜੀ। ਉਸ ਤੋਂ ਬਾਅਦ ਬਾਕੀ ਮੈਂਬਰ ਬਾਰੇ ਮੈਂ ਤੁਹਾਨੂੰ ਦੱਸਿਆ ਸੀਗਾ ਵੀ ਮੈਂਬਰ ਕਿੰਨੇ ਨੇ ਇਹਦੇ ਟੋਟਲ। ਜਦੋਂ ਯੂਐਨ ਦੀ ਪਹਿਲੀ ਮੀਟਿੰਗ ਹੁੰਦੀ ਹੈ, ਹਨਾ, ਵੀ ਉਹ ਕਹਿੰਦੇ ਆਪਾਂ ਯੂਐਨ ਬਣਾਉਣਾ, ਉਸ ਟਾਈਮ 50 ਕੰਟਰੀਆਂ ਨੇ ਪਾਰਟਿਸਿਪੇਟ ਕਰਿਆ ਸੀ। ਉਸ ਤੋਂ ਬਾਅਦ ਜਦੋਂ ਯੂਐਨ ਦਾ ਚਾਰਟਰ ਸਾਈਨ ਹੁੰਦਾ ਹੈ ਤਾਂ 51 ਕੰਟਰੀਆਂ ਹੋ ਜਾਂਦੀਆਂ ਨੇ। ਤਾਂ ਯੂਐਨ ਦਾ ਚਾਰਟਰ ਕਿੰਨੀ ਕੰਟਰੀਆਂ ਨੇ ਸਾਈਨ ਕਰਿਆ, 51 ਕੰਟਰੀਆਂ ਨੇ ਸਾਈਨ ਕਰਿਆ ਸੀਗਾ। ਇਹ ਬਾਅਦ ਚ ਕਿਹੜੀ ਐਡ ਹੋਈ ਹੈ, ਪੋਲੈਂਡ ਐਡ ਹੋਈ ਹੈ, ਇਹ ਯਾਦ ਰੱਖ ਲਿਓ ਬਈ। ਪੋਲੈਂਡ ਜਿਹੜਾ ਉਹ ਬਾਅਦ ਚ ਐਡ ਹੋਇਆ ਸੀ, ਠੀਕ ਹੈ। ਤੇ ਉਸ ਤੋਂ ਬਾਅਦ ਫਿਰ ਹੌਲੀ ਹੌਲੀ ਕਰਕੇ ਹੋਰ ਕੰਟਰੀਆਂ ਜਿਹੜੀ ਉਹ ਜੁੜਦੀ ਗਈਆਂ। ਐਟ ਪ੍ਰੈਜ਼ੈਂਟ ਮੈਂਬਰ ਕਿੰਨੇ ਨੇ, 193 ਮੈਂਬਰ ਨੇ, ਠੀਕ ਹੈ। ਸਭ ਤੋਂ ਬਾਅਦ ਚ ਕਿਹੜਾ ਜੁੜਿਆ, ਸਾਊਥ ਸੁਡਾਨ ਜੁੜਿਆ ਬਈ 14 ਜੁਲਾਈ 2011 ਨੂੰ। ਅਫਰੀਕਾ ਦੀ ਇੱਕ ਕੰਟਰੀ ਹੈ ਸੁਡਾਨ, ਠੀਕ ਹੈ, ਉਹਦਾ ਬਟਵਾਰਾ ਹੋ ਗਿਆ ਤੇ ਇੱਕ ਨਵੀਂ ਕੰਟਰੀ ਬਣੀ ਹੈ ਸਾਊਥ ਸੁਡਾਨ, ਠੀਕ ਹੈ ਨਾ। ਸੁਡਾਨ ਅਲੱਗ ਹੋ ਗਿਆ, ਸਾਊਥ ਸੁਡਾਨ ਅਲੱਗ ਕੰਟਰੀ ਹੈ, ਇਹਦੀ ਰਾਜਧਾਨੀ ਹੈ ਜੂਬਾ, ਠੀਕ ਹੈ। ਜੂਬਾ ਇਹਦੀ ਰਾਜਧਾਨੀ ਹੈ। 2011 ਚ ਇਹ ਬਣੀ ਸੀਗੀ ਇਹਦਾ ਮੈਂਬਰ ਯੂਐਨ ਦਾ। ਤੇ ਇਹ ਕੁਐਸਚਨ ਹੈ ਜਿਹੜਾ ਪੀਸੀਐਸ ਦੇ ਐਗਜ਼ਾਮ ਚ ਪਹਿਲਾਂ ਪੁੱਛਿਆ ਜਾ ਚੁੱਕਿਆ ਹੈ, ਠੀਕ ਹੈ ਨਾ। ਪੀਸੀਐਸ ਦੇ ਐਗਜ਼ਾਮ ਚ ਪਹਿਲਾਂ ਪੁੱਛਿਆ ਜਾ ਚੁੱਕਿਆ, ਤੁਸੀਂ ਪ੍ਰੀਵੀਅਸ ਈਅਰ ਕੁਐਸਚਨ ਹੈ ਜਿਹੜੇ ਉਹ ਚੈੱਕ ਕਰ ਸਕਦੇ ਹੋ, ਠੀਕ ਹੈ। ਤੇ ਬਾਕੀ 2 ਓਬਜ਼ਰਵਰ ਸਟੇਟ ਨੇ ਬਈ, ਇਹਨਾਂ ਨੂੰ ਤੁਸੀਂ ਫੁੱਲ ਮੈਂਬਰ ਨਹੀਂ ਕਹਿ ਸਕਦੇ। ਇੱਕ ਤਾਂ ਹੋ ਗਿਆ ਹੋਲੀ ਸੀ, ਹੈ ਨਾ, ਪੂਰੀ ਦੁਨੀਆ ਦੀ ਸਭ ਤੋਂ ਛੋਟੀ ਕੰਟਰੀ ਤੁਸੀਂ ਸੁਣੀ ਹੋਣੀ, ਵੈਟੀਕਨ ਸਿਟੀ, ਹੈ ਨਾ, ਉਹੀ ਹੈ ਬਸ, ਠੀਕ ਹੈ। ਇਟਲੀ ਦੇ ਵਿੱਚ ਹੈ, ਇਟਲੀ ਯਾਨੀ ਯੂਰਪ ਦੇ ਵਿੱਚ। ਇਟਲੀ ਦੇ ਮਤਲਬ ਇਟਲੀ ਦਾ ਇਹਦੇ ਆਲੇ ਦੁਆਲੇ ਹੋ ਗਿਆ। ਇੱਕ ਤਰ੍ਹਾਂ ਦੀ ਐਨਕਲੇਵ ਕੰਟਰੀ ਹੈ ਇਹ, ਐਨਕਲੇਵ ਕੰਟਰੀ, ਹੈ ਨਾ। ਐਨਕਲੇਵ ਕੰਟਰੀ ਕੀ ਹੁੰਦੀ ਹੈ, ਐਨਕਲੇਵ ਕੰਟਰੀ ਉਹ ਕੰਟਰੀ ਹੁੰਦੀ ਹੈ ਬਈ, ਮੰਨ ਲਓ, ਹੈ ਨਾ, ਇਹ ਕੋਈ ਏ ਨਾਮ ਦੀ ਕੋਈ ਕੰਟਰੀ ਹੈ, ਇਹਦੇ ਆਲੇ ਦੁਆਲੇ ਕੋਈ ਹੋਰ ਕੰਟਰੀ ਹੈ ਬੀ ਨਾਂ ਦੀ, ਹੈ ਨਾ। ਤਾਂ ਇਹ ਕੰਟਰੀ ਨੂੰ ਚਾਰੋਂ ਤਰਫ ਤੋਂ ਬੋਲ ਰਿਹਾ ਸਿਰਫ ਬੀ ਦਾ ਹੀ ਲੱਗਦਾ ਹੈ, ਇਹ ਬੀ ਦੇ ਨਾਲ ਘਿਰੀ ਹੋਈ ਹੈ। ਤਾਂ ਇਹੋ ਜਿਹੀ ਕੰਟਰੀ ਨੂੰ ਆਪਾਂ ਲੈਂਡ ਲੋਕਡ ਤਾਂ ਕਹਿੰਦੇ ਹੀ ਕਹਿੰਦੇ ਆ, ਇਸ ਤੋਂ ਇਲਾਵਾ ਇਹਨੂੰ ਆਪਾਂ ਐਨਕਲੇਵ ਕੰਟਰੀ ਵੀ ਕਹਿੰਦੇ ਆ, ਠੀਕ ਹੈ ਨਾ। ਤਾਂ ਐਨਕਲੇਵ ਕੰਟਰੀ ਹੈ ਇਹ ਹੋਲੀ ਸੀ, ਠੀਕ ਹੈ ਜੀ। ਤੇ ਇੱਕ ਫਿਲਿਸਤੀਨ ਹੈ ਬਈ, ਪੈਲਸਟੀਨ ਵੀ ਇਹਨੂੰ ਕਹਿੰਦੇ ਆ, ਫਿਲਿਸਤੀਨ ਹੈ। ਇਜ਼ਰਾਈਲ ਦੇ ਨਾਲ ਇਹਨਾਂ ਦਾ ਝਗੜਾ ਚੱਲਦਾ ਰਹਿੰਦਾ, ਨਿਊਜ਼ ਦੇ ਵਿੱਚ ਆਉਂਦਾ ਹੀ ਰਹਿੰਦਾ, ਹੈ ਨਾ। ਗਾਜ਼ਾ ਪੱਟੀ ਤੁਸੀਂ ਸੁਣਿਆ ਹੋਣਾ, ਗਾਜ਼ਾ ਪੱਟੀ, ਵੈਸਟ ਬੈਂਕ, ਉਹ ਸਾਰਾ ਕੁਝ ਉਹ ਮਤਲਬ ਉਹ ਦੋਨੇ ਇਹਦੇ ਹਿੱਸੇ ਨੇ ਪੈਲਸਟੀਨ ਦੇ। ਤਾਂ ਇਹ 2 ਹੈ ਜਿਹੜੇ ਇਹ ਓਬਜ਼ਰਵਰ ਸਟੇਟ ਨੇ ਇਹਨਾਂ ਦੇ, ਠੀਕ ਹੈ। ਹੋਰ ਕੀ ਹੈ, ਇਹ 6 ਇਹਨਾਂ ਦੇ ਮੁੱਖ ਅੰਗ ਨੇ ਬਈ, ਠੀਕ ਹੈ। ਮੈਂ ਤੁਹਾਨੂੰ ਲਿਖਾਏ ਸੀ ਪਹਿਲਾਂ ਵੀ।
जनरल असेंबली हो गया, महासभा, सिक्योरिटी काउंसिल सुरक्षा परिषद हो गया, इकोनॉमिक एंड सोशल काउंसिल आर्थिक ते समाजिक कौंसल होगी, सैक्रेटरीएट हो गया, इंटरनेशनल कोर्ट ऑफ जस्टिस ते ट्रस्टीशिप काउंसिल। ठीक है, पीडीएफ ਤੁਹਾਨੂੰ ਮਿਲ ਜੂਗੀ, ਟੈਨਸ਼ਨ ਲੈਣ ਦੀ ਕੋਈ ਗੱਲ ਨਹੀਂ ਹੈਗੀ। ਇਹ ਜਨਰਲ ਅਸੈਂਬਲੀ, ਠੀਕ ਹੈ, ਇਹ ਹੈ ਜਨਰਲ ਅਸੈਂਬਲੀ, ਠੀਕ ਹੈ, ਦੇਖ ਸਕਦੇ ਹੋ ਤੁਸੀਂ। ਇਹ ਬਹੁਤ ਵੱਡਾ ਹੋਲ ਹੈ, ਇਹ ਜਿੰਨੀ ਵੀ ਚੇਅਰਾਂ ਲੱਗੀਆਂ ਨੇ ਇਹ ਹਰ ਇੱਕ ਦੇਸ਼ ਦਾ ਮੈਂਬਰ ਹੈ ਜਿਹੜਾ ਇੱਥੇ ਬੈਠਦਾ ਹੈ। ਠੀਕ ਹੈ ਨਾ, ਹਰ ਇੱਕ ਦੇਸ਼ ਦਾ ਇੱਕ ਰਿਪਰੈਜ਼ੈਂਟੇਟਿਵ, ਇੱਕ ਤੋਂ ਵੱਧ ਵੀ ਹੋ ਸਕਦੇ ਆ, 5 ਵੀ ਹੋ ਸਕਦੇ ਆ, ਪਰ ਇੱਕ ਤਾਂ ਜ਼ਰੂਰੀ ਹੈ, 5 ਵੀ ਹੋ ਸਕਦੇ ਆ। ਤੇ ਵੋਟ ਸਿਰਫ ਇੱਕ ਦੀ ਕਾਊਂਟ ਹੋਏਗੀ। ਮੰਨ ਲਓ ਆਪਣਾ ਇੰਡੀਆ ਵੱਲੋਂ 5 ਬੰਦੇ ਇੱਥੇ ਗਏ ਹੋਏ ਨੇ ਹਨਾ, 5 ਬੰਦੇ ਬੈਠੇ ਨੇ ਇੱਥੇ, ਕਿਸੇ ਮਾਮਲੇ ਤੇ ਵੋਟਿੰਗ ਹੋਣ ਲੱਗੀ, ਇਹ ਨਹੀਂ ਕਿ ਫਿਰ 5 ਦੀ ਵੋਟਿੰਗ ਹੋਊਗੀ, ਫਿਰ ਇੱਕ ਵੋਟ ਤਾਂ ਇੱਕ ਹੀ ਕਾਊਂਟ ਹੋਊਗੀ। ਤਾਂ ਇੱਥੇ ਸਭ ਬਰਾਬਰ ਨੇ ਬਈ, 193 ਮੈਂਬਰ ਨੇ, ਸਾਰੇ ਬਰਾਬਰ ਨੇ, ਸਾਰਿਆਂ ਦੀ ਵੋਟ ਦੀ ਵੈਲਿਊ ਇੱਕ। ਠੀਕ ਹੈ ਨਾ, ਮੈਕਸਿਮਮ ਬੰਦੇ ਆਪਾਂ 5 ਬਿਠਾ ਸਕਦੇ ਹਾਂ ਆਪਣੀ ਕੰਟਰੀ ਦੇ, ਉਹ ਕੋਈ ਚੱਕਰ ਨਹੀਂ। ਠੀਕ ਹੈ ਨਾ, ਤਾਂ ਇਹਨਾਂ 193 ਦੇ ਵਿੱਚੋਂ ਹੀ ਚੁਣ ਕੇ ਕਿਸੇ ਇੱਕ ਨੂੰ ਇੱਥੇ ਬਿਠਾਇਆ ਜਾਏਗਾ ਪ੍ਰੈਜ਼ੀਡੈਂਟ ਦੀ ਪੋਸਟ ਤੇ। ਠੀਕ ਹੈ ਨਾ, ਤਾਂ ਇਹ 1 ਸਾਲ ਵਾਸਤੇ ਹੀ ਬਣਦਾ ਪ੍ਰੈਜ਼ੀਡੈਂਟ। ਇਹ ਯਾਦ ਰੱਖਣ ਦੀ ਲੋੜ ਹੁੰਦੀ ਨਹੀਂ ਕਿ ਪਹਿਲਾਂ ਕੌਣ ਸੀ, ਇਹ ਕੁਛ ਹੈ ਨਾ, ਬਸ ਜਦੋਂ ਤੁਸੀਂ ਪੇਪਰ ਦੇ ਵਿੱਚ ਜਾ ਰਹੇ ਹੋ ਤਾਂ ਇਹ ਯਾਦ ਰੱਖ ਲਓ ਕਿ ਐਟ ਪ੍ਰੈਜ਼ੈਂਟ ਪ੍ਰੈਜ਼ੀਡੈਂਟ ਕੌਣ ਹੈ। ਠੀਕ ਹੈ ਨਾ, ਇੰਨਾ ਕੁ ਬਹੁਤ ਹੁੰਦਾ। ਬਾਕੀ ਹਾਂ, ਇੱਕ ਪੁਆਇੰਟ ਹੋਰ ਹੈ, ਇਸ ਪੂਰੀ UN ਦੀ ਜਨਰਲ ਅਸੈਂਬਲੀ ਦੀ ਪਹਿਲੀ ਮਹਿਲਾ ਜਿਹੜੀ ਪ੍ਰੈਜ਼ੀਡੈਂਟ ਬਣੀ ਸੀ ਉਹ ਇੰਡੀਆ ਤੋਂ ਸੀਗੀ ਜੀ, ਵਿਜੇ ਲక్ష్ਮੀ ਪੰਡਿਤ। ਠੀਕ ਹੈ ਨਾ, ਵਿਜੇ ਲక్ష్ਮੀ ਪੰਡਿਤ। ਠੀਕ ਹੈ, APPT ਚ ਤੁਹਾਨੂੰ ਮਿਲ ਜੂਗਾ। ਠੀਕ ਹੈ, ਤਾਂ ਇਹ ਬਈ ਕੀ ਹੈ, ਇਹ ਜਨਰਲ ਅਸੈਂਬਲੀ ਹੈ। ਬਾਕੀ ਇਹਦੇ ਨਾਲ ਰਿਲੇਟਡ ਕੰਮ ਤੇ ਜੋ ਵੀ ਇਹਨਾਂ ਦੇ ਪੁਆਇੰਟ ਨੇ ਉਹ ਤੁਸੀਂ ਦੇਖ ਲਓ। ਇਹਨੂੰ ਮਿੰਨੀ ਪਾਰਲੀਮੈਂਟ ਕਿਹਾ ਜਾਂਦਾ ਵਰਲਡ ਦੀ। ਠੀਕ ਹੈ, ਕਲੀਅਰ ਹੈ। ਜਿਵੇਂ ਆਪਣੀ ਪਾਰਲੀਮੈਂਟ ਲੋਕ ਸਭਾ ਰਾਜ ਸਭਾ ਦੇ ਵਿੱਚ ਮੈਂਬਰ ਬੈਠਦੇ ਨੇ ਪੂਰੇ ਕੌਂਸਟੀਚੁਐਂਸੀਆਂ ਦੇ, ਉਦਾਂ ਹੀ ਪੂਰੀ ਦੁਨੀਆ ਦੇ ਜਿਹੜੇ ਮੈਂਬਰ ਨੇ ਉਹ ਇੱਥੇ ਬੈਠਦੇ ਨੇ। ਠੀਕ ਹੈ ਨਾ, ਤੇ ਟੋਟਲ ਮੈਂਬਰ 193 ਨੇ। ਐਟ ਪ੍ਰੈਜ਼ੈਂਟ ਪ੍ਰੈਜ਼ੀਡੈਂਟ ਕੌਣ ਹੈ ਹੁਣ, ਹਨਾ, ਜਿਹੜਾ ਇੱਥੇ ਬੈਠਦਾ ਹੈ ਪ੍ਰੈਜ਼ੀਡੈਂਟ, ਐਟ ਪ੍ਰੈਜ਼ੈਂਟ ਕੌਣ ਹੈ? ਤਾਂ ਉਹ ਹੈ ਬਈ ਅਬਦੁੱਲਾ ਸਾਹਿਦ, ਮਾਲਦੀਵ ਕੰਟਰੀ ਦਾ, ਜਿਹੜਾ ਆਪਣਾ ਪੜੋਸੀ ਹੈ ਮਾਲਦੀਵ, ਉਹਦਾ ਇੱਕ ਬੰਦਾ ਹੈ ਅਬਦੁੱਲਾ ਸਾਹਿਦ, ਉਹ ਇਹਦਾ ਪ੍ਰੈਜ਼ੀਡੈਂਟ ਹੈ। ਠੀਕ ਹੈ ਨਾ, ਤਾਂ ਜਨਰਲ ਅਸੈਂਬਲੀ ਦੀ ਮੀਟਿੰਗ ਸਾਲ ਦੇ ਵਿੱਚ ਇੱਕ ਵਾਰ ਪੱਕਾ ਹੁੰਦੀ ਹੈ, ਮੇਨਲੀ ਸਤੰਬਰ ਦੇ ਮਹੀਨੇ ਵਿੱਚ। ਤਾਂ ਇਹ ਜਨਰਲ ਅਸੈਂਬਲੀ ਸਾਲ ਵਿੱਚ ਇੱਕ ਵਾਰ ਇਕੱਠੇ ਹੁੰਦੀ ਹੈ। ਠੀਕ ਹੈ, ਸਾਰੇ ਦੇ ਸਾਰੇ ਮੈਂਬਰ ਇੱਥੇ ਪਹੁੰਚਦੇ ਨੇ, ਤਾਂ ਉਹ ਵੀ ਆਪਾਂ ਨੇ ਯਾਦ ਰੱਖਣਾ ਹੈ। ਠੀਕ ਹੈ, ਤੇ ਕੰਮ ਕੀ ਹੈ? ਕੰਮ ਬਸ ਉਹੀ ਹੈ, ਇਹਨਾਂ ਦੇ ਬਜਟ ਪਾਸ ਹੁੰਦਾ ਹੈ ਬਈ ਸਾਰਾ ਦਾ ਸਾਰਾ। ਠੀਕ ਹੈ ਨਾ, ਬਜਟ ਹੋ ਗਿਆ। ਕਿਸੇ ਨੂੰ ਨਵਾਂ ਮੈਂਬਰ ਬਣਾਉਣਾ ਜਾਂ ਨਹੀਂ ਬਣਾਉਣਾ ਤੇ ਉਹ ਵੀ ਕੌਣ ਡਿਸਾਈਡ ਕਰਦਾ? ਦੇਖੋ, ਜਿਹੜਾ ਜੇ ਕਿਸੇ ਕੰਟਰੀ ਨੂੰ ਨਵਾਂ ਮੈਂਬਰ ਬਣਾਉਣਾ ਨਾ, ਤਾਂ ਉਹ ਵੀ UNSC ਯਾਨੀ ਯੂਨਾਈਟਿਡ ਨੇਸ਼ਨ ਸਿਕਿਉਰਿਟੀ ਕਾਉਂਸਿਲ, ਜਿਹਦੇ ਚ 15 ਮੈਂਬਰ ਨੇ। ਮੈਂ ਤੁਹਾਨੂੰ ਦੱਸਿਆ ਸੀ ਨਾ 15 ਮੈਂਬਰ ਨੇ, ਵੀ 5 ਟੈਂਪਰੇਰੀ 5 ਹੈ ਜਿਹੜੇ ਉਹ ਪਰਮਾਨੈਂਟ ਹੋ ਗਏ ਤੇ 10 ਜਿਹੜੇ ਉਹ ਟੈਂਪਰੇਰੀ ਹੋ ਗਏ, ਹਨਾ। ਯੂਨਾਈਟਿਡ ਨੇਸ਼ਨ ਸਿਕਿਉਰਿਟੀ ਕਾਉਂਸਿਲ ਉਹ ਡਿਸਾਈਡ ਕਰਦੀ ਹੈ, ਉਹ ਪ੍ਰਪੋਜ਼ਲ ਦਿੰਦੀ ਹੈ, ਉਹਦੇ ਪ੍ਰਪੋਜ਼ਲ ਤੋਂ ਬਾਅਦ ਇੱਥੇ ਫਿਰ VOTING ਹੁੰਦੀ ਹੈ, ਤੇ VOTING ਚ 2/3 ਮੈਜੋਰਟੀ ਜੇ ਮਿਲ ਗਈ, 2/3 ਮੈਜੋਰਟੀ ਹੈ ਜੇ ਮਿਲ ਗਈ, ਫਿਰ ਕੀ ਹੈ, ਉਹ ਨਵਾਂ ਮੈਂਬਰ ਹੈ ਜਿਹੜਾ ਬਣਦਾ। ਠੀਕ ਹੈ ਨਾ, ਤਾਂ ਇਹ ਤੁਸੀਂ ਕਹਿ ਸਕਦੇ ਹੋ ਇਨਡਾਇਰੈਕਟਲੀ ਇੱਥੇ ਵੀ ਦਬਦਬਾ ਕਿਹਦਾ ਹੈ? ਇਹਨਾਂ 15 ਕੰਟਰੀਆਂ, ਇਹਨਾਂ 15 ਤੋਂ ਵਿੱਚੋਂ ਵੀ ਸਿਰਫ 5 ਕੰਟਰੀਆਂ ਦਾ ਦਬਦਬਾ ਹੈ ਜਿਨ੍ਹਾਂ ਕੋਲ ਵੀਟੋ ਪਾਵਰ ਹੈ। ਸਮਝਿਓ ਗੱਲ? ਠੀਕ ਹੈ ਜੀ। ਫਿਰ ਹੋਰ ਕੀ ਕੰਮ ਹੈ ਇਹਨਾਂ ਦਾ? ਬਾਕੀ ਜਿਹੜੇ UN ਦੇ ਹੋਰ ਅੰਗ ਨੇ ਉਹਨਾਂ ਦੇ ਮੈਂਬਰ ਚੁਣਦੇ ਆ, ਤਾਂ ਇਹੀ ਇੱਥੋਂ ਹੀ ਚੁਣੇ ਜਾਂਦੇ ਆ ਬਈ, ਇਹਨਾਂ 193 ਵਿੱਚੋਂ ਹੀ ਚੁਣੇ ਜਾਂਦੇ ਆ, ਇਹੀ VOTING ਕਰਦੇ ਆ, ਇਹਨਾਂ ਵਿੱਚੋਂ ਹੀ ਚੁਣੇ ਜਾਂਦੇ ਆ। ਠੀਕ ਹੈ ਨਾ, ਤੇ ਇਸ ਤੋਂ ਇਲਾਵਾ ਜਿਹੜਾ UN ਸੈਕਟਰੀਏਟ ਹੈ, ਸਚਿਵਾਲਿਆ, ਮੈਂ ਤੁਹਾਨੂੰ ਦੱਸਿਆ ਸੀ, ਜਿਹਦਾ ਪ੍ਰੈਜ਼ੀਡੈਂਟ ਹੁੰਦਾ ਹੈ ਮਹਾਸਚਿਵ 5 ਸਾਲ ਵਾਸਤੇ, ਉਹ ਪ੍ਰੈਜ਼ੀਡੈਂਟ ਬਣਦਾ ਹੈ ਤੇ ਪੂਰੇ ਦੇ ਪੂਰੇ UN ਨੂੰ ਰਿਪਰੈਜ਼ੈਂਟ ਕਰਦਾ, ਜਿਹੜਾ ਹੁਣ ਐਟ ਪ੍ਰੈਜ਼ੈਂਟ ਐਂਟੋਨੀਓ ਗੁਟੇਰਸ ਹੈ ਪੁਰਤਗਾਲ ਦਾ, ਹਨਾ। ਉਹਨੂੰ ਵੀ ਅਪਾਇੰਟ ਕੌਣ ਕਰਦਾ ਹੈ? ਜਨਰਲ ਅਸੈਂਬਲੀ ਕਰਦੀ ਹੈ। ਉਹਨੂੰ ਵੀ ਅਪਾਇੰਟ ਕੌਣ ਕਰਦੀ ਹੈ? ਜਨਰਲ ਅਸੈਂਬਲੀ ਕਰਦੀ ਹੈ। ਬਟ ਫਿਰ ਉਹੀ ਗੱਲ ਹੈ, ਉਹ ਸਿਰਫ ਇਹ 15 ਡਿਸਾਈਡ ਕਰਨਗੇ, ਤੇ ਇਹਨਾਂ 15 ਵਿੱਚੋਂ ਵੀ ਇਹ 5 ਜਿਹੜੇ ਮੇਨ ਆ, ਇਹਨਾਂ ਇਹੀ ਡਿਸਾਈਡ ਕਰਦੇ ਆ, ਜਿਹੜੇ ਪਰਮਾਨੈਂਟ ਮੈਂਬਰ ਹੁੰਦੇ ਆ। ਠੀਕ ਹੈ ਨਾ, ਤਾਂ ਮੇਨ ਬਾਈ ਦੇਖੋ ਬਣਾਈ ਗਈ ਹੈ ਪੂਰੀ ਦੁਨੀਆ ਵਾਸਤੇ, ਰੂਲ ਕਿਹਨਾਂ ਦਾ ਚੱਲ ਰਿਹਾ? ਉਹੀ 5 ਬੰਦੇ ਆ। ਠੀਕ ਹੈ, ਘੁੰਮ ਫਿਰ ਕੇ। ਠੀਕ ਹੈ, ਤੇ ਇੰਡੀਆ ਵਰਗੀ ਕੰਟਰੀ ਹੈ ਜਿਹੜੀ ਸਭ ਤੋਂ ਵੱਡਾ ਲੋਕਤੰਤਰ ਹੈ, ਉਹਦੀ ਕੋਈ ਰਿਪਰੈਜ਼ੈਂਟੇਸ਼ਨ ਇੱਥੇ ਨਹੀਂ ਹੈ। ਠੀਕ ਹੈ, ਯੂਰਪ ਵਰਗਾ ਇੱਕ ਛੋਟਾ ਜਿਹਾ ਕੌਂਟੀਨੈਂਟ ਹੈ, ਪੂਰੀ ਦੁਨੀਆ ਦੀ 5% ਆਬਾਦੀ ਉਹ ਲੈ ਕੇ ਬੈਠੇ ਨੇ। ਠੀਕ ਹੈ, 5% ਆਬਾਦੀ ਹੈ ਤੇ ਪਰਮਾਨੈਂਟ ਸੀਟਾਂ ਲੈ ਕੇ ਬੈਠੇ ਨੇ। UK ਵੀ, ਫਰਾਂਸ ਵੀ, ਤੇ ਜੇ ਆਪਾਂ ਰਸ਼ੀਆ ਨੂੰ ਦੇਖੀਏ, ਰਸ਼ੀਆ ਵੀ ਪੋਲੀਟੀਕਲ ਤੌਰ ਤੇ ਤਾਂ ਯੂਰਪ ਦੇ ਵਿੱਚ ਹੀ ਆਉਂਦਾ। ਤਾਂ ਇਹ 5% ਆਬਾਦੀ ਲਈ 3 ਸੀਟਾਂ, ਤੇ ਇੰਡੀਆ 17% ਆਬਾਦੀ, ਕੋਈ ਸੀਟ ਨਹੀਂ। ਠੀਕ ਹੈ ਜੀ, ਤੇ ਹੋਰ ਵੱਡੀ ਵੱਡੀ ਕੰਟਰੀਆਂ ਨੇ, ਬ੍ਰਾਜ਼ੀਲ, ਪੂਰੇ ਦੇ ਪੂਰੇ ਸਾਊਥ ਅਮਰੀਕਾ ਚ ਕੋਈ ਸੀਟ ਨਹੀਂ। ਠੀਕ ਹੈ, ਓਸ਼ੀਆਨਾ ਹੋ ਗਿਆ ਜਿਹੜਾ ਆਪਣਾ, ਆਸਟ੍ਰੇਲੀਆ ਵਗੈਰਾ, ਉੱਥੇ ਕਿਸੇ ਨੂੰ ਕੋਈ ਸੀਟ ਨਹੀਂ। ਤਾਂ ਇਹ ਬਸ ਸਾਰਾ ਕੀ ਹੈ, ਵੈਸਟ ਤੁਸੀਂ ਕਹਿ ਸਕਦੇ ਹੋ, ਜਾਂ ਯੂਰਪ ਵਾਲੇ ਨੇ ਜਿਹੜੇ, ਬਸ ਉਹੀ ਡੋਮੀਨੇਟ ਕਰ ਰਹੇ ਆ ਇੱਥੇ, ਹੋਰ ਕੁਝ ਨਹੀਂ ਹੈਗਾ ਬਾਈ। ਜਿਹਦੇ ਕੋਲ ਜਿੰਨਾ ਪੈਸਾ ਸੀ ਉਸ ਟਾਈਮ
ठीक है ना, बस उन्होंने उन्नी पावर इन्होंने देती। ठीक है, जनरल असैंबली बारे ये 2-3 पॉइंट देख लो, क्योंकि देखो ਜਿਹੜਾ ਜਨਰਲ ਅਸੈਂਬਲੀ ਹੈ, ਜਨਰਲ ਅਸੈਂਬਲੀ ਦਾ ਹੈੱਡਕੁਆਟਰ ਜਿਹੜਾ ਬਣਿਆ ਸੀਗਾ ਨਿਊਯਾਰਕ ਦੇ ਵਿੱਚ, ਉਹ ਕਦੋਂ ਬਣਿਆ ਸੀਗਾ 1952 ਦੇ ਵਿੱਚ ਬਣਿਆ ਸੀ, ਹੈ ਨਾ। ਤੇ ਜਨਰਲ ਅਸੈਂਬਲੀ ਦੀ ਫਿਰ 1952 ਤੋਂ ਪਹਿਲਾਂ ਜਿਹੜੀ ਮੀਟਿੰਗਾਂ ਹੋਈਆਂ ਨੇ ਉਹ ਕਿੱਥੇ ਕਿੱਥੇ ਹੋਈਆਂ ਨੇ, ਜਿਹੜੀ ਸਭ ਤੋਂ ਪਹਿਲੀ ਮੀਟਿੰਗ ਸੀ, ਇਹ ਕੁਐਸਚਨ ਆ ਜਾਂਦਾ ਹੈ, ਸਭ ਤੋਂ ਪਹਿਲੀ ਮੀਟਿੰਗ ਜਨਰਲ ਅਸੈਂਬਲੀ ਦੀ ਲੰਡਨ ਦੇ ਵਿੱਚ ਹੋਈ ਸੀ, ਲੰਡਨ ਦੇ ਵਿੱਚ। ਠੀਕ ਹੈ ਜੀ, ਬਾਕੀ ਹੁਣ ਤਾਂ ਸਾਰੀ ਦੀ ਸਾਰੀ ਨਿਊਯਾਰਕ ਦੇ ਵਿੱਚ ਹੁੰਦੀਆਂ ਨੇ, ਕਿਉਂਕਿ ਹੁਣ ਤਾਂ ਇਹਨਾਂ ਕੋਲ ਕੀ ਹੈ, ਉਹ ਬਣ ਗਿਆ ਆਪਣਾ ਹੈੱਡਕੁਆਟਰ ਹੈ, ਪਰ ਹੈੱਡਕੁਆਟਰ ਬਣਨ ਤੋਂ ਪਹਿਲਾਂ ਮੀਟਿੰਗ ਲੰਡਨ ਦੇ ਵਿੱਚ ਹੋਈ ਹੈ, ਤੇ ਹੋਰ 1-2 ਥਾਂ ਤੇ ਹੋਰ ਹੋਈ ਹੈ, ਬਟ ਆਪਾਂ ਨੇ ਬਸ ਇਹੀ ਯਾਦ ਰੱਖਣਾ ਕਿ ਪਹਿਲੀ ਮੀਟਿੰਗ ਕਿੱਥੇ ਹੋਈ ਹੈ, ਲੰਡਨ ਦੇ ਵਿੱਚ ਹੋਈ ਹੈ। ਠੀਕ ਹੈ, ਤੇ ਪਹਿਲੀ ਵੂਮਨ ਪ੍ਰੈਜ਼ੀਡੈਂਟ ਮੈਂ ਤੁਹਾਨੂੰ ਦੱਸਿਆ ਸੀਗਾ ਜਨਰਲ ਅਸੈਂਬਲੀ ਦੀ, ਪਹਿਲੀ ਵੂਮਨ ਪ੍ਰੈਜ਼ੀਡੈਂਟ ਕੌਣ ਸੀ, ਵਿਜੇ ਲక్ష్ਮੀ ਪੰਡਿਤ ਸੀ ਇੰਡੀਆ ਦੀ। ਠੀਕ ਹੈ ਜੀ, ਨੈਕਸਟ ਇਹ ਦੇਖੋ ਬਾਈ, ਇਹ ਸਿਕਿਉਰਿਟੀ ਕਾਉਂਸਲ ਹੈ। ਠੀਕ ਹੈ ਨਾ, ਸਿਕਿਉਰਿਟੀ ਕਾਉਂਸਲ ਜਿਹਦੇ ਚ ਕੀ ਹੈ, ਜਿਹਦਾ ਮੇਨ ਕੰਮ ਕੀ ਹੈ, ਪਹਿਲਾਂ ਇਹ ਦੇਖੋ ਇਹਦਾ ਮੇਨ ਕੰਮ ਕੀ ਹੈ ਸਿਕਿਉਰਿਟੀ ਕਾਉਂਸਲ ਦਾ, ਇੰਟਰਨੈਸ਼ਨਲ ਪੀਸ ਐਂਡ ਸਿਕਿਉਰਿਟੀ ਇਹ ਬਣਾ ਕੇ ਰੱਖਣੀ ਹੈ ਇਹਨਾਂ ਨੇ। ਤੇ ਸਿਕਿਉਰਿਟੀ ਬਣਾਉਣ ਦੀ ਜ਼ਿੰਮੇਵਾਰੀ ਕਿਹਨਾਂ ਨੂੰ ਦੇਈ ਹੈ, ਇਹ 5 ਬੰਦੇ ਆ। ਠੀਕ ਹੈ ਨਾ, ਇਹਨਾਂ ਨੂੰ ਕਿਹਾ ਕਿ ਤੁਸੀਂ ਕਿਸੇ ਦਾ ਕੋਈ ਸ਼ੋਸ਼ਣ ਨਾ ਹੋਵੇ, ਹਿਊਮਨ ਰਾਈਟਸ ਵਗੈਰਾ ਇਹ ਸਾਰਾ ਕੁਝ ਦੇਖਣਾ ਹੈ ਨਾ, ਇੰਟਰਨੈਸ਼ਨਲ ਸਿਕਿਉਰਿਟੀ ਦੇਖਣੀ ਹੈ। ਤੇ ਇੱਕ ਗੱਲ ਹੋਰ ਹੈ ਬਾਈ, ਇਹਦਾ ਜਿਹੜਾ ਡਿਸੀਜਨ ਹੁੰਦਾ ਹੈ ਸਿਕਿਉਰਿਟੀ ਕਾਉਂਸਲ ਦਾ, ਇਹ ਵਾਧੇ ਹੁੰਦਾ ਸਾਰਿਆਂ ਤੇ। ਠੀਕ ਹੈ ਨਾ, ਜਿੰਨੇ ਵੀ ਯੂਐਨ ਦੇ ਮੈਂਬਰ ਨੇ, 193 ਮੈਂਬਰ ਨੇ ਯੂਐਨ ਦੇ, ਜਿਹੜਾ ਫੈਸਲਾ ਇਸ ਸਿਕਿਉਰਿਟੀ ਕਾਉਂਸਲ ਨੇ ਲਿਆ, ਠੀਕ ਹੈ ਨਾ, ਉਹ ਇਹਨਾਂ 193 ਨੂੰ ਮੰਨਣਾ ਹੀ ਪਊਗਾ, ਇਹ ਵਾਧੇ ਹੁੰਦਾ। ਠੀਕ ਹੈ, ਠੀਕ ਹੈ ਨਾ। ਪੁਲਿਸਮੈਨ ਆਫ ਵਰਲਡ ਵੀ ਇਹਨੂੰ ਕਿਹਾ ਜਾਂਦਾ। ਟੋਟਲ ਮੈਂਬਰ ਕਿੰਨੇ ਨੇ, 15 ਨੇ, ਮੈਂ ਤੁਹਾਨੂੰ ਪਹਿਲਾਂ ਹੀ ਦੱਸਿਆ, 5 ਪਰਮਾਨੈਂਟ ਨੇ ਬਈ, 5 ਸਥਾਈ ਨੇ ਤੇ 10 ਨੋਨ ਪਰਮਾਨੈਂਟ ਨੇ। ਠੀਕ ਹੈ, ਅਸਥਾਈ ਨੇ। 5 ਪਰਮਾਨੈਂਟ ਕਿਹੜੇ ਨੇ, ਅਮਰੀਕਾ, ਯੂਕੇ, ਫਰਾਂਸ, ਰਸ਼ੀਆ, ਚਾਈਨਾ। ਠੀਕ ਹੈ, ਤੇ ਨੋਨ ਪਰਮਾਨੈਂਟ ਕਿਹੜੇ ਨੇ, 10 ਮੈਂਬਰ ਨੇ ਤੇ 2 ਸਾਲ ਵਾਸਤੇ ਉਹ ਚੁਣੇ ਜਾਂਦੇ ਆ। ਠੀਕ ਹੈ, ਇਹ ਵੀ ਯਾਦ ਰੱਖਣਾ। ਤੇ ਐਟ ਪ੍ਰੈਜ਼ੈਂਟ ਇੰਡੀਆ ਵੀ ਇੱਥੇ ਹੈਗਾ, ਇੰਡੀਆ ਪਹਿਲਾਂ ਵੀ ਰਹਿ ਚੁੱਕਿਆ ਸੀ 7 ਵਾਰ, ਇਸ ਵਾਰ ਵੀ ਹੈਗਾ, ਯਾਨੀ ਇੰਡੀਆ ਟੋਟਲ 8 ਵਾਰ ਹੈ ਜਿਹੜਾ ਉਹ ਮੈਂਬਰ ਬਣ ਚੁੱਕਿਆ ਇਹਦਾ। ਠੀਕ ਹੈ ਜੀ, ਨੋਨ ਪਰਮਾਨੈਂਟ। ਹੁਣ ਕੀ ਹੈ, ਇਹ ਮਿਲ ਕੇ ਆਪਸ ਦੇ ਵਿੱਚ ਫੈਸਲੇ ਕਰਦੇ ਆ, ਤੇ ਜਿਹੜੇ ਪਰਮਾਨੈਂਟ ਮੈਂਬਰ ਨੇ ਉਹਨਾਂ ਕੋਲ ਵੀਟੋ ਪਾਵਰ ਵੀ ਹੈਗੀ ਆ। ਵੀਟੋ ਪਾਵਰ ਇਹ ਡਾਇਰੈਕਟਲੀ ਕੁਐਸਚਨ ਆ ਜਾਂਦਾ ਹੈ ਬਈ ਵੀਟੋ ਪਾਵਰ ਕਿਹਨਾਂ ਕੋਲ ਹੈ, ਜਾਂ ਫਿਰ ਉਹ 4 ਆਪਸ਼ਨ ਦੇ ਦੇਣਗੇ ਤੁਹਾਨੂੰ ਤੇ ਪੁੱਛ ਲੈਣਗੇ ਕਿ ਇਹਨਾਂ ਵਿੱਚੋਂ ਕਿਹੜੇ ਦੇਸ਼ ਕੋਲ ਵੀਟੋ ਪਾਵਰ ਹੈ ਜਿਹੜੀ ਉਹ ਨਹੀਂ ਹੈਗੀ, ਕਿਹੜੇ ਦੇਸ਼ ਕੋਲ ਹੈ ਜਿਹੜੀ ਉਹ ਵੀਟੋ ਪਾਵਰ ਨਹੀਂ ਹੈਗੀ। ਠੀਕ ਹੈ ਨਾ, ਤਾਂ ਪਰਮਾਨੈਂਟ ਮੈਂਬਰ ਨੇ ਬਸ ਉਹਨਾਂ ਕੋਲ ਵੀਟੋ ਪਾਵਰ ਹੈ, ਤੇ ਇਹ ਪਰਮਾਨੈਂਟ ਮੈਂਬਰ ਤੁਸੀਂ ਯਾਦ ਰੱਖਣੇ ਆ ਬਈ। ਠੀਕ ਹੈ ਜੀ, ਇਹ ਪਰਮਾਨੈਂਟ ਮੈਂਬਰ ਨੇ ਜਿਹੜੇ, ਇਹ ਤੁਸੀਂ ਯਾਦ ਰੱਖਣੇ ਆ। ਵੀਟੋ ਪਾਵਰ ਹੈ ਕੀ ਹੈ, ਵੀਟੋ ਦਾ ਮਤਲਬ ਹੁੰਦਾ ਹੈ ਨੋ। ਵੀਟੋ ਦਾ ਕੀ ਮਤਲਬ ਹੈ, ਬਸ ਸਿੱਧਾ ਇਹੀ ਸਮਝ, ਵੀਟੋ ਦਾ ਮਤਲਬ ਹੈ ਬਈ ਨੋ। ਠੀਕ ਹੈ ਨਾ, ਯਾਨੀ ਇਹਨਾਂ ਨੇ ਕੋਈ ਕੰਮ ਕਰਨਾ, ਠੀਕ ਹੈ ਜੀ, ਮੰਨ ਲਓ ਇਹ 4 ਕੋਈ ਵੀ ਇਹਨਾਂ ਨੇ ਕੰਮ ਕਰਨਾ ਹੈ ਨਾ, ਜਿਵੇਂ ਆਪਣਾ ਇੰਡੀਆ ਵਾਲਾ ਕੇਸ ਹੀ ਸੀਗਾ ਕਿ ਜੰਮੂ ਕਸ਼ਮੀਰ ਦੇ ਵਿੱਚੋਂ 370 ਧਾਰਾ ਹੈ ਜਿਹੜੀ ਉਹ ਹਟਾਈ ਗਈ ਹੈ ਨਾ, ਤਾਂ ਮੰਨ ਲਓ ਉਹੀ ਕੇਸ ਇੱਥੇ ਚੱਲ ਗਿਆ, ਤਾਂ ਇਹ ਕਹਿ ਰਹੇ ਆ ਵੀ ਕਿ ਜਿਹੜਾ ਇੰਡੀਆ ਨੇ ਕੰਮ ਕਰਿਆ ਉਹ ਬਹੁਤ ਗਲਤ ਕਰਿਆ ਹੈ ਨਾ। ਚਾਈਨਾ, ਮੰਨ ਲਓ ਚਾਈਨਾ ਨੇ ਇਹ ਰੱਖਤਾ ਪ੍ਰਪੋਜ਼ਲ ਕਿ ਇੰਡੀਆ ਨੇ ਜਿਹੜਾ ਕੰਮ ਕਰਿਆ ਇਹ ਗਲਤ ਕਰਿਆ, ਤੇ ਇਹ ਜਿਹੜੀ 370 ਧਾਰਾ ਇਹ ਦੁਬਾਰਾ ਲਾਗੂ ਹੋਣੀ ਚਾਹੀਦੀ ਹੈ। ਠੀਕ ਹੈ ਨਾ, ਚਾਈਨਾ ਨੇ ਇਹ ਰੱਖਤਾ ਅੱਗੇ। ਤਾਂ ਚਾਈਨਾ ਦੀ ਗੱਲ ਤੋਂ ਇਹ 10 ਮੈਂਬਰ ਨੇ ਜਿਹੜੇ ਮੰਨ ਲਓ ਹਨਾ, ਇਹ ਵੀ ਐਗਰੀ ਕਰ ਗਏ ਕਿ ਹਾਂ 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 ਵੀ ਗਲਤ ਕਰਿਆ, ਇਹ ਵੀ ਦੁਬਾਰਾ ਲਗਾਓ। ਰਸ਼ੀਆ ਵੀ ਐਗਰੀ ਕਰ ਗਿਆ ਮੰਨ ਲਓ ਹਨਾ, ਤੇ ਫਰਾਂਸ ਵੀ ਐਗਰੀ ਕਰ ਗਿਆ, ਯੂਨਾਈਟਿਡ ਕਿੰਗਡਮ ਵੀ ਐਗਰੀ ਕਰ ਗਿਆ, ਸਾਰੇ ਦੇ ਸਾਰੇ ਐਗਰੀ ਕਰ ਗਏ, 14 ਦੇ 14 ਬੰਦੇ ਐਗਰੀ ਕਰ ਗਏ। ਬਟ ਯੂਐਸਏ ਕਹਿ ਰਿਹਾ ਵੀ ਨਹੀਂ, ਜਿਹੜਾ ਕੰਮ ਰਸ਼ੀਆ ਨੇ ਕਰਿਆ, ਇੰਡੀਆ ਨੇ ਕਰਿਆ ਉਹ ਸਹੀ ਹੈ, ਵੀ ਆਪਾਂ ਨੇ ਇਸ ਨੂੰ ਇਹਦੇ ਨਾਲ ਕੋਈ ਲੈਣਾ ਦੇਣਾ ਨਹੀਂ ਹੈਗਾ, ਵੀ ਮੈਂ ਇੱਥੇ ਵੀਟੋ ਯੂਜ਼ ਕਰਦਾ। ਤਾਂ ਫਿਰ ਕੀ ਹੈ, ਇਹਨਾਂ 14 ਬੰਦਿਆਂ ਦੀ ਰਾਏ ਹੈ ਜਿਹੜੀ ਉਹ ਕੀ ਹੈ, ਕੈਂਸਲ ਹੋ ਜੂਗੀ। ਠੀਕ ਹੈ ਨਾ, ਜੇ ਇੱਕ ਬੰਦੇ ਨੇ ਵੀ ਵੀਟੋ ਲਗਾਤੀ ਫਿਰ ਕੀ ਹੈ, ਇਹਨਾਂ ਵਿੱਚੋਂ, ਇਹਨਾਂ 5 ਵਿੱਚੋਂ ਇੱਕ ਬੰਦੇ ਨੇ ਵੀ ਵੀਟੋ ਲਗਾ ਦੀ, ਤਾਂ ਫਿਰ ਕੀ ਹੈ, ਉਹ ਕੰਮ ਹੈ ਜਿਹੜਾ ਉਹ ਖਤਮ। ਠੀਕ ਹੈ ਜੀ, ਤਾਂ ਵੀਟੋ ਪਾਵਰ ਦਾ ਇਹ ਮਤਲਬ ਹੈ। ਬਾਕੀ ਇਹਨਾਂ ਕੋਲ ਤਾਂ ਵੀਟੋ ਪਾਵਰ ਹੈ ਹੀ ਨਹੀਂ। ਠੀਕ ਹੈ, ਜੇ ਇਹ 5 ਬੰਦੇ ਐਗਰੀ ਕਰ ਰਹੇ ਆ, ਠੀਕ ਹੈ, ਜੇ ਇਹ 5 ਬੰਦੇ ਐਗਰੀ ਕਰ ਰਹੇ ਆ, ਇਹਨਾਂ ਵਿੱਚੋਂ ਸਿਰਫ ਜੇ 4 ਵੀ ਐਗਰੀ ਕਰ ਗਏ 10 ਵਿੱਚੋਂ ਤਾਂ ਵੀ ਕੰਮ ਹੋ ਜਾਊਗਾ। ਠੀਕ ਹੈ, ਤਾਂ ਵੀ ਕੰਮ ਹੋ ਜਾਊਗਾ। ਠੀਕ ਹੈ ਜੀ, ਇਹ 5 ਦੇ 5 ਪਰ ਐਗਰੀ ਕਰਨੇ ਚਾਹੀਦੇ ਆ, ਇਹਨਾਂ ਵਿੱਚੋਂ ਕਿਸੇ ਨੇ ਵੀਟੋ ਪਾਵਰ ਨਾ ਯੂਜ਼ ਕਰੀ ਹੋਵੇ। ਯਾਨੀ ਫਿਰ ਜੇ ਟੋਟਲ 15 ਵਿੱਚੋਂ ਕੰਮ ਕਰਾਣਾ ਹੈ, ਜੇ ਟੋਟਲ 15 ਵਿੱਚੋਂ ਕੰਮ ਕਰਵਾਉਣਾ ਵੀ ਪਾਸ ਕਰਵਾਉਣਾ ਹੈ ਕੋਈ ਵੀ ਕੰਮ ਹੈ ਨਾ, ਟੋਟਲ ਮੈਂਬਰ ਕਿੰਨੇ ਨੇ, 15 ਨੇ, ਤਾਂ ਮਿਨੀਮਮ 9 ਦੀ ਮਨਜ਼ੂਰੀ ਚਾਹੀਦੀ ਹੈ। ਤੇ 9 ਦੀ ਮਨਜ਼ੂਰੀ ਇਹਨਾਂ 9 ਮੈਂਬਰਾਂ ਵਿੱਚੋਂ 5 ਇਹ ਪੱਕੇ ਹੋਣੇ ਚਾਹੀਦੇ ਆ। ਇਹ 5 ਪਲੱਸ ਇਹਨਾਂ ਵਿੱਚੋਂ 4 ਟੋਟਲ 9 ਬੰਦੇ ਜੇ ਹੋਣਗੇ ਤਾਂ ਫਿਰ ਇਹ ਕੰਮ ਜਿਹੜਾ ਇਹ ਮਤਲਬ ਸਿਰੇ ਚੜੂਗਾ। ਠੀਕ ਹੈ ਨਾ, ਜੇ ਕਿਸੇ ਨੇ ਵੀ ਵੀਟੋ ਯੂਜ਼ ਕਰਤੀ ਤਾਂ ਇਹਦਾ ਮਤਲਬ ਹੈ ਇਹ ਕੰਮ ਨਹੀਂ ਹੋਊਗਾ। ਠੀਕ ਹੈ ਜੀ, ਤਾਂ ਇਹ ਯਾਦ ਰੱਖਣਾ ਆਪਾਂ ਨੇ। ਕਹਿਣ ਦਾ ਮਤਲਬ ਹੈ ਵੀ ਇਹਨਾਂ 5 ਦਾ ਧੱਕਾ ਚੱਲਦਾ ਬਸ। ਠੀਕ ਹੈ ਨਾ,
ਉਸ ਤੋਂ ਬਾਅਦ ਹੈ ਇਕਨੋਮਿਕ ਐਂਡ ਸੋਸ਼ਲ ਕਾਉਂਸਿਲ, ਆਰਥਿਕ ਤੇ ਸਮਾਜਿਕ ਕਾਉਂਸਿਲ। ਇਹਦੇ ਬਾਰੇ ਕੋਈ ਜ਼ਿਆਦਾ ਕੁਐਸਚਨ ਮੈਂ ਵੇਖੇ ਨਹੀਂ, ਪਰ ਫਿਰ ਇਹ ਇੰਨੇ ਕੁ ਪੁਆਇੰਟ ਤੁਸੀਂ ਯਾਦ ਰੱਖ ਲਓ। ਇਹ ਕੁਐਸਚਨ ਇਹ ਥੋੜਾ ਜਿਹਾ ਕਨਫਿਊਜ਼ ਕਰਕੇ ਪਾ ਦਿੰਦੇ ਆ, ਠੀਕ ਹੈ ਨਾ। ਇਹ ਦੇਖ ਲਓ, ਟੋਟਲ ਮੈਂਬਰ 54 ਨੇ ਬਈ, ਠੀਕ ਹੈ। ਇਹ ਮੈਂਬਰ ਵੀ ਕੌਣ ਚੁਣਦੇ ਆ? ਇਹ ਮੈਂਬਰ ਵੀ ਉਹੀ ਚੁਣਦੇ ਆ, ਜਨਰਲ ਅਸੈਂਬਲੀ ਵਾਲੇ, ਠੀਕ ਹੈ ਜੀ। ਤੇ 3 ਸਾਲ ਦਾ ਕਾਰਜਕਾਲ ਹੁੰਦਾ ਹੈ ਇਹਨਾਂ 54 ਮੈਂਬਰਾਂ ਦਾ। ਬਟ ਜਿਹੜਾ ਇਹ 54 ਆਪਸ ਦੇ ਵਿੱਚੋਂ ਕਿਸੇ ਇੱਕ ਬੰਦੇ ਨੂੰ ਆਪਣਾ ਚੇਅਰਮੈਨ ਚੁਣਦੇ ਆ, ਉਹਦਾ ਕਾਰਜਕਾਲ ਹੈ ਜਿਹੜਾ ਉਹ 1 ਸਾਲ ਦਾ ਹੁੰਦਾ ਹੈ। ਇਹ ਯਾਦ ਰੱਖਣਾ, ਠੀਕ ਹੈ ਨਾ। ਦੇਖੋ ਟੋਟਲ ਮੈਂਬਰ 54 ਨੇ, 3 ਸਾਲ ਵਾਸਤੇ ਆਏ ਨੇ। ਇਹਨਾਂ 54 ਵਿੱਚੋਂ ਇੱਕ ਨੂੰ ਚੇਅਰਮੈਨ ਚੁਣਿਆ ਜਾਊਗਾ ਤੇ ਉਹਦਾ ਕਾਰਜਕਾਲ 1 ਸਾਲ ਦਾ ਹੋਊਗਾ, ਠੀਕ ਹੈ। ਇਹ ਥੋੜਾ ਜਿਹਾ ਕਨਫਿਊਜ਼ਨ ਮਤਲਬ ਕ੍ਰੀਏਟ ਕਰਕੇ ਉਹ ਕੁਐਸਚਨ ਹੈ ਜਿਹੜਾ ਉਹ ਬਣਾ ਦਿੰਦੇ ਆ। ਇਹ ਆਪਣੇ ਮਾਈਂਡ 'ਚ ਕਲੀਅਰ ਰੱਖਣਾ ਹੈ। ਬਾਕੀ ਆਬਜੈਕਟਿਵ ਇਹਦੇ ਉਹੀ ਹੈ, ਪ੍ਰਮੋਟ ਕਰਨਾ ਹੈ ਸੋਸ਼ਲ ਪ੍ਰੋਗਰੈਸ ਨੂੰ ਤੇ ਬੈਟਰ ਸਟੈਂਡਰਡਸ ਆਫ ਲਾਈਫ। ਲੋਕਾਂ ਦਾ ਜੀਵਨ ਪੱਧਰ ਹੈ ਜਿਹੜਾ ਉਹ ਉੱਪਰ ਚੱਕਣਾ ਇਹਨਾਂ ਦਾ ਕੰਮ ਹੈ, ਬਸ ਹੋਰ ਕੁਝ ਨਹੀਂ, ਠੀਕ ਹੈ। ਨੈਕਸਟ ਉਸ ਤੋਂ ਬਾਅਦ ਕੀ ਹੈ? ਸੈਕਟਰੀਏਟ ਹੈ ਸਚਿਵਾਲਿਆ ਯਾਨੀ ਸਕੱਤਰ, ਠੀਕ ਹੈ। ਇਹਦਾ ਜਿਹੜਾ ਹੈੱਡ ਹੁੰਦਾ ਉਹਨੂੰ ਆਪਾਂ ਕਹਿੰਦੇ ਆ ਸੈਕਟਰੀ ਜਨਰਲ ਯਾਨੀ ਮਹਾਸਚਿਵ ਯਾਨੀ ਸਕੱਤਰ ਜਨਰਲ ਪੰਜਾਬੀ ਦੇ ਵਿੱਚ, ਠੀਕ ਹੈ ਨਾ। ਮਹਾਸਚਿਵ ਉਹਨੂੰ ਕਿਹਾ ਜਾਂਦਾ ਹੈ। ਤੇ ਇਹ ਜਿਹੜਾ ਮਹਾਸਚਿਵ ਹੁੰਦਾ ਹੈ, ਇੱਕ ਪੋਸਟ ਹੈ ਪੂਰੇ ਯੂਐਨ ਦੀ, ਜਿਹੜੀ ਯੂਐਨ ਨੂੰ ਰਿਪਰੈਜ਼ੈਂਟ ਕਰਦੀ ਹੈ। ਜਿਹੜਾ ਸੈਕਟਰੀ ਜਨਰਲ ਹੈ ਨਾ, ਉਹ ਬੰਦਾ ਕੀ ਹੈ? ਜੋ ਵੀ ਬੰਦਾ ਸੈਕਟਰੀ ਜਨਰਲ ਬਣੂਗਾ, ਇਹਦਾ ਮਤਲਬ ਹੈ ਉਹ ਬੰਦਾ ਯੂਐਨ ਨੂੰ ਕੀ ਕਰ ਰਿਹਾ? ਰਿਪਰੈਜ਼ੈਂਟ ਕਰ ਰਿਹਾ। ਸਭ ਤੋਂ ਉੱਪਰ ਜਿਹੜਾ ਬੰਦਾ ਯੂਐਨ ਦੇ ਵਿੱਚ ਹੈਗਾ ਉਹੀ ਹੈ, ਠੀਕ ਹੈ ਨਾ, ਸੈਕਟਰੀ ਜਨਰਲ। ਤੇ ਇਸ ਪੋਸਟ ਵਾਸਤੇ ਵੀ ਸਿਫਾਰਿਸ਼ ਚੱਲਦੀ ਹੈ। ਕਿਹਦੀ ਸਿਫਾਰਿਸ਼ ਚੱਲਦੀ ਹੈ? ਉਹੀ ਸਿਕਿਉਰਿਟੀ ਕਾਉਂਸਲ ਵਾਲਿਆਂ ਦੀ, ਠੀਕ ਹੈ ਨਾ। ਯੂਐਨਐਸਸੀ, ਯੂਨਾਈਟਿਡ ਨੇਸ਼ਨ ਸਿਕਿਉਰਿਟੀ ਕਾਉਂਸਲ, ਜਿਹਨੂੰ ਵੀ ਇਹ 15 ਬੰਦੇ ਕਹਿਣਗੇ, ਹਨਾ। ਯੂਐਨ ਇਹਦੇ ਵਿੱਚ ਕਿੰਨੇ ਮੈਂਬਰ ਨੇ? 15। ਜਿਸ ਵੀ ਵਿਅਕਤੀ ਨੂੰ ਇਹ 15 ਬੰਦੇ ਕਹਿਣਗੇ ਕਿ ਇਸ ਬੰਦੇ ਨੂੰ ਬਣਾਓ, ਤਾਂ ਫਿਰ ਉਹਦੇ ਉੱਤੇ ਹੀ VOTING ਉੱਥੇ ਹੋਊਗੀ, ਠੀਕ ਹੈ ਨਾ। ਆਪਣਾ ਜਨਰਲ ਅਸੈਂਬਲੀ ਦੇ ਵਿੱਚ ਅਪਾਇੰਟ ਕੌਣ ਕਰਦੀ ਹੈ? ਅਪਾਇੰਟ ਤਾਂ ਜਨਰਲ ਅਸੈਂਬਲੀ ਹੀ ਕਰ ਰਹੀ ਹੈ। ਦੇਖੋ ਜਿਹੜਾ ਸਕੱਤਰ ਹੈ ਉਹਨੂੰ ਜਨਰਲ ਅਸੈਂਬਲੀ ਹੀ ਅਪਾਇੰਟ ਕਰ ਰਹੀ ਹੈ, ਬਣਾ ਉਹੀ ਰਹੀ ਹੈ, ਪਰ ਸਿਫਾਰਿਸ਼ ਕਿਹਦੀ ਲੱਗ ਰਹੀ ਹੈ? ਸਿਫਾਰਿਸ਼ ਲੱਗ ਰਹੀ ਹੈ ਉਹਨਾਂ 15 ਬੰਦਿਆਂ ਦੀ, ਸਿਕਿਉਰਿਟੀ ਕਾਉਂਸਲ ਵਾਲਿਆਂ ਦੀ, ਠੀਕ ਹੈ ਨਾ। ਇਹ ਜਿਹੜੇ 15 ਬੰਦੇ ਨੇ ਸਿਕਿਉਰਿਟੀ ਕਾਉਂਸਲ ਵਾਲੇ, ਇਹ ਚੁਣਨਗੇ ਕਿ ਕੌਣ ਬੰਦਾ ਯੂਐਨ ਦਾ ਹੈੱਡ ਹੋਊਗਾ, ਯਾਨੀ ਆਪਣਾ ਜਿਹੜਾ ਸੈਕਟਰੀਏਟ ਆ ਉਹਦਾ ਮਹਾਸਚਿਵ ਹੋਊਗਾ। ਇਹ ਜਿਹਦਾ ਨਾਂ ਰਿਕਮੈਂਡ ਕਰਨਗੇ ਉਹਨੂੰ ਹੀ ਫਿਰ ਜਨਰਲ ਅਸੈਂਬਲੀ ਹੈ ਜਿਹੜੀ ਉਹ ਅਪਾਇੰਟ ਕਰੂਗੀ, ਠੀਕ ਹੈ ਨਾ। ਤਾਂ ਇਹ ਯਾਦ ਰੱਖਣਾ ਹੈ। ਤੇ ਇਹ 5 ਸਾਲ ਵਾਸਤੇ ਚੁਣਿਆ ਜਾਂਦਾ ਹੈ, ਠੀਕ ਹੈ। ਇਹ ਹੈ ਜਿਹੜਾ 5 ਸਾਲ ਵਾਸਤੇ ਚੁਣਿਆ ਜਾਂਦਾ ਹੈ ਤੇ ਦੁਬਾਰਾ ਵੀ ਉਹ ਚੁਣੇ ਜਾ ਸਕਦਾ ਹੈ, ਮਤਲਬ ਰੀਅਪਾਇੰਟ ਵੀ ਕਰਿਆ ਜਾ ਸਕਦਾ ਹੈ, ਮਤਲਬ ਦੁਬਾਰਾ ਵੀ ਇਲੈਕਸ਼ਨ ਲੜ ਸਕਦਾ ਹੈ। ਤਾਂ ਇਹ ਬਈ ਕੁਝ ਇੰਪੋਰਟੈਂਟ ਮਹਾਸਚਿਵ ਹੈ ਜਿਹੜੇ ਉਹ ਰਹਿ ਚੁੱਕੇ ਨੇ, ਉਹਨਾਂ ਬਾਰੇ ਦੇਖ ਲਓ। ਸਭ ਤੋਂ ਪਹਿਲਾਂ ਕਿਹੜਾ ਸੀਗਾ? ਸਭ ਤੋਂ ਪਹਿਲਾਂ ਸੀਗਾ ਵੀ ਟ੍ਰਿਗਵੇਲੀ, ਇਹ ਯਾਦ ਰੱਖਣਾ ਹੈ, ਨੋਰਵੇ ਕੰਟਰੀ ਦਾ ਸੀਗਾ ਤੇ ਰਿਜ਼ਾਈਨ ਇਹਨੇ ਦੇਤਾ ਸੀ ਥੋੜੇ ਟਾਈਮ ਬਾਅਦ, ਠੀਕ ਹੈ। ਤਾਂ 2-3 ਕੁਐਸਚਨ ਬਣਦੇ ਆ। ਸਭ ਤੋਂ ਪਹਿਲਾਂ ਸੈਕਟਰੀਏਟ ਕਿਹੜਾ ਸੀਗਾ ਤੇ ਸਭ ਤੋਂ ਪਹਿਲਾਂ ਸਚਿਵਾਲ ਕਿਹੜਾ ਸੀਗਾ ਬਈ? ਮਹਾਸਚਿਵ ਕਿਹੜਾ ਸੀ? ਤਾਂ ਸਭ ਤੋਂ ਪਹਿਲਾਂ ਮਹਾਸਚਿਵ ਸੀ ਟ੍ਰਿਗਵੇਲੀ, ਨੋਰਵੇ ਕੰਟਰੀ ਦਾ ਸੀ ਤੇ ਰਿਜ਼ਾਈਨ ਇਹਨੇ ਕਰਤਾ ਸੀਗਾ। ਇਹ ਵੀ ਕੁਝ ਪੁੱਛਿਆ ਜਾਂਦਾ ਕਿ ਰਿਜ਼ਾਈਨ ਕਰਨ ਵਾਲਾ ਪਹਿਲਾਂ ਕਿਹੜਾ ਸੀ? ਤਾਂ ਰਿਜ਼ਾਈਨ ਕਰਨ ਵਾਲਾ ਵੀ ਪਹਿਲਾਂ ਟ੍ਰਿਗਵੇਲੀ ਹੀ ਸੀ। ਉਸ ਤੋਂ ਬਾਅਦ ਡੈਗ ਹੈਮਰ, ਠੀਕ ਹੈ ਜੀ, ਇਹ ਸਵੀਡਨ ਦਾ ਸੀਗਾ ਬਈ। ਇਹਦੀ ਡੈਥ ਹੋ ਗਈ ਸੀ ਪਲੇਨ ਕ੍ਰੈਸ਼ ਦੇ ਵਿੱਚ। ਤਾਂ ਇਹ ਵੀ ਕੁਐਸਚਨ ਆ ਜਾਂਦਾ ਹੈ ਕਿ ਕਿਹੜਾ ਯੂਐਨ ਦਾ ਮਹਾਸਚਿਵ ਸੀ ਜਿਹਦੀ ਡੈਥ ਹੋ ਗਈ ਸੀ ਪਲੇਨ ਕ੍ਰੈਸ਼ ਦੇ ਵਿੱਚ, ਜਾਂ ਫਿਰ ਆਪਣੇ ਕਾਰਜਕਾਲ ਦੇ ਦੌਰਾਨ ਜਿਹਦੀ ਡੈਥ ਹੋ ਗਈ ਸੀ। ਤਾਂ ਉਹ ਦੂਜੇ ਵਾਲਾ ਸੀਗਾ ਵੀ ਡੈਗ ਹੈਮਰ, ਠੀਕ ਹੈ। ਤੇ ਫਿਰ ਤੀਸਰਾ ਹੈ ਯੂਟਾਂਟ, ਇਹ ਬਰਮਾ ਤੋਂ ਸੀਗਾ ਵੀ, ਬਰਮਾ ਤੋਂ, ਆਪਣਾ ਜਿਹੜਾ ਪੜੋਸੀ ਹੈ ਮਿਆਂਮਾਰ, ਉੱਥੋਂ ਸੀਗਾ ਇਹ। ਤੇ ਇਹ ਪਹਿਲਾ ਏਸ਼ੀਅਨ ਸੀਗਾ, ਠੀਕ ਹੈ। ਫਸਟ ਏਸ਼ੀਅਨ ਹੈ ਜਿਹੜਾ ਯੂਐਨ ਦਾ ਮਹਾਸਚਿਵ ਬਣਿਆ, ਜਾਂ ਫਸਟ ਨੋਨ ਯੂਰੋਪੀਅਨ ਵੀ ਤੁਸੀਂ ਕਹਿ ਸਕਦੇ ਹੋ, ਕਿਉਂਕਿ ਇਸ ਤੋਂ ਪਹਿਲਾਂ ਜਿਹੜੇ 2 ਸੀਗੇ ਉਹ ਦੋਨੇ ਯੂਰਪ ਦੇ ਸੀਗੇ। ਇਹ ਫਸਟ ਨੋਨ ਯੂਰੋਪੀਅਨ ਹੈ ਯੂਟਾਂਟ, ਤੇ ਸਭ ਤੋਂ ਲੰਬੇ ਟਾਈਮ ਤੱਕ ਇਹੀ ਰਿਹਾ, 10 ਸਾਲਾਂ ਤੋਂ ਵੀ ਉੱਪਰ ਇਹ ਰਿਹਾ ਹੈ, ਠੀਕ ਹੈ ਜੀ। ਤੇ ਫਿਰ ਉਸ ਤੋਂ ਬਾਅਦ ਤੀਜੇ ਵਾਲਾ, ਉਸ ਤੋਂ ਬਾਅਦ 6ਵਾਂ ਹੈ ਬਈ, ਠੀਕ ਹੈ। ਉਸ ਤੋਂ ਬਾਅਦ 6ਵਾਂ ਆਪਾਂ ਨੇ ਦੇਖਣਾ ਹੈ ਬੁਟੋਰਸ ਘਾਲੀ, ਇਹ ਇਜਿਪਟ ਦਾ ਸੀਗਾ ਬਈ। ਇਹ ਸਭ ਤੋਂ ਘੱਟ ਸਮੇਂ ਦੇ ਲਈ ਰਿਹਾ ਹੈ, ਠੀਕ ਹੈ। ਇਹ ਵੀ ਕਈ ਵਾਰ ਆ ਜਾਂਦਾ ਹੈ ਕਿ ਸਭ ਤੋਂ ਘੱਟ ਸਮੇਂ ਦਾ ਕਾਰਜਕਾਲ ਕਿਹਦਾ ਸੀਗਾ। ਤੇ ਉਸ ਤੋਂ ਬਾਅਦ ਕੋਫੀ ਅੰਨਾਨ, ਇਹ ਘਾਨਾ ਤੋਂ ਸੀਗਾ 7ਵਾਂ। 8ਵਾਂ ਬਾਨ ਕੀ ਮੂਨ ਹੈ ਬਈ, ਸਾਊਥ ਕੋਰੀਆ ਤੋਂ ਸੀਗਾ। ਤੇ ਐਟ ਪ੍ਰੈਜ਼ੈਂਟ 9ਵਾਂ ਬਈ ਐਂਟੀਨੀਓ ਗੁਟੇਰਸ, ਇਹ ਪੁਰਤਗਾਲ ਤੋਂ ਹੈ, ਠੀਕ ਹੈ। ਤੇ ਇਹ ਵੀ ਦੁਬਾਰਾ ਚੁਣਿਆ ਗਿਆ, ਠੀਕ ਹੈ ਨਾ। 2 ਵਾਰ ਇਹ, ਮਤਲਬ ਇੱਕ ਵਾਰ ਪਹਿਲਾਂ ਰਹਿ ਚੁੱਕੇ 5 ਸਾਲ ਵਾਸਤੇ, ਫਿਰ ਦੁਬਾਰਾ ਇਹ ਜਿਹੜੇ ਇਹ ਚੁਣੇ ਗਏ ਨੇ। ਤਾਂ ਇਹ ਕੁਝ ਪੁਆਇੰਟ ਨੇ, ਇਹ ਵੀ ਯਾਦ ਰੱਖਣੇ ਆ ਮਹਾਸਚਿਵ ਬਾਰੇ। ਨੈਕਸਟ ਦੇਖੋ ਫਿਰ ਬਈ, 5ਵਾਂ ਇਹਨਾਂ ਦਾ ਅੰਗ ਹੈ ਇੰਟਰਨੈਸ਼ਨਲ ਕੋਰਟ ਆਫ ਜਸਟਿਸ। ਇੰਟਰਨੈਸ਼ਨਲ ਕੋਰਟ ਆਫ ਜਸਟਿਸ, ਠੀਕ ਹੈ। ਇਹਦਾ ਹੈੱਡਕੁਆਟਰ ਕਿੱਥੇ ਹੈ? ਤਾਂ ਇਹ ਮੈਂ ਤੁਹਾਨੂੰ ਪਹਿਲਾਂ ਦੱਸਿਆ ਕਿ ਇਹਦਾ ਹੈੱਡਕੁਆਟਰ ਨਿਊਯਾਰਕ ਤੋਂ ਬਾਹਰ ਹੈ ਬਈ, ਦਾ ਹੇਗ ਦੇ ਵਿੱਚ। ਦਾ ਹੇਗ ਕਿੱਥੇ ਹੈ? ਨੀਦਰਲੈਂਡ ਦੇ ਵਿੱਚ ਇਹਦਾ ਹੈੱਡਕੁਆਟਰ ਹੈ। ਸੁਪਰ ਇੰਪੋਰਟੈਂਟ ਹੈ, ਯਾਦ ਰੱਖਣਾ ਹੈ। ਟੋਟਲ ਜੱਜ ਕਿੰਨੇ ਨੇ? 15 ਨੇ। ਟੋਟਲ ਜੱਜ ਕਿੰਨੇ ਨੇ? 15 ਨੇ। ਤੇ ਅਲੱਗ-ਅਲੱਗ ਕੰਟਰੀ ਤੋਂ ਹੀ ਆਉਂਦੇ ਨੇ। ਤੇ ਚੁਣਦਾ ਕੌਣ ਹੈ? ਉਹੀ ਜਨਰਲ ਅਸੈਂਬਲੀ ਵਾਲੇ, ਠੀਕ ਹੈ ਨਾ, ਯੂਐਨ ਦੀ ਜਨਰਲ ਅਸੈਂਬਲੀ ਵਾਲੇ ਇਹ ਚੁਣ ਕੇ ਭੇਜਦੇ ਆ। ਤੇ ਕੋਰਮ ਕਿੰਨਾ ਹੈ? 9। ਕੋਰਮ ਕੀ ਹੁੰਦਾ ਹੈ ਬਈ? ਕੋਰਮ ਹੁੰਦਾ ਹੈ
ਮਿਨੀਮਮ ਮੈਂਬਰ, ਮਿਨੀਮਮ ਮਤਲਬ ਕੋਈ ਵੀ ਮਤਲਬ ਇੰਟਰਨੈਸ਼ਨਲ ਕੋਰਟ ਆਫ ਜਸਟਿਸ ਹੈ ਨਾ, ਇਹਦਾ ਕੰਮ ਅੱਗੇ ਚਲਾਉਣ ਦੇ ਲਈ ਹੈ ਨਾ, ਮਿਨੀਮਮ ਮੰਨ ਲਓ ਕੋਈ ਕੋਈ ਸੁਣਵਾਈ ਹੋ ਰਹੀ ਹੈ ਨਾ, ਕੋਈ ਵੀ ਕੇਸ ਚੱਲ ਰਿਹਾ ਹੈ ਨਾ, ਤਾਂ ਮਿਨੀਮਮ 9 ਜੱਜ ਤਾਂ ਉੱਥੇ ਹੋਣੇ ਚਾਹੀਦੇ ਆ, ਕੋਰਮ ਪੂਰਾ ਹੋਣਾ ਚਾਹੀਦਾ ਹੈ, ਫਿਰ ਹੀ ਉਹ ਕੰਮ ਹੈ ਜਿਹੜਾ ਅੱਗੇ ਚੱਲੂਗਾ। ਠੀਕ ਹੈ ਨਾ। ਮੰਨ ਲਓ ਜਿਵੇਂ ਆਪਣੀ ਯਾਰ ਲੋਕ ਸਭਾ ਹੈ, ਲੋਕ ਸਭਾ ਦੇ ਵਿੱਚ ਵੀ 10% ਦਾ ਕੋਰਮ ਹੈ। ਠੀਕ ਹੈ ਨਾ। ਯਾਨੀ ਜੇ 10% ਮੈਂਬਰ ਪ੍ਰੈਜ਼ੀਡੈਂਟ ਹੁੰਦੇ ਆ ਤਾਂ ਹੀ ਲੋਕ ਸਭਾ ਦੀ ਕਾਰਵਾਈ ਹੈ ਜਿਹੜੀ ਅੱਗੇ ਚੱਲਦੀ ਹੈ। ਯਾਨੀ ਕਿ ਕਾਰਵਾਈ ਨੂੰ ਅੱਗੇ ਚਲਾਉਣ ਵਾਸਤੇ ਮਿਨੀਮਮ ਮੈਂਬਰ ਕਿੰਨੇ ਹੋਣੇ ਚਾਹੀਦੇ ਆ, ਉਹੀ ਹੁੰਦਾ ਹੈ ਕੋਰਮ। ਠੀਕ ਹੈ ਨਾ। ਤਾਂ 9 ਦਾ ਕੋਰਮ ਪੂਰਾ ਹੋਣਾ ਚਾਹੀਦਾ ਹੈ, ਤਾਂ ਹੀ ਇਹ ਜਿਹੜੀ ਕਾਰਵਾਈ ਹੈ ਉਹ ਅੱਗੇ ਚੱਲੇਗੀ। ਤੇ 9 ਸਾਲ ਦਾ ਹੀ ਕਾਰਜਕਾਲ ਹੁੰਦਾ ਹਰ ਇੱਕ ਜੱਜ ਦਾ, ਇਹ ਵੀ ਯਾਦ ਰੱਖਣਾ ਹੈ। ਠੀਕ ਹੈ ਨਾ। ਹਰ ਇੱਕ ਜੱਜ ਦਾ 9 ਸਾਲ ਦਾ ਕਾਰਜਕਾਲ ਹੁੰਦਾ ਹੈ। ਤੇ ਇਹ ਜਿਹੜੇ ਜੱਜ ਨੇ 15 ਜੱਜ ਨੇ, ਇਹ ਆਪਣੇ ਵਿੱਚੋਂ ਹੀ ਕਿਸੇ ਇੱਕ ਜੱਜ ਨੂੰ, ਆਪਣੇ ਵਿੱਚੋਂ ਹੀ ਕਿਸੇ ਇੱਕ ਜੱਜ ਨੂੰ ਕੀ ਹੈ ਆਪਣਾ ਪ੍ਰੈਜ਼ੀਡੈਂਟ ਤੇ ਵਾਈਸ ਪ੍ਰੈਜ਼ੀਡੈਂਟ ਚੁਣਦੇ ਆ। ਠੀਕ ਹੈ ਨਾ। ਯਾਨੀ ਇਹਨਾਂ 15 ਜੱਜਾਂ ਵਿੱਚੋਂ ਹੀ ਇੱਕ ਪ੍ਰੈਜ਼ੀਡੈਂਟ ਹੋਊਗਾ ਤੇ ਇੱਕ ਵਾਈਸ ਪ੍ਰੈਜ਼ੀਡੈਂਟ ਹੋਊਗਾ। ਠੀਕ ਹੈ ਨਾ। ਤੇ 3 ਸਾਲ ਵਾਸਤੇ ਉਹ ਚੁਣਦੇ ਆ, 3 ਸਾਲ ਵਾਸਤੇ ਉਹ ਚੁਣਦੇ ਆ ਕਿਸੇ ਇੱਕ ਜੱਜ ਨੂੰ ਆਪਣਾ ਪ੍ਰੈਜ਼ੀਡੈਂਟ ਤੇ ਵਾਈਸ ਪ੍ਰੈਜ਼ੀਡੈਂਟ। ਤੇ ਇਹ ਬੜੇ ਮਾਣ ਵਾਲੀ ਗੱਲ ਹੈ ਕਿ ਆਪਣੇ ਇੰਡੀਆ ਤੋਂ ਨਾਗੇਂਦਰ ਸੀਗੇ ਬਈ, ਨਾਗੇਂਦਰ ਸਿੰਘ। ਠੀਕ ਹੈ। ਇਹ ਵਾਈਸ ਪ੍ਰੈਜ਼ੀਡੈਂਟ ਵੀ ਰਹਿ ਚੁੱਕੇ ਨੇ, ਫਸਟ ਇੰਡੀਅਨ ਸੀਗੇ ਬਈ ਜਿਹੜੇ ਵਾਈਸ ਪ੍ਰੈਜ਼ੀਡੈਂਟ ਚੁਣੇ ਗਏ ਸੀਗੇ ਇੰਟਰਨੈਸ਼ਨਲ ਕੋਰਟ ਆਫ ਜਸਟਿਸ ਦੇ ਵਿੱਚ। ਤੇ ਫਸਟ ਹੀ ਉਹ ਪ੍ਰੈਜ਼ੀਡੈਂਟ ਸੀਗੇ ਜਿਹੜੇ ਚੁਣੇ ਗਏ ਸੀਗੇ ਇੰਡੀਆ ਤੋਂ ਇੰਟਰਨੈਸ਼ਨਲ ਕੋਰਟ ਆਫ ਜਸਟਿਸ ਦੇ ਵਿੱਚ। ਠੀਕ ਹੈ ਨਾ। ਪ੍ਰੈਜ਼ੀਡੈਂਟ ਦੀ ਮੈਂ ਗੱਲ ਕਰ ਰਿਹਾ, ਜੱਜ ਤਾਂ ਉਸ ਤੋਂ ਪਹਿਲਾਂ ਸਰ BN ਰਾਓ ਸੀਗੇ ਜਿਹੜੇ ਉਹ ਰਹਿ ਚੁੱਕੇ ਸੀਗੇ। ਜੇ ਆਪਾਂ ਇੰਡੀਆ ਦੀ ਗੱਲ ਕਰੀਏ, ਇੰਡੀਆ ਦੇ ਟੋਟਲ 4 ਬੰਦੇ ਨੇ ਬਈ ਜਿਹੜੇ ਇੱਥੇ ਜੱਜ ਬਣੇ ਨੇ। ਕਿਹੜੇ ਕਿਹੜੇ ਨੇ ਤੁਸੀਂ? ਪਹਿਲੇ ਸੀਗੇ ਬਈ ਸਰ BN ਰਾਓ। ਠੀਕ ਹੈ ਨਾ, ਬੈਨੀਗਲ ਰਾਓ। ਜਿਹੜੀ ਆਪਣੀ ਸੰਵਿਧਾਨ ਸਭਾ ਹੈ ਨਾ, ਸੰਵਿਧਾਨ ਸਭਾ ਦਾ ਐਡਵਾਈਜ਼ਰ, ਲੀਗਲ ਐਡਵਾਈਜ਼ਰ ਜਾਂ ਆਪਣੀ ਡਰਾਫਟਿੰਗ ਕਮੇਟੀ ਦਾ ਲੀਗਲ ਐਡਵਾਈਜ਼ਰ ਵੀ ਕੌਣ ਸੀਗਾ? BN ਰਾਓ ਸੀਗੇ ਬਈ। ਠੀਕ ਹੈ ਨਾ। ਇਹ ਪਹਿਲੇ ਇੰਡੀਅਨ ਸੀਗੇ ਜਿਹੜੇ ਇੱਥੇ ਜੱਜ ਬਣੇ ਸੀਗੇ ਇੰਟਰਨੈਸ਼ਨਲ ਕੋਰਟ ਆਫ ਜਸਟਿਸ ਦੇ ਵਿੱਚ। ਦੂਜੇ ਸੀਗੇ ਬਈ ਨਾਗੇਂਦਰ ਸਿੰਘ। ਨਾਗੇਂਦਰ ਸਿੰਘ ਬਾਰੇ ਮੈਂ ਤੁਹਾਨੂੰ ਦੱਸਤਾ, ਨਾਗੇਂਦਰ ਸਿੰਘ ਦੂਜੇ ਇੰਡੀਅਨ ਜੱਜ ਸੀਗੇ ਤੇ ਉਹ ਵਾਈਸ ਪ੍ਰੈਜ਼ੀਡੈਂਟ ਤੇ ਪ੍ਰੈਜ਼ੀਡੈਂਟ ਵੀ ਰਹਿ ਚੁੱਕੇ ਸੀਗੇ ਇੰਟਰਨੈਸ਼ਨਲ ਕੋਰਟ ਆਫ ਜਸਟਿਸ ਦੇ ਵਿੱਚ। ਠੀਕ ਹੈ ਜੀ। ਤੀਜੇ ਸੀਗੇ ਬਈ ਰਘੁਨੰਦਨ ਸਵਰੂਪ ਪਾਠਕ ਜਾਂ RS ਪਾਠਕ। ਠੀਕ ਹੈ। ਤੇ ਚੌਥੇ ਹੁਣ ਐਟ ਪ੍ਰੈਜ਼ੈਂਟ ਨੇ ਦਲਵੀਰ ਭੰਡਾਰੀ। ਦਲਵੀਰ ਭੰਡਾਰੀ ਇਹ ਦੂਜੀ ਵਾਰ ਚੁਣੇ ਗਏ ਨੇ, ਸੈਕਿੰਡ ਟਾਈਮ। ਠੀਕ ਹੈ ਨਾ। ਇਹ ਵੀ ਯਾਦ ਰੱਖਣਾ ਹੈ ਆਪਾਂ ਨੇ, ਹਨਾ। ਤੇ ਜਿਹੜੇ ਜੱਜ ਹੁੰਦੇ ਆ ਇਹ 15 ਜੱਜ, ਇਹ ਇੱਕ ਵਾਰ ਬਣਨ ਤੋਂ ਬਾਅਦ ਦੁਬਾਰੇ ਵੀ ਬਣ ਸਕਦੇ ਆ ਜੇ ਇਹਨਾਂ ਨੂੰ ਦੁਬਾਰਾ ਰੀਇਲੈਕਟ ਕਰਿਆ ਜਾਵੇ। ਠੀਕ ਹੈ ਨਾ। ਤਾਂ ਇਹ ਵੀ ਯਾਦ ਰੱਖਣਾ ਹੈ ਆਪਾਂ ਨੇ, ਇਹ ਦਲਵੀਰ ਭੰਡਾਰੀ ਨੇ। ਠੀਕ ਹੈ ਬਈ, ਇਹ ਦਲਵੀਰ ਭੰਡਾਰੀ ਨੇ। ਨੈਕਸਟ ਉਸ ਤੋਂ ਬਾਅਦ ਟਰਸਟਸ਼ਿਪ ਕੌਂਸਲ ਯਾਨੀ ਨਿਆਸੀ ਪਰਿਸ਼ਦ, ਇਹਦੇ ਬਾਰੇ ਦੇਖ ਲੈਂਦੇ ਆ। ਇਹ ਇਨਐਕਟਿਵ ਆਰਗਨ ਹੈ ਬਈ, ਇਨਐਕਟਿਵ ਆਰਗਨ ਯਾਨੀ ਹੁਣ ਐਕਟਿਵ ਦੇ ਵਿੱਚ ਨਹੀਂ ਹੈ। ਇਹਦਾ ਮਤਲਬ ਟੋਟਲ ਐਕਟਿਵ ਕਿੰਨੇ ਹੋ ਗਏ? ਹੁਣ 5 ਨੇ ਟੋਟਲ ਐਕਟਿਵ ਅੰਗ ਜੇ ਤੁਹਾਨੂੰ ਪੁੱਛਿਆ ਜਾਵੇ ਤਾਂ 5 ਨੇ UN ਦੇ। ਠੀਕ ਹੈ। ਤਾਂ 1994 ਦੇ ਵਿੱਚ ਇਹ ਜਿਹੜਾ ਇਹ ਟਰਸਟਸ਼ਿਪ ਕੌਂਸਲ ਹੈ ਇਹਨੂੰ ਸਸਪੈਂਡ ਕਰ ਦਿੱਤਾ ਗਿਆ ਸੀ ਕਿਉਂਕਿ ਇਹਦੇ ਲਈ ਹੁਣ ਕੋਈ ਕੰਮ ਨਹੀਂ ਬਚਿਆ ਸੀ। ਯਾਨੀ ਇਹ ਇੱਕ ਅਜਿਹਾ ਅੰਗ ਹੈਗਾ ਹਲੇ ਬੰਦ ਨਹੀਂ ਕਰਿਆ, ਬਟ ਇਨਐਕਟਿਵ ਹੈ, ਕੰਮ ਨਹੀਂ ਕਰ ਰਿਹਾ ਕੋਈ, ਹਨਾ। ਵਧੀਆ ਜੋਬ ਹੈ, ਜੋਬ ਮਿਲੀ ਹੋਈ ਹੈ, ਕੰਮ ਕੋਈ ਹੈਗਾ ਨਹੀਂ। ਠੀਕ ਹੈ ਨਾ। ਤਾਂ ਕੰਮ ਕੀ ਹੈ ਨਾ, ਕੰਮ ਕੀ ਸੀ ਇਹਨਾਂ ਦਾ? ਤਾਂ ਬਸ ਉਹੀ ਹੈ, ਕੰਟਰੀਆਂ ਨੂੰ ਹੈਲਪ ਕਰਨੀ ਸੀਗੀ ਜਿਹੜੇ ਫੋਰਨ ਰੂਲ 'ਚ ਸੀਗੇ, ਉਹਨਾਂ ਨੂੰ ਇੰਡੀਪੈਂਡੈਂਸ ਵਾਸਤੇ। ਠੀਕ ਹੈ ਨਾ। ਉਹਨਾਂ ਦਾ ਕਨਸਟੀਟਿਊਸ਼ਨ ਵਗੈਰਾ ਉਹ ਸਾਰਾ ਕੁਝ ਪ੍ਰਿਪੇਅਰ ਕਰਾਉਣਾ, ਇਹ ਸਾਰਾ ਕੁਝ ਕੰਮ ਇਹ ਕਰਦੇ ਸੀਗੇ। ਤੇ ਆਖਰੀ ਜਿਹੜੀ ਟੈਰੀਟਰੀ ਸੀਗੀ ਉਹ ਸੀਗੀ ਪਲਾਊ ਆਈਲੈਂਡ। ਠੀਕ ਹੈ ਨਾ। ਪਲਾਊ ਆਈਲੈਂਡ ਤੁਹਾਨੂੰ ਇੱਥੇ ਮਿਲੂਗਾ ਫਿਲੀਪੀਨਸ ਦੇ ਨੇੜੇ, ਹਨਾ। ਜਿਹੜਾ ਪ੍ਰਸ਼ਾਂਤ ਮਹਾਸਾਗਰ ਹੈ ਨਾ, ਉੱਥੇ ਫਿਲੀਪੀਨਸ ਤੇ ਜਾਪਾਨ ਦੇ ਨੇੜੇ ਇੱਕ ਛੋਟੀ ਜਿਹੀ ਆਈਲੈਂਡ ਕੰਟਰੀ ਹੈ ਪਲਾਊ, ਉੱਥੇ ਇਹ ਤੁਹਾਨੂੰ ਮਿਲੂਗੀ ਟੈਰੀਟਰੀ। ਠੀਕ ਹੈ ਨਾ। ਅਮਰੀਕਾ ਤੋਂ ਇਹ ਆਜ਼ਾਦ ਕਰਾਏ ਸੀ ਇਹਨਾਂ ਨੇ। ਠੀਕ ਹੈ ਜੀ, UN ਵਾਲੇ ਨੇ। ਬਲੂ ਹੈਲਮਟ, ਬਲੂ ਹੈਲਮਟ ਕੀ ਹੈ ਬਈ? ਦੇਖੋ UN ਕੋਲ ਆਪਣੀ ਸੈਨਾ ਨਹੀਂ ਹੈਗੀ ਕੋਈ ਵੀ, UN ਕੋਲ ਆਪਣੀ ਕੋਈ ਸੈਨਾ ਨਹੀਂ ਹੈਗੀ। ਤੇ ਜੇ ਉਹਨਾਂ ਨੂੰ ਕੋਈ ਪੀਸ ਕੀਪਿੰਗ ਫੋਰਸ ਭੇਜਣੀ ਹੋਵੇ ਤਾਂ ਉਹ ਕੀ ਕਰਦੇ ਆ, ਜਿਹੜੇ ਮੈਂਬਰ ਹੁੰਦੇ ਆ UN ਦੇ, ਜਿਹੜੇ ਮੈਂਬਰ ਹੁੰਦੇ ਆ UN ਦੇ, ਉਹਨਾਂ ਦੇਸ਼ਾਂ ਤੋਂ ਉਹ ਸਿਪਾਹੀ ਹੈ ਜਿਹੜੇ ਉਹ ਮੰਗਾ ਲੈਂਦੇ ਆ, ਹਨਾ। ਜਿਵੇਂ ਇੰਡੀਆ ਮੈਂਬਰ ਹੈ, ਹੁਣ ਅਫਗਾਨਿਸਤਾਨ ਦੇ ਵਿੱਚ ਕੋਈ UN ਨੇ ਕੋਈ ਵੋਟਿੰਗ ਕਰਾਣੀ ਹੈ ਜਾਂ ਕੋਈ ਕੰਮ ਕਰਾਣਾ, ਤਾਂ ਉਹ ਇੰਡੀਆ ਨੂੰ ਕਹਿਣਗੇ ਕਿ ਤੁਹਾਨੂੰ ਅਫਗਾਨਿਸਤਾਨ ਹੈ ਜਿਹੜਾ ਉਹ ਨੇੜੇ ਹੈ, ਤੁਸੀਂ ਆਪਣੀ ਸੈਨਾ ਦੀ ਕੋਈ ਟੁਕੜੀ 50 ਬੰਦੇ 100 ਬੰਦੇ 200 ਬੰਦੇ ਜਿਹੜੇ ਉਹ ਸਾਨੂੰ ਭੇਜੋ। ਤਾਂ ਇੰਡੀਆ ਤੋਂ 200 ਸੈਨਿਕ ਹੈ ਜਿਹੜੇ ਆਰਮੀ ਚੋਂ, ਹਨਾ, ਉਹ ਉੱਥੇ ਜਾਣਗੇ UN। ਤੇ ਉਹਨਾਂ ਨੂੰ ਫਿਰ ਕੀ ਹੈ, ਇਹ ਹੈਲਮਟ ਮਿਲਦਾ UN ਦਾ। ਠੀਕ ਹੈ ਨਾ। ਇਹਨੂੰ ਬਲੂ ਹੈਲਮਟ ਕਿਹਾ ਜਾਂਦਾ। ਇਹ ਫਿਰ ਉਹ ਪਾ ਕੇ ਉੱਥੇ ਫਿਰ ਕੀ ਹੈ, ਉਹ ਕੰਮ ਕਰਦੇ ਆ ਜੋ ਵੀ ਇਹਨਾਂ ਨੇ ਵੋਟਿੰਗ ਕਰਾਣੀ ਹੈ, ਜੋ ਵੀ ਉੱਥੇ ਕਰਾਣਾ ਹੁੰਦਾ ਹੈ ਨਾ। ਤਾਂ ਇਹ ਬਲੂ ਹੈਲਮਟ ਕਿਹਾ ਜਾਂਦਾ ਹੈ। ਇਹਨੂੰ ਕੀ ਕਿਹਾ ਜਾਂਦਾ ਹੈ ਬਈ? ਬਲੂ ਹੈਲਮਟ ਇਹਨਾਂ ਨੂੰ ਕਿਹਾ ਜਾਂਦਾ ਹੈ। ਤੇ ਇਹਨਾਂ ਨੂੰ ਇੱਕ ਵਾਰ ਨੋਬਲ ਪ੍ਰਾਈਜ਼ ਵੀ ਮਿਲਿਆ। ਠੀਕ ਹੈ ਨਾ। 1988 ਦੇ ਵਿੱਚ। ਤਾਂ ਇਹ ਵੀ ਕੁਐਸਚਨ ਆ ਜਾਂਦਾ ਹੈ ਕਿ ਬਲੂ ਹੈਲਮਟ ਹੈ ਜਿਹੜਾ ਉਹਨਾਂ ਨੂੰ ਨੋਬਲ ਪ੍ਰਾਈਜ਼ ਕਦੋਂ ਮਿਲਿਆ ਸੀ? 1988 ਦੇ ਵਿੱਚ ਮਿਲਿਆ ਸੀ। ਠੀਕ ਹੈ। ਇਸ ਤੋਂ ਇਲਾਵਾ ਕੁਝ ਹੋਰ ਫੈਕਟ ਦੇਖ ਲਓ ਬਈ। ਇੰਡੀਆ ਨੇ UN ਚਾਰਟਰ ਨੂੰ ਕਦੋਂ ਸਾਈਨ ਕਰਿਆ ਸੀ? ਇਹ ਡਾਇਰੈਕਟ ਕੁਐਸਚਨ ਪੇਪਰ ਦੇ ਵਿੱਚ ਪੁੱਛਿਆ ਜਾਂਦਾ ਹੈ, 30 ਅਕਤੂਬਰ 1945। ਠੀਕ ਹੈ।
30 ਅਕਤੂਬਰ 1945 ਨੂੰ ਇੰਡੀਆ ਨੇ ਜਿਹੜਾ ਚਾਰਟਰ ਹੈ ਉਹ ਸਾਈਨ ਕਰਿਆ ਸੀ। ਠੀਕ ਹੈ, ਇਹ ਯਾਦ ਰੱਖਣਾ ਹੈ। ਬਾਕੀ ਹਿੰਦੀ ਦੇ ਵਿੱਚ ਭਾਸ਼ਣ ਦੇਣ ਵਾਲਾ ਇੱਥੇ ਪਹਿਲਾ ਵਿਅਕਤੀ ਕੌਣ ਸੀਗਾ? ਅਟਲ ਬਿਹਾਰੀ ਵਾਜਪੇਈ ਸੀਗੇ ਬਈ ਆਪਣੇ ਪ੍ਰਾਈਮ ਮਿਨਿਸਟਰ। ਠੀਕ ਹੈ ਜੀ, 25 ਦਸੰਬਰ ਨੂੰ ਇਹਨਾਂ ਦਾ ਬਰਥਡੇ ਮਨਾਇਆ ਜਾਂਦਾ ਹੈ, ਤੁਹਾਨੂੰ ਪਤਾ ਹੀ ਹੈ, ਗੁੱਡ ਗਵਰਨੈਂਸ ਡੇ ਦੇ ਰੂਪ ਦੇ ਵਿੱਚ। ਠੀਕ ਹੈ, ਤੇ ਯੂਐਨ ਦੀ ਲਾਇਬ੍ਰੇਰੀ ਦਾ ਨਾਮ ਵੀ ਪਹਿਲਾਂ ਐਸਐਸਸੀ ਨੇ ਪੁੱਛਿਆ ਹੋਇਆ ਸੀ। ਯੂਐਨ ਦੀ ਲਾਇਬ੍ਰੇਰੀ ਦਾ ਨਾਮ ਉਹੀ ਹੈ ਹੈਮਰਸੋਲਡ ਜਾਂ ਡੈਗ ਹੈਮਰਸੋਲਡ, ਜਿਹੜੇ ਦੂਜੇ ਇਹਨਾਂ ਦੇ ਮਹਾਸਚਿਵ ਸੀ ਜਿਨ੍ਹਾਂ ਦੀ ਪਲੇਨ ਕ੍ਰੈਸ਼ ਦੇ ਵਿੱਚ ਡੈਥ ਹੋ ਗਈ ਸੀ। ਠੀਕ ਹੈ ਨਾ। ਤੇ ਇਸ ਤੋਂ ਇਲਾਵਾ ਇੰਡੀਆ ਦਾ ਐਟ ਪ੍ਰੈਜ਼ੈਂਟ ਰਿਪਰੈਜ਼ੈਂਟੇਟਿਵ ਕੌਣ ਆ ਉੱਥੇ? ਤਾਂ ਉਹ ਹੈ TS ਤਿਰੂਮੂਰਤੀ। TS ਤਿਰੂਮੂਰਤੀ, ਇਹ ਯਾਦ ਰੱਖਣਾ ਆਪਾਂ ਨੇ। ਬਾਕੀ ਇੰਡੀਆ UN ਸਿਕਿਉਰਿਟੀ ਕਾਉਂਸਲ ਵਿੱਚ 8 ਵਾਰ ਜਿਹੜੀ ਮੈਂਬਰ ਹੈ ਉਹ ਬਣ ਚੁੱਕੀ ਹੈ, ਹਨਾ। UN ਸਿਕਿਉਰਿਟੀ ਕਾਉਂਸਲ ਜਿਹਦੇ ਚ 15 ਮੈਂਬਰ ਹੁੰਦੇ ਆ, ਮੈਂ ਤੁਹਾਨੂੰ ਦੱਸਿਆ ਸੀ, 5 ਪਰਮਾਨੈਂਟ ਹੁੰਦੇ ਆ ਤੇ 10 ਟੈਂਪਰੇਰੀ ਹੁੰਦੇ ਆ। ਤਾਂ ਇੰਡੀਆ 8 ਵਾਰ ਹੈ ਜਿਹੜਾ ਇਹ ਮੈਂਬਰ ਬਣ ਚੁੱਕਿਆ ਹੈ। ਠੀਕ ਹੈ ਨਾ। ਇੰਡੀਆ ਤੋਂ ਜ਼ਿਆਦਾ ਬਸ ਇੱਕ ਵਾਰ ਸ਼ਾਇਦ ਜਾਪਾਨ ਤੇ ਬ੍ਰਾਜ਼ੀਲ ਨੇ ਜਿਹੜੇ 10-10 11-11 ਵਾਰ ਬਣ ਚੁੱਕੇ ਨੇ। ਇੰਡੀਆ 8ਵੀਂ ਵਾਰ ਹੈ ਜਿਹੜਾ ਐਟ ਪ੍ਰੈਜ਼ੈਂਟ ਵੀ ਬਣਿਆ ਹੋਇਆ। ਠੀਕ ਹੈ, ਤਾਂ ਇਹ ਸੀਗੇ ਬਈ UN। ਬਾਕੀ UN ਦੇ ਅੰਡਰ ਕਾਫੀ ਸਾਰੀ ਏਜੰਸੀਜ਼ ਨੇ ਜਿਹੜੀ UN ਦੀ ਹੈਲਪ ਕਰਦੀਆਂ ਨੇ ਕੰਮ ਕਰਨ ਦੇ ਲਈ। ਤਾਂ ਉਹ UN ਸਪੈਸ਼ਲਾਈਜ਼ਡ ਏਜੰਸੀ ਨੇ। ਠੀਕ ਹੈ ਜੀ, 17, ਉਹ ਵੀ ਆਪਾਂ ਨੈਕਸਟ ਵੀਡੀਓ ਦੇ ਵਿੱਚ ਡਿਸਕਸ ਕਰਾਂਗੇ। ਠੀਕ ਹੈ, ਤੁਹਾਨੂੰ ਵੀਡੀਓ ਕਿਹੋ ਜੀ ਲੱਗੀ ਹੈ ਇਹ ਜਰੂਰ ਕਮੈਂਟ ਕਰਕੇ ਦੱਸਣਾ ਹੈ ਬਈ, ਤੇ ਵੀਡੀਓ ਨੂੰ ਸ਼ੇਅਰ ਜਰੂਰ ਕਰਨਾ। ਜੇ ਚੈਨਲ ਤੇ ਤੁਸੀਂ ਨਏ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਹੈ ਜਿਹੜਾ ਉਹ ਜਰੂਰ ਕਰਨਾ ਹੈ।